ਸਵਾਗਤ ਜੀ, ਗੁੱਡ ਮਾਰਨਿੰਗ। ਇੱਕ ਵਾਰ ਫਿਰ ਤੋਂ ਹਾਜ਼ਰੀ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਐਂਡ ਗੁੱਡ ਈਵਨਿੰਗ ਵੀ ਨਾਲ ਹੀ, ਕਿਉਂਕਿ ਕਾਰਨ ਹੈ ਵੀ ਕੈਨੇਡਾ ਵਾਲੇ ਪਾਸੇ ਸ਼ਾਮਾਂ ਨੇ ਅਤੇ ਤੁਸੀਂ ਕਹਿਣਾ ਵੀ ਯਾਰ ਇਕੱਲੀ ਗੁੱਡ ਮਾਰਨਿੰਗ ਬੁਲਾਤੀ। ਵੈਸੇ ਅੱਜ ਇੱਕ ਬੰਦਾ ਮਿਲਿਆ, ਕਹਿੰਦਾ ਯਾਰ ਜਦੋਂ ਮਿਲੋ ਉਦੋਂ ਗੁੱਡ ਮਾਰਨਿੰਗ ਹੀ ਹੁੰਦੀ ਹੈ ਕਿਉਂਕਿ ਨਵੀਂ ਸ਼ੁਰੂਆਤ ਹੁੰਦੀ। ਮੈਂ ਕਿਹਾ ਵੀ ਚਲੋ ਇਹ ਵੀ ਗੱਲ ਠੀਕ ਹੈ, ਕਿਉਂਕਿ ਹਰ ਰੋਜ਼ ਪ੍ਰੋਗਰਾਮ ਤਾਂ ਨਵਾਂ ਹੁੰਦਾ ਹੀ ਆ। ਅੱਜ ਵੀ ਗੱਲਾਂ ਬਾਤਾਂ ਆਪਾਂ ਕਰਾਂਗੇ ਜੋ ਇਸ ਵਕਤ ਚੱਲ ਰਿਹਾ ਜੀ, ਜੋ ਪੋਲੀਟੀਕਲ ਲੀਡਰ ਸਾਹਿਬਾਨ ਇੱਕ ਦੂਸਰੇ ਦੇ ਉੱਪਰ ਦੋਸ਼ ਲਾਈ ਜਾ ਰਹੇ ਨੇ। ਕੁਛ ਸਰਕਾਰਾਂ ਨੇ ਨਵੇਂ ਫੈਸਲੇ ਲੈ ਲਏ, ਉਹ ਕਹਿੰਦੇ ਵੀ ਸਾਡੇ ਨਾਲ ਦਾ ਕੰਮ ਹੀ ਕਿਸੇ ਨੇ ਨਹੀਂ ਕੀਤਾ ਵਧੀਆ। ਕੁਛ ਮੁਫਤ ਸਹੂਲਤਾਂ ਦਾ ਕੰਮ ਅਤੇ ਲੋਕ ਭਲਾਈ ਸਕੀਮਾਂ ਦਾ ਕੰਮ, ਇਹਨਾਂ ਨੂੰ ਅੱਡੋ ਅੱਡ ਕਰਨ ਦੇ ਲਈ ਸੁਪਰੀਮ ਕੋਰਟ ਤੱਕ ਰੌਲਾ ਪਿਆ। ਉਹਦੀ ਕੀ ਕਹਾਣੀ, ਉਹ ਵੀ ਗੱਲਾਂ ਬਾਤਾਂ ਕਰਾਂਗੇ। ਨਾਲ ਆਪਣੇ ਪਰਮਵੀਰ ਬਾਠ ਹੋ ਜੀ। ਹੋਰ ਬਾਠ ਸਾਹਿਬ ਕਿੱਦਾਂ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਮਹਾਰਾਜ। ਇਹਦੇ ਨਾਲ ਦੀ ਕਿਤੇ ਪੱਗ ਬੰਨੀ ਹੁੰਦੀ ਨਾ ਦਹੀਂ ਤੇ ਜਮਾਂ ਸੁਮੋ 'ਚ ਅਗਲੀ ਸੀਟ ਦੇਣੀ ਹੈ ਨਾ ਯਾਰ। ਫੁੱਫੜ ਬਾਹਰ ਵਾਲਾ ਕੈਨੇਡਾ ਵਾਲਾ ਅੱਗੇ ਬਾਓ ਤਾਂ ਆਹੋ, ਤਾਂ ਮੇਰੇ ਕਿਹਾ ਫੁੱਫੜ ਟਾਈਮ ਨਹੀਂ ਚੱਕ ਲਿਆ ਕਰਨੇ, ਅਗਲੇ ਨੇ ਮਾੜਾ ਮੋਟਾ ਬੋਲਦਾ। ਕਹਿੰਦਾ ਯਾਰ ਇੱਦਾਂ ਦੇ ਫੁੱਫੜ ਵੀ ਲੜਦੇ ਹੁੰਦੇ ਆ, ਇੱਦਾਂ ਦੇ ਫੁੱਫੜ ਵੀ ਜੇ ਬੋਲਦੇ ਆ ਫਿਰ ਤਾਂ ਗਏ ਆਪਾਂ। ਲੜਨਾ ਥੋੜਾ, ਅਸੀਂ ਇਹ ਲੜਾਈ ਵਾਲੇ ਪਾਸੇ ਤੁਸੀਂ ਆਪ ਲੈ ਗਏ, ਅਸੀਂ ਤੇ ਸਤਿਕਾਰ ਦਿੱਤਾ। ਸਤਿਕਾਰ ਤੁਸੀਂ ਕਿੱਦਾਂ ਦਿੱਤਾ ਤੁਸੀਂ? ਆਹੋ, ਉਹ ਇੱਦਾਂ ਦੇ ਫੁੱਫੜ ਨਾਲ ਨਾ ਅਗਲਾ ਕਹਿੰਦਾ ਯਾਰ ਮਿਲਣੀ, ਉਹ ਯਾਰ ਫੁੱਫੜ ਦਾ ਲੈ ਆਉਂਦੇ, ਖਾਂਦਾ ਪੀਂਦੇ ਘਰ ਦਾ ਫੁੱਫੜ ਲਿਆਉਂਦੇ ਆ, ਕਿੱਥੋਂ ਲੈ ਆਉਂਦਾ ਜੀ? ਉਹ ਕਹਿੰਦੇ ਕੈਨੇਡਾ ਵਾਲੇ ਫੁੱਫੜ ਦੀ ਮਿਲਣੀ ਕਰਾਉਣੇ ਆ। ਉਹ ਕਹਿੰਦੇ ਯਾਰ ਰਹਿਣ ਹੀ ਦਿਓ, ਕਿਉਂਕਿ ਸਾਡੇ ਵਾਲਾ ਫੁੱਫੜ ਦੀ ਮਾਂ ਦਾ, ਉਹ ਕਹਿੰਦਾ ਨਹੀਂ ਮੈਂ ਇਹਦੇ ਨਾਲ ਮਿਲਣੀ ਨਹੀਂ ਕਰਨੀ। ਤਾਂ ਮੇਰੇ ਵਰਗੇ ਫੁੱਫੜ ਦੀ ਜੇ ਮਿਲਣੀ ਹੋਣੀ ਹੋਵੇ ਨਾ, ਅਗਲਾ ਟਾਈਮ ਨੇ ਉਹਨੂੰ ਸਾਰੇ ਜਣੇ ਚੱਕ ਲਈ ਜਾਂਦਾ ਜੀ। ਆਹੋ ਇਹਦੇ ਪਿੱਛੇ ਮਾਤਮ ਕੀ ਹੁੰਦਾ ਇਹ ਤਾਂ ਤੁਹਾਨੂੰ ਹੀ ਪਤਾ ਹੋਊਗਾ। ਮੈਨੂੰ ਆਪ ਨਹੀਂ ਸਮਝ ਲੱਗੀ। ਵੈਸੇ ਚਲੋ ਇਹ ਪਰਿਵਾਰ ਦੇ ਮੈਂਬਰ ਟਿੱਪਣੀ ਕਰ ਦੇਣ, ਉਹਨਾਂ ਤੋਂ ਟਿੱਪਣੀ ਕਰਾ ਲਓ ਵੀ ਮਿਲਣੀ ਦੇ ਵਿੱਚ ਜਿਹੜਾ ਇੱਕ ਦੂਜੇ ਨੂੰ ਚੱਕਣ ਦਾ ਮਸਲਾ ਆ, ਵੀ ਪਹਿਲਾਂ ਚੱਕਦੇ ਬਾਅਦ 'ਚ ਚੱਕਦੇ। ਪਰ ਉਹ ਤੁਹਾਨੂੰ ਪਤਾ ਕਿਉਂ ਪਤਾ ਹੋਣਾ? ਕਿਉਂਕਿ ਤੁਹਾਡਾ ਆਮ ਹੀ ਹੁੰਦਾ, ਟੈਲੀਫੋਨ ਕਰਕੇ ਆ ਸਾਨੂੰ ਵੋਟਾਂ ਨਹੀਂ ਪਾਉਂਦਾ, ਚੱਕ ਲਓ, ਥਾਣੇ ਫੋਨ ਕਰ ਦੇਣਾ। ਦੂਸਰਾ ਉਹ ਸਾਡੇ ਨਾਲ ਫਿਰ ਉਹ ਨਹੀਂ ਸਾਡੇ ਨਾਲ ਰਲਦਾ, ਕੋਈ ਨਹੀਂ ਚੁਕਾ ਦਿਆਂਗੇ, ਜਾਂ ਦੂਜੀ ਪਾਰਟੀ 'ਚੋਂ ਇੰਨੇ ਬੰਦੇ ਅੱਜ ਚੱਕ ਲਿਆਂਦੇ, ਦੂਜੇ ਦਿਨ ਸ਼ਾਮਲ ਕਰਾ ਦੇਣੇ। ਤੁਹਾਨੂੰ ਮੈਂ ਕਿਹਾ ਪਤਾ ਹੋਣਾ ਕਿ ਮਿਲਣੀ 'ਚ ਕਾਹਤੋਂ ਚੱਕਦੇ ਹੁੰਦੇ ਆ। ਨਹੀਂ ਵੇਖੋ, ਮਿਲਣੀ ਵਾਲਾ ਚੁੱਕਣਾ ਤੇ ਉਧਰ ਚੁੱਕਣੇ 'ਚ ਫਰਕ ਹੈ ਨਾ। ਚੁੱਕਣ 'ਚ ਵੀ ਫਰਕ ਹੈ ਬਾਈ ਸਾਹਿਬ, ਹੈ ਨਾ। ਵੀ ਹੁਣ ਦੇਖੋ ਕਾਰਨ ਹੈ ਵੀ ਉੱਥੇ ਤੇ ਚਲੋ ਵੀ ਦੋ ਪਰਿਵਾਰ ਮਿਲ ਰਹੇ ਆ, ਦੋਵਾਂ ਦੀ ਮਿਲਣੀ ਹੋ ਰਹੀ, ਉਦੋਂ ਚੱਕ ਚਕਾਈਏ 'ਚ ਕਾਹਲ ਹੀ ਪੈਣਾ। ਹਾਂ, ਕਈ ਵਾਰੀ ਲੜਾਈ ਹੋ ਜਾਂਦੀ ਆ ਚੱਕਣ ਚਕਾਈ ਤੋਂ, ਸਾਰੀ ਉਮਰ ਦੀ ਕਿਹੜ ਰਹਿੰਦੀ ਆ, ਉਦੋਂ ਇਹਨੇ ਚੱਕਿਆ ਸੀ। ਆਹੋ, ਊਂ ਹੀ ਬਾਅਦ 'ਚ ਜਾਣੀ ਮਿਲਣਾ ਸਾਰੀ ਉਮਰ ਹੁੰਦਾ, ਊਂ ਹੀ ਐ ਮਾਣੇ ਪੋੜ ਖਾਣੇ। ਆਹੋ ਚਲੋ ਇਹ ਆਪਾਂ ਹੋਰ ਪਾਸੇ ਲੈ ਗਏ ਗੱਲ। ਆਪਾਂ ਨਹੀਂ, ਆਪਾਂ ਕਈ ਇੱਦਾਂ ਦੇ ਫੁੱਫੜ ਦੇਸ਼ ਨੂੰ ਟੱਕਰੇ ਆ। ਨਹੀਂ ਫਿਰ ਉਹ ਗੱਲ ਕਰਤੀ ਵੀ ਮੈਂ ਗੱਲ ਕਰਨੀ ਉਹ ਨਹੀਂ, ਮੈਂ ਤੇ ਬਥੇਰਾ ਸਤਿਕਾਰ ਦਿੱਤਾ ਵੀ ਚਲੋ ਅਗਲੀ ਕੁਰਸੀ ਤੇ ਬਹਾਉਣੇ ਵੀ ਨਾ, ਪਰ ਨਾ ਲੜ ਪੈਣਾ ਐਵੇਂ ਪਕੌੜਾਂ ਤੋਂ ਲੜ ਪੈਣਾ ਕਿ ਆ ਕੇ ਠੰਡੇ ਜਾਓ ਲੈ ਜਾਓ, ਮੈਂ ਨਹੀਂ ਖਾਣੇ। ਮਹਾਰਾਜ ਤੁਹਾਡੇ ਵਰਗੇ ਬੰਦੇ ਨਾਲ ਤੁਰੇ ਜਾਂਦੇ ਹੋਣ ਨਾ, ਸਿਆਣੇ ਬੰਦੇ, ਜਿੱਥੇ ਮਿਲਣੀ ਹੋਣੀ ਆ ਅਗਲਾ ਗਾਂਹ ਕਰ ਦੇਣਾ ਕਿ 100 ਰੁਪਏ ਦਾ ਵਾਰ ਨਾ ਕਰਨਾ ਪੈਣਾ, ਜਿੱਥੇ ਪਕੌੜੇ ਖਾਣੇ ਆਪ ਪਲੇਟ ਚੱਕ ਲੈਣੀ। ਨਹੀਂ ਮੈਂ ਤੇ ਤਾਂ ਕਿਹਾ ਵੀ ਤੁਸੀਂ ਹੁਣ ਗੱਲ, ਮੈਂ ਕਹਿਣਾ ਨਾ ਨਹੀਂ, ਮੈਂ ਤਾਂ ਹੁਣ ਮਹਾਰਾਜ ਅੱਗੇ ਪਰਿਵਾਰ ਦੇ ਫੁੱਫੜ ਹੁੰਦੇ, ਹੁਣ ਮੈਂ ਦੇਸ਼ ਦੇ ਕਈ ਐਸੇ ਫੁੱਫੜ ਟੱਕਰੇ ਦੇਸ਼ ਨੂੰ, ਅੱਛਾ ਉਹਨਾਂ ਦੀ ਗੱਲ ਕਰਨ ਲੱਗਿਆ ਸੀ। ਸੰਧਾਲੀਆ ਸਾਹਿਬ, ਆਮ ਬੰਦੇ ਨੂੰ ਜਦੋਂ ਆਪਾਂ ਨੂੰ ਵੀ ਮਹੀਨੇ ਬਾਅਦ 15 ਦਿਨ ਜਦੋਂ ਤਨਖਾਹ ਮਿਲਦੀ ਆ ਨਾ, ਬੰਦਾ ਕਹਿੰਦਾ ਯਾਰ ਇੰਨਾ ਕਿਰਾਇਆ ਕੱਢਣਾ, ਇੰਨਾ ਆਹ ਕੱਢਣਾ, ਇੰਨੇ ਪੈਸੇ ਜਾਣੀ ਲੈ ਦੇ ਕੇ ਜੇ ਬੰਦੇ ਨੂੰ ਕਿਤੇ 100 ਬਚ ਜਾਵੇ ਨਾ, ਮੈਂ ਕਿਹਾ 3 ਦਿਨ ਸੰਧਾਲੀਆ ਬੰਦੇ ਨੂੰ ਬੰਦਾ ਨਹੀਂ ਸਮਝਦਾ ਕਿ 100 ਬਚ ਗਿਆ ਇਸ ਮਹੀਨੇ। 4 ਦਿਨ ਵੀ ਨਿਕਲ ਜਾਂਦੇ ਨਹੀਂ, ਏਡੀ ਗੱਲ ਬਜਟਿੰਗ ਦੀ ਗੱਲ ਹੈ। 4 ਦਿਨ ਜਦੋਂ ਲਾਇਆ, 5ਵੇਂ ਦਿਨ ਫਿਰ ਬੰਦਾ ਪੁੱਛਦਾ ਯਾਰ ਕਿੰਨੀ ਤਰੀਕ ਹੋਈ ਹੈ ਜੀ? ਕਹਿੰਦੇ ਅੱਜ ਪਾਰਟੀ ਕਰਦੇ ਆ, ਕੀ ਅੱਜ ਚਾਹ ਨਾਲ ਲੱਡੂ ਖਾਂਦੇ ਆ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਇੱਕ ਪਾਸੇ ਤਾਂ ਆਮ ਲੋਕ ਨੇ ਜਿਨ੍ਹਾਂ ਨੇ ਜੋ ਕਮਾਇਆ ਉਹੀ ਖਾਣਾ, ਤੇ ਬਹੁਤੇ ਲੋਕ ਉਹੀ ਨੇ। ਪਰ ਦੂਸਰੇ ਪਾਸੇ ਮਹਾਰਾਸ਼ਟਰ ਦੇ ਵਿੱਚ ਕਹਿੰਦੇ ਜੀ ਇਨਕਮ ਟੈਕਸ, ਆਮਦਨ ਕਰ ਵਿਭਾਗ, ਇਨਕਮ ਟੈਕਸ ਵਾਲਿਆਂ ਨੇ ਇੱਕ ਰੇਡ ਕੀਤੀ। 3-4 ਉਦਯੋਗਿਕ ਘਰਾਣੇ ਸੀ, ਲੱਭਾ ਹੀ ਕੱਖ ਨਾ, ਯਾਨੀ ਰੇਡ ਕੀਤੀ, ਸਭ ਕੁਛ ਕੀਤਾ, ਫੋਲਿਆ ਚਾਲਿਆ, ਜਿੱਥੇ ਉਹਨਾਂ ਦੀ ਫੈਕਟਰੀ ਸੀ, ਘਰ ਸੀ, ਸਾਰਾ ਕੁਛ ਹੀ ਲੀਗਲ, ਕਾਨੂੰਨੀ ਤੌਰ ਦੇ ਉੱਤੇ, ਸੋਫਿਆਂ ਦੇ ਬਿੱਲ, ਕਿਤੇ ਮਾਰ ਪੱਖਿਆਂ ਦੇ ਬਿੱਲ, ਸਾਰਾ ਕੁਛ। ਉਹ ਕਹਿੰਦੇ ਜੀ ਲੈਜਰ, ਉਹ ਕਹਿੰਦੇ ਮੰਨ ਲਓ ਮੂਲਧਨ 100, ਬੈਲੈਂਸ 0, ਕਿ ਸਭ ਕੁਛ ਹੀ ਠੀਕ ਹੈ। ਅਫਸਰਾਂ ਨੂੰ ਲੱਗੇ ਨਹੀਂ ਯਾਰ ਵੀ ਹੋ ਹੀ ਨਹੀਂ ਸਕਦਾ। ਫਿਰ ਉਹਨਾਂ ਨੇ 120 ਗੱਡੀਆਂ ਤਿਆਰ ਕੀਤੀਆਂ ਸੰਧਾਲੀਆ ਸਾਹਿਬ, 120। ਉਹਨਾਂ ਦੇ ਉੱਤੇ ਨਾ ਸਟਿੱਕਰ ਲਾਏ, ਤੇ ਸਟਿੱਕਰ ਲਾਏ ਮੰਨ ਲਓ ਜਿੱਦਾਂ ਮਨਕੀਰਤ ਵੈਟਸ ਜਸਪ੍ਰੀਤ ਹੁੰਦਾ ਨਾ ਲਿਖਿਆ, ਵਿਆਹ ਵਾਲੀਆਂ ਗੱਡੀਆਂ, ਪਿੱਛੇ ਵੀ ਮੂਹਰੇ ਵੀ ਮਾੜੇ ਮਾੜੇ 2-2 ਫੁੱਲ ਜਿਹਾ ਵੀ ਲਾਏ। 120 ਗੱਡੀਆਂ ਇਕੱਠੀਆਂ ਇੱਕ ਸ਼ਹਿਰ ਦੇ ਵਿੱਚ ਵੜੀਆਂ, ਕੋਈ ਇੱਧਰਲੇ ਪਾਸੇ ਕੋਈ ਉੱਧਰਲੇ ਪਾਸੇ, ਵੀ ਕਿਸੇ ਨੂੰ ਸ਼ੱਕ ਹੀ ਨਾ ਪਵੇ, ਪ੍ਰਾਈਵੇਟ ਗੱਡੀਆਂ। ਤੇ ਸ਼ੱਕ ਹੀ ਨਹੀਂ ਕਿਸੇ ਨੂੰ, ਉੱਧਰ ਜਿਹੜੇ ਬੰਦੇ ਸੂਚਨਾ ਸਾਜਣ ਦਿੰਦੇ ਉਹਨੇ ਕਹਿਣਾ ਅੱਜ ਕੋਈ ਆਇਆ ਤਾਂ ਨਹੀਂ, ਇੱਧਰ ਸ਼ਹਿਰ ਦੇ ਅੰਦਰ ਤਾਂ ਨਹੀਂ ਕੋਈ ਵੜ ਰਿਹਾ, ਅੰਦਰੋਂ ਪੁੱਛਦੇ ਹੋਣੇ ਉਹ, ਨਹੀਂ ਜੀ ਨਹੀਂ ਅੱਜ ਤਾਂ ਇੱਕ ਬਰਾਤ ਹੀ ਆਈ ਆ, ਇੱਧਰਲੇ ਪਾਸੋਂ ਮਾਰ ਕਿਤੇ ਗੱਡੀਆਂ ਇੱਕੋ ਜਿਹੀਆਂ ਗੱਡੀਆਂ ਜੀ। ਪਤਾ ਉਦੋਂ ਲੱਗਾ ਜਦੋਂ ਉਹਨਾਂ ਨੇ
ਉਹਨਾਂ ਹੀ ਉਦਯੋਗਿਕ ਘਰਾਣਿਆਂ ਦੇ ਨਾਲ ਦੇ ਇੱਕ ਥਾਂ ਦੇ ਉੱਤੇ ਛਾਪਾ ਮਾਰਿਆ। ਸੰਧਾਲੀਆ ਸਾਹਿਬ ਕੱਖ ਵੀ ਨਾ ਲੱਭਾ। 32-33 ਕਿਲੋ ਸਾਰਾ ਸੋਨਾ, ਸਿਰਫ 32-33 ਕਿਲੋ, ਯਾਨੀ 32-33 ਕਿਲੋ ਜੇ ਤੁਸੀਂ ਕਬੱਡੀ ਖੇਲਣੀ ਸਟਾਰਟ ਕੀਤੀ ਸੀ ਉਹਨਾਂ ਜਿੰਨਾ ਤੁਹਾਡਾ ਭਾਰ ਹੁੰਦਾ ਸੀ ਉਹਨਾਂ ਸੋਨਾ। ਹਾਂਜੀ ਮੈਂ ਸਮਝ, ਮੇਰੇ ਦਿਮਾਗ 32-33 ਕਿਲੋ ਹੋਰ ਵੀ ਆਇਆ ਕੀ ਇੰਨਾ ਕੁ ਤੋੜੇ 'ਚ ਕਣਕ ਹੁੰਦੀ ਜਿਹੜੀ ਭਿਉਣ ਲੈ ਕੇ ਜਾਈਦੀ। ਉਹਨਾਂ ਸੋਨਾ ਰੱਖੀ ਬੈਠੇ ਆ। ਹੋਰ ਦੇਖੋ 16 ਕਰੋੜ ਰੁਪਏ ਦੇ ਕਹਿੰਦੇ ਹੀਰੇ। ਉਹ ਅੱਛਾ ਜੀ। 58 ਕਰੋੜ ਰੁਪਈਆ ਕੈਸ਼, 58 ਕਰੋੜ ਜਿੰਨੀਆਂ ਕੁ ਮਸ਼ੀਨਾਂ ਸੀ ਕੈਸ਼ ਕਰਨ ਵਾਲੀਆਂ। 13 ਘੰਟੇ ਲੱਗੇ, 2 ਕਰਮਚਾਰੀ ਗਰਮੀ ਨਾਲ ਬੇਹੋਸ਼ ਹੋ ਗਏ। ਅੱਛਾ ਗਿਣ ਕੇ ਗਿਣਦੇ ਬੇਹੋਸ਼ ਹੋ ਗਿਆ ਹੋਈ ਉਹਨਾਂ ਨੇ। ਇਹਨੂੰ ਗਰਮੀ ਨਾ ਨਹੀਂ ਹੋਏ, ਉਹ ਤੇ ਇਹੋ ਵੇਖ ਕੇ ਹੋ ਗਏ ਹੋਣੇ ਬੇਹੋਸ਼ ਵੀ ਗੁਰੂ ਮਤਲਬ ਇਹ ਇੰਨੇ ਪੈਸੇ ਵੀ ਹੁੰਦੇ ਆ ਕਿਤੇ ਦੁਨੀਆ ਦੇ, ਵੀ ਇੰਨੇ ਪੈਸੇ ਹੁੰਦੇ ਆ ਪੈਸੇ ਹੈਨਾ। ਉਹਦਾ ਨਾਲ ਦੇ ਨੇ ਸਲਾਹ ਕੀਤੀ ਯਾਰ ਇੱਕ ਗੁੱਟੀ ਜੀ ਤੇ ਮੈਨੂੰ ਗੋਲ ਕਰ ਲੈਂਦੇ। ਉਹਦਾ ਨਾ ਗੁਰੂ ਉਹ ਕੈਮਰੇ ਲੱਗੇ ਇਦਾਂ ਨਹੀਂ ਕਰ ਸਕਦੇ ਆਪਾਂ। ਤੁਸੀਂ ਇਹ ਦੇਖੋ ਕੁੱਲ ਮਿਲਾ ਕੇ ਜਿਹੜੀ ਬੇਨਾਮੀ ਜਾਣੀ ਕਿ ਜਿਹੜੀ ਕਿਤੇ ਕਾਗਜ਼ਾਂ 'ਚ ਸਰਕਾਰ ਦੇ ਬੋਲਦੀ 350 ਕਰੋੜ ਤੋਂ ਵੱਧ ਕੈਸ਼, ਹੀਰੇ, ਸੋਨਾ, ਬਾਕੀ ਚੀਜ਼ਾਂ ਦਾ ਪਤਾ ਲੱਗਾ। 350 ਕਰੋੜ ਇੱਕ ਥਾਂ ਤੇ ਛਾਪਾ ਵੱਜਾ ਹੀ ਅਜੇ। ਫੁੱਫੜ ਤਾਂ ਉਹ ਫੇ ਮਹਾਰਾਜ ਤੁਸੀਂ ਆ ਮਿਲਣੀ ਮੁਲਣੀ ਵਾਲੇ 100 ਰੁਪਏ ਵਾਲੇ ਪਕੌੜਿਆਂ ਵਾਲੇ ਆ ਚੱਕਣ ਚਕਾਉਣ ਵਾਲੇ, ਇਹ ਥੋੜੀ ਫੁੱਫੜ। ਇਹ ਤਾਂ ਇਹਨਾਂ ਨੂੰ ਉਦਾਂ ਹੀ ਸੰਗ ਵਾਲਾ ਆਪਣੀ ਯਾਰ ਅਸੀਂ ਕਾਹਦੇ ਫੁੱਫੜ, ਅਸੀਂ ਤਾਂ ਤਕਾਲਾਂ 5 ਵਾਲੀ ਬੱਸ ਫੜਨੀ। ਅੱਛਾ ਨਹੀਂ ਇੱਕ ਗੱਲ ਆ, ਇੱਕ ਗੱਲ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਤੇ ਕੁਝ ਗਲਤ ਹੈਗਾ ਵੀ ਜਾਂ ਤੇ ਕੋਈ ਦੱਸਦਾ ਨਹੀਂ, ਕੋਈ ਸਮਝਾਉਂਦਾ ਨਹੀਂ ਕਿ ਬੰਦੇ ਦੇ ਅੰਦਰ ਜਿਹੜਾ ਕੋਈ ਲਾਲਚ ਹੈ ਨਾ, ਆ ਵੀ ਮੇਰਾ ਇੱਥੇ ਵੀ ਕਰ ਲਓ, ਉੱਥੋਂ ਹੀ ਚੱਕ ਲਓ। ਉਦੋਂ ਬਾਅਦ ਫਿਰ ਉਹਨੂੰ ਥਾਂ ਨਹੀਂ ਲੱਭਦਾ ਵੀ ਹੁਣ ਮੈਂ ਲਾਵਾਂ ਕਿੱਥੇ, ਮੈਂ ਖਰਚਾਂ ਕਿੱਥੇ, ਮੈਂ ਰੱਖਾਂ ਕਿੱਥੇ। ਫਿਰ ਇੱਦਾਂ ਹੀ ਅੱਗੇ ਵੀ ਆਪਾਂ ਜਿੱਥੋਂ ਕਿਤੇ ਨਿਕਲਦਾ ਕਸੂਤੇ ਜਿਹੇ ਥਾਵਾਂ ਦੇ ਵਿੱਚ ਵੀ ਲੋਕਾਂ ਨੇ ਸੋਨਾ ਫਸਾਇਆ, ਹੀਰੇ ਫਸਾਏ ਨੇ, ਹੈ ਨਾ, ਪੈਸੇ ਫਸਾਏ ਨੇ। ਹੁਣ ਸਵਾਲ ਇਹ ਹੈ ਵੀ ਜੇ ਕਿਤੇ ਕੋਈ ਦੱਸ ਦੇਵੇ ਹਿਸਾਬ ਕਿਤਾਬ ਲਾ ਕੇ ਆਉਣ ਵਾਲੇ ਟਾਈਮ 'ਚ ਵੀਰ ਮੇਰਾ ਵੀ ਜੇ ਤੂੰ ਮਤਲਬ ਖਾਣ ਵੀ ਲੱਗ ਪਏ ਨਾ ਵਿੱਚੋਂ ਵੀ ਆਹ ਯਾਰ ਸ਼ਾਮ ਨੂੰ 2 ਰੋਟੀਆਂ ਦੇ ਨਾਲ 100 ਦਾ ਨੋਟ ਖਾਣਾ ਵੀ ਪੈਣਾ, ਤਾਂ ਵੀ ਨਹੀਂ ਤੇਰੇ ਕੋਲੋਂ ਮੁੱਕ ਸਕਦੇ। ਬਸ ਇੰਨੇ ਕੁ ਰੱਖ ਲਾ। ਹੋ ਸਕਦਾ ਲੋਕ ਉੱਥੇ ਜਾ ਕੇ ਬ੍ਰੇਕ ਲਾ ਲੈ ਵੀ ਨਹੀਂ ਵੀ ਮੇਰਾ ਹੁਣ ਸੈੱਟ ਹੈ, ਕਿਉਂਕਿ ਆਪਾਂ ਰੋਟੀ ਖਾਣ ਲੱਗੇ ਤੇ ਕਿਸੇ ਵੇਲੇ ਕਹਿ ਦਿੰਦਾ ਵੀ ਇੱਕ ਫੁਲਕਾ ਹੋਰ ਨਿਗਾਹ ਜਿਹਾ ਲਓ, ਨਾ ਕਹਿੰਦਾ ਹੁਣ ਨਹੀਂ ਚਲੋ ਫਿਰ ਗੁਲਾਬ ਜਾਮੁਨ ਨੂੰ ਮੜਾ ਨਾ ਜੀ ਹੁਣ ਨਹੀਂ ਕਿਤੇ ਪੈਸੇ ਯਾਰ ਐਵੇਂ ਬੰਦਾ ਕਹਦੇ ਵੀ ਨਾ ਯਾਰ ਹੁਣ ਨਹੀਂ ਬਹੁਤ ਖਾ ਲਿਆ। ਜੇ ਕਿਤੇ ਮਤਲਬ ਕੋਈ ਇਹੋ ਜਿਹੀ ਕੋਈ ਦਵਾਈ, ਕੋਈ ਬੂਟੀ, ਕੋਈ ਸਾਇੰਸਦਾਨ ਕੋਈ ਖੋਜ ਕਰਨ, ਵੈਸੇ ਤੇ ਤੋਪਾਂ ਤੇ ਪਤਾ ਨਹੀਂ ਮਜ਼ਾਈਲਾਂ ਕਈ ਕੁਛ ਬਣਾਈ ਜਾਂਦੇ, ਮੈਂ ਨਾ ਕੋਈ ਆਹ ਵੀ ਚੀਜ਼ ਬਣਾ ਲੈਣ, ਕੋਈ ਗੋਲੀ ਬਣਾ ਲੈਣ ਇੱਦਾਂ ਦੀ, ਕੋਈ ਟੀਕਾ ਲਵਾ ਲੈਣ, ਹਰੇਕ ਨੂੰ ਲਵਾਉਣਾ ਜ਼ਰੂਰੀ ਹੋਏ, ਉਦੋਂ ਬਾਅਦ 6 ਮਹੀਨੇ ਉਹਦੀ ਬੂਸਟਰ ਡੋਜ਼ ਲੱਗਿਆ ਕਰੇ ਵੀ ਯਾਰ ਬੂਸਟਰ ਡੋਜ਼ ਜ਼ਰੂਰ ਲਵਾ ਲੈਣੀ ਤੇ ਬੰਦੇ ਨੇ ਫਿਰ ਪੈਸੇ ਖਾਣੇ ਸ਼ੁਰੂ ਕਰ ਦੇਣੇ। ਬਾਕੀ ਸੰਧਾਲੀਆ ਸਾਹਿਬ ਮੈਂ ਇਹ ਗੱਲ ਸੋਚਦਾ ਸੀ ਪਿੱਛੇ ਨਾ ਪੱਛਮੀ ਬੰਗਾਲ ਦੇ ਵਿੱਚ 3-4 MLA ਫੜੇ ਝਾਰਖੰਡ ਦੇ। ਆਪਾਂ ਨੂੰ ਕੋਈ ਰੌਲਾ ਨਹੀਂ ਕਿਹੜੀ ਪਾਰਟੀ ਦੇ ਕੌਣ ਆ, ਕੀ ਉਹਨਾਂ ਦੇ ਕੇਸ ਦਾ ਬਣਦਾ। ਉਹਦੇ ਤੋਂ ਬਾਅਦ ਕਾਂਗਰਸ ਪਾਰਟੀ ਵਾਲਿਆਂ ਨੇ ਦੋਸ਼ ਲਾਇਆ ਸੀ ਕਿ ਇਹ ਸਾਡੇ MLA ਆ, ਇਹਨਾਂ ਨੂੰ 10-10 ਕਰੋੜ ਦਾ ਲਾਲਚ ਦਿੱਤਾ ਸੀ। 10 ਕਰੋੜ ਕਿ ਤੈਨੂੰ 10 ਕਰੋੜ ਦੇਵਾਂਗੇ, ਤੈਨੂੰ ਮਿਨਿਸਟਰ ਬਣਾ ਦੇਵਾਂਗੇ, ਤੂੰ ਪਾਰਟੀ ਛੱਡ ਕੇ ਸਾਡੇ 'ਚ ਆ ਜਾ। ਸਾਨੂੰ ਨਹੀਂ ਪਤਾ ਸੱਚ ਬੋਲਦੇ ਕਿ ਝੂਠ। ਆਮ ਬੰਦੇ ਨੂੰ ਯਾਰ 10 ਕਰੋੜ ਰੁਪਈਆ ਮਿਲਦਾ। ਮੈਂ ਸੋਚਦਾ ਸੀ ਇੱਕ ਜਗ੍ਹਾ ਤੇ ਛਾਪਾ ਵੱਜਾ 350 ਕਰੋੜ ਪਤਾ ਲੱਗਾ। 35 ਬੰਦੇ ਤਾਂ ਆ ਇੱਕ ਥਾਂ ਤੋਂ ਜਿਹੜਾ ਸੌਦਾ ਲੈਂਦਾ 35 MLA ਤੇ ਇਹਦੇ ਨਾਲ ਖਰੀਦੇ ਜਾ ਸਕਦੇ ਜੇ ਰੇਟ ਉਹਨਾਂ ਨੇ ਸਹੀ ਲਾਇਆ ਤਾਂ। ਤੇ 35 ਬੰਦਿਆਂ ਦੇ ਨਾਲ ਸਰਕਾਰ ਡਿੱਗਦੀ ਸੂਬੇ ਦੀ। ਜਾਣੀ ਤੁਸੀਂ ਦੇਖੋ ਜੇ ਆਪਾਂ ਇਹ ਠੀਕ ਗੱਲ ਹੈ। ਮੈਂ ਆਖਿਆ ਮੈਂ ਐਵੇਂ ਬੰਦਾ ਗਲਤ ਨਹੀਂ ਨਾ ਰੱਖਿਆ, ਨਹੀਂ ਸਾਬ ਠੀਕ ਹੈ। ਯਾਨੀ ਸੂਬੇ ਦੀ ਸਰਕਾਰ ਸਿੱਟਣ ਜੋਗਾ ਸੌਦਾ ਮਿਲਿਆ ਹੀ ਉੱਥੋਂ। ਤੇ ਪਤਾ ਨਹੀਂ ਉਹਦੇ ਆਂਢ ਗੁਆਂਢ 'ਚ ਕਿੰਨਾ ਪਿਆਰ ਹੋਣਾ ਹੋਰ। ਹਾਂ ਨਹੀਂ ਇਹ ਤੇ ਗੱਲ ਹੈਗੀ। ਇਹ ਸੂਬਾ ਇੱਕ ਨਹੀਂ, ਭਾਰਤ ਦੇ ਹੀ ਕਈ ਸੂਬਿਆਂ ਦੇ ਵਿੱਚ ਇੰਨੇ ਪੈਸੇ ਨਾਲ ਸਰਕਾਰ ਸੁੱਟੀ ਜਾਂ ਇੱਧਰ ਉੱਧਰ ਕੀਤੀ ਜਾ ਸਕਦੀ ਹੈ। ਉਹਦੇ 'ਚ ਕਈ ਸੂਬੇ ਨੇ, ਚਲੋ ਆਪਾਂ ਉਹਦਾ ਨਾਂ ਨਹੀਂ ਜਾਣੀ ਮੁੱਲ ਲਵਾ ਲੈਂਦੇ ਹੋ, ਆਮ ਹੀ ਮੁੱਲ ਲਵਾ ਲੈਂਦੇ ਹੋ। ਉਹਨੇ 10 ਕਰੋੜ ਦਾ ਬਹੁਤ ਰੇਟ ਹੋ ਗਿਆ ਯਾਰ। ਇੰਨੇ ਤਾਂ ਮਤਲਬ ਬੜੇ ਆਰਾਮ ਨਾਲ ਬੰਦਾ ਮਿਲਣਾ ਚਾਹੀਦਾ। ਕੋਈ ਏਡੀ ਗੱਲ ਹੈ ਨਹੀਂ, ਹੈ ਨਾ। ਕੋਈ ਕਾਰਨ ਹੈ ਵੀ ਉਹਦੇ ਕੋਲ ਕਿਹੜਾ ਵੀ ਬਾਅਦ 'ਚ ਵੀ ਇੱਟਾਂ ਥਪਾਉਣੀਆਂ ਭੱਠੇ ਦੇ ਖੜ ਕੇ ਵੀ 10 ਕਰੋੜ ਦਾ ਦੇਤਾ, ਕਹਿੰਦਾ ਹੁਣ ਕਰਦਾ ਕਿ ਕੁਛ ਨਹੀਂ, ਕਹਿੰਦਾ ਭੱਠੇ ਦੇ ਲੱਗਿਆ ਬਸ ਸਵੇਰ ਤੋਂ ਇੱਟਾਂ ਥਾਪੀ ਦੇ। ਇੱਦਾਂ ਤਾਂ ਹੈ ਨਹੀਂ। ਮਤਲਬ ਉਦੋਂ ਬਾਅਦ ਵੀ ਉਹਨੇ ਕੋਈ ਮੰਤਰੀ ਬਣਨਾ, ਕੋਈ MLA ਬਣਨਾ, 4-5 ਸਾਲ ਸਰਕਾਰ 'ਚ ਰਹਿਣਾ, ਤੇ ਉਹਦੇ ਉਹੋ ਹੀ ਆ ਵੀ ਨਾਲੇ 5 ਉਂਗਲਾਂ ਵੀ ਘਿਓ 'ਚ ਨੇ, ਤੇ ਉਲਟਾ ਸਿਰ ਕੜਾਹੀ 'ਚ ਦੇ ਕੇ ਤੇ ਜਿਹੜਾ ਵਧਿਆ ਤੇਲ ਹੁੰਦਾ ਉਹ ਵੀ ਸਿਰ 'ਚ ਹੀ ਪਾ ਦਈਦਾ। ਉਹ ਕਹਿੰਦਾ ਨਾ ਹੁਣ ਇਹ ਲਿਆਉਣਾ ਨਹੀਂ ਵਾਪਸ। ਮੈਨੂੰ ਲੱਗਦਾ ਵੀ ਇਹਦੇ ਨਾਲ ਦੀ ਮੌਜ ਹੈ ਨਹੀਂ ਕਿਤੇ। ਤੁਸੀਂ ਇੱਟਾਂ ਦਾ ਜ਼ਿਕਰ ਕੀਤਾ ਨਾ, ਜੇ ਕਿਸੇ ਨੇ ਇੱਟਾਂ ਦੇ ਭੱਠੇ ਤੇ ਜਾ ਕੇ ਜਿੱਥੇ ਉਹ ਇੱਟਾਂ ਪੱਥਦੇ ਹੁੰਦੇ ਦੂਰੋਂ ਨਹੀਂ, ਐਨ ਕੋਲ ਖੜ ਕੇ ਬਾਹਾਂ ਟੰਗੀਆਂ ਹੁੰਦੀਆਂ, ਪਜਾਮਾ ਟੰਗਿਆ ਹੁੰਦਾ ਜਾਂ ਬੀਬੀਆਂ ਹੁੰਦੀਆਂ, ਉਹਨਾਂ ਨੇ ਕਾਲੀ ਐਂ ਕਰਕੇ ਨਾ ਜਿਹੜੀ ਉਹ ਮਿੱਟੀ ਹੁੰਦੀ ਆ ਇੱਕ ਇੱਟ ਜੋਗੀ ਮਿੱਟੀ ਐਂ ਕਰਕੇ ਪੱਥਣੀ, ਉਹਦੇ ਤੋਂ ਬਾਅਦ ਉਹ ਸੱਚਾ ਜਿਹਾ ਚੱਕਣਾ, ਉਹਦੇ ਵਿੱਚ ਪਾ ਕੇ ਉੱਪਰ 2-4 ਵਾਰੀ ਹੱਥ ਫੇਰਨਾ, ਐਂ 2-3 ਵਾਰੀ ਕਰਕੇ ਠਾ ਕਰਕੇ ਐਂ ਚੱਕਣਾ। ਕਹਿੰਦੇ ਆ ਕਿ ਜੇ ਤੁਸੀਂ 100 ਇੱਟ, ਜਿਹਦੇ ਲਈ ਮੈਂ ਇੱਕ ਦਿਨ ਗਿਣਦਾ ਸੀ ਘੱਟੋ ਘੱਟ 18 ਵਾਰੀ ਇੱਕ ਇੱਟ ਬਣਾਉਣ ਦੇ ਲਈ, ਜਾਣੀ 2-3 ਵਾਰੀ ਉਹ ਮਿੱਟੀ ਨੂੰ ਐਂ ਕਰਨਾ, ਮੁੜ ਕੇ ਉਹਦੇ 'ਚ ਪਾਉਣਾ, ਉਹਨੂੰ ਐਂ ਕਰਨਾ, ਉੱਪਰ ਹੱਥ ਫੇਰ ਕੇ ਉਹਨੂੰ ਐਂ ਕਰਨਾ, 18 ਵਾਰੀ ਹੱਥ ਚੱਲਦਾ ਬੰਦੇ ਦਾ ਇੱਦਾਂ। ਇੱਕ ਇੱਟ ਕੱਚੀ ਫਿਰ ਪੱਥ ਹੁੰਦੀ ਹੈ, ਤੇ ਜੇ ਤੁਸੀਂ 100 ਪੱਥਦੇ ਹੋ 12-14 ਰੁਪਏ ਮਿਲਦੇ ਹੀ ਆ। ਜਾਣੀ ਕਿ ਉਹ ਸਾਰੀ ਪ੍ਰਕਿਰਿਆ ਤੁਸੀਂ ਪੱਥਣੀ ਹੈ, ਤੁਸੀਂ ਪਲਟਣੀ ਹੈ, ਤੁਸੀਂ ਜਦੋਂ ਉਹ ਪੱਕ ਗਈ ਰੇੜੇ ਤੇ ਲੱਦਣੀ ਹੈ,
ਤੁਹਾਨੂੰ 100 ਇੱਟ ਦਾ 12 ਰੁਪਏ ਫੇਰ ਮਿਲਣੇ ਆ। ਤੇ ਉਹ ਜਦੋਂ ਮੰਨ ਲਓ ਉਹਨਾਂ ਨੇ ਲਾਗੇ ਰੇਡੀਓ ਆਮ ਹੀ ਲਾਇਆ ਹੁੰਦਾ, ਗਾਣੇ ਵੀ ਸੁਣਦੇ ਹੁੰਦੇ ਵਿੱਚ ਖਬਰਾਂ, ਜੇ ਉੱਥੇ ਹੋਵੇ आज महाराष्ट्र के एक जिले में आमदन कर विभाग ने छापा मारा और वहाँ से 350 करोड़ रुपए के जेवरात कैश बरामद हुए। हो सकता ਉਹਦੇ ਹੱਥ ਉੱਥੇ ਰੁਕ ਗਏ, ਹੁਣ ਹੋ ਸਕਦਾ ਕਿ ਉਹ ਜੜ ਮੁਰਸ਼ਿਦ ਹੀ ਹੋ ਗਿਆ ਹੋਵੇ ਬੰਦਾ, ਯਾਰ ਅਸੀਂ 100 ਇੱਟ ਪੱਥਣੀ 12 ਮਿਲਣੇ ਜਾਂ 22 ਮਿਲਣੇ ਆ, 350 ਕਰੋੜ ਲੱਭਾ ਹੀ ਨਹੀਂ। ਬਿਲਕੁਲ ਹੋ ਸਕਦਾ, ਪਰ ਮੈਨੂੰ ਪਤਾ ਵੀ ਉਹਨਾਂ ਦੇ ਦਿਮਾਗ 'ਚ ਇਹ ਗੱਲ ਨਹੀਂ ਆਉਣੀ। 350 ਸੁਣ ਕੇ ਉਦੋਂ ਬਾਅਦ ਚੇਤਾ ਜ਼ਰੂਰ ਆਉਣਾ, ਵੇ ਮੰਗਿਆ ਇਹ ਕੀ ਗੱਲ ਹੋ ਗਈ, ਵੇ ਉਹ ਰੇੜੇ ਤੇ ਕਿੰਨੀ ਇੱਟ ਲੱਦੀ 350 ਦਾ ਕਰ 350 ਦਾ ਲਾ, ਵੇ 500 ਤੋਂ ਵੱਧ ਨਾ ਜਾਵੇ। ਵੇਖੋ ਕਾਰਨ ਹੈ ਵੀ ਜਿਹੜਾ ਬੰਦਾ ਮਾਤੜ ਹੈ ਨਾ, ਜਾਂ ਜਿਹੜਾ ਬੰਦਾ ਇਮਾਨਦਾਰ ਬੇਸਿਕਲੀ ਹੱਥੀਂ ਕਿਰਤ ਕਰਨ ਵਾਲਾ ਜੀ, ਉਹਦੇ ਦਿਮਾਗ 'ਚ ਇਹੋ ਜਿਹਾ ਕੂੜਾ ਆਉਂਦਾ ਹੀ ਨਹੀਂ। ਇਹੋ ਜਿਹੀ ਗੱਲ ਸੁਣ ਕੇ ਵੀ ਉਹਨੂੰ ਆਪਣੀ ਮਿਹਨਤ ਵਾਲੀ ਗੱਲ ਹੀ ਚੇਤੇ ਆਉਣੀ। ਪਤਾ ਨਹੀਂ, ਮੈਂ ਤਦੇ ਕਿਹਾ ਨਾ ਵੀ ਇਹ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੈ, ਕੋਈ ਇਹਦੀ ਵੀ ਵੈਕਸੀਨੇਸ਼ਨ ਬਣਾ ਲਈ ਜਾਵੇ ਜੀ, ਤੇ ਉਹ ਜਾਣੇ ਫੇਰ ਹੀ ਮੁਲਕ ਦਾ ਹਾਲ ਹੋ ਜਾਏ। ਹਾਲਾਂਕਿ ਕਹਿੰਦੇ ਤੇ ਇਹ ਹੈ ਕਿ ਜਿਹੜੀ ਮੁਫਤਖੋਰੀ ਹੈ ਜੀ, ਉਹਦੇ ਨਾਲ ਦੇਸ਼ ਦਾ ਅਰਥਚਾਰਾ ਬਰਬਾਦ ਹੁੰਦਾ ਜੀ। ਕੁਝ ਕਹਿੰਦੇ ਨੇ ਜੀ ਇਹ ਮੁਫਤਖੋਰੀ ਨਹੀਂ ਹੈ ਜੀ, ਇਹ ਤਾਂ ਸਹੂਲਤਾਂ ਨੇ, ਸਰਕਾਰ ਨੂੰ ਦੇਣੀਆਂ ਬਣਦੀਆਂ ਨੇ, ਸਰਕਾਰਾਂ ਦਿੰਦੀਆਂ ਨੇ। ਫਿਰ ਚਰਚਾ ਚੱਲ ਪਈ ਵੀ ਇਲੈਕਸ਼ਨਾਂ ਦੇ ਵਿੱਚ ਮਹਾਰਾਜ ਇਹ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਵਾਅਦੇ ਕਰ ਦਿੰਦੇ, ਆਵੇ ਫਰੀ, ਉਹ ਫਰੀ ਦੇ ਚੱਕਰ ਦੇ ਵਿੱਚ ਬਾਅਦ 'ਚ ਵਾਅਦੇ ਨਿਭਾਉਣ ਦਾ ਚੱਕਰ ਪੈ ਜਾਂਦਾ, ਤੇ ਫਿਰ ਉਹਦੋਂ ਬਾਅਦ ਅਰਥਚਾਰਾ ਠੱਪ ਹੋ ਜਾਂਦਾ, ਕਰਜ਼ਾਈ ਹੋਏ ਨੇ। ਹੁਣ ਇਹ ਡਿਬੇਟ ਕਦੋਂ ਦੀ ਚੱਲੀ, ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ, ਫਿਰ ਵਿਰੋਧੀਆਂ ਨੇ ਉਹਨਾਂ ਦੇ ਦੁਆਲੇ ਹੋ ਗਏ, ਉਧਰੋਂ ਸੁਪਰੀਮ ਕੋਰਟ ਤੱਕ ਇਹ ਗੱਲ ਪਹੁੰਚੇ। ਮੇਰੇ ਖਿਆਲ 17 ਤਰੀਕ ਉਹ ਫੇਰ ਰੱਖੀ ਬੈਠੇ, ਉਹ ਕਹਿੰਦੇ ਨਹੀਂ ਸਾਰੀਆਂ ਪਾਰਟੀਆਂ ਨਾਲ ਸਲਾਹ ਕਰੋ, ਵੀ ਸਾਰੀਆਂ ਪਾਰਟੀਆਂ ਕਹਿੰਦੇ, ਪਾਰਟੀਆਂ ਨੇ ਤੇ ਉਹ ਕਹਿਣਾ ਜਿਹੜਾ ਉਹਨਾਂ ਨੂੰ ਪਤਾ ਵੀ ਭਾਈ ਸਾਹਿਬ ਸਾਡਾ ਤਾਂ ਕਹਿਣਾ ਹੀ ਪੈਣਾ। ਹੁਣ ਗੱਲ ਇਹ ਆ ਕਿ ਵੀ ਉਹਨਾਂ ਨੂੰ ਵੀ ਕੋਈ ਜਾ ਕੇ ਸਮਝਾਵੇ ਵੀ ਵੀਰ ਮੇਰੇ, ਉਹ ਜਿਹੜਾ ਮਾਤੜਾ ਸੀ ਇੱਟ ਥੱਪਣ ਵਾਲਾ, ਉਹਨੂੰ ਤੁਸੀਂ ਜਾ ਕੇ ਕਹਾ ਵੀ ਵੀਰ ਮੇਰਾ ਵੀ ਤੇਰਾ ਇਲਾਜ ਵੀ ਉੱਥੇ ਫ੍ਰੀ ਹੋ ਜੂ, ਤੇਰਾ ਨਿਆਣਾ ਵੀ ਉੱਥੇ ਪੜ੍ਹ ਜੂਗਾ, ਤੇ ਉਹ ਜਾਣੇ ਜੇ ਕੋਈ ਥੋੜ੍ਹਾ ਬਹੁਤ ਕਿਤੇ ਕੋਈ ਖਰਚਾ ਤੇਰਾ ਜ਼ਿਆਦਾ ਹੁੰਦਾ, ਇੰਨੀ ਤੈਨੂੰ ਸਬਸਿਡੀ ਦੇ ਦਿਆਂਗੇ। ਲੈ ਵੀ ਉਹਨੂੰ ਤਾਂ ਚਾਹੀਦੀ ਆ ਨਾ। ਆਹ ਜਿਹੜੇ ਬੰਦੇ 350 ਕਰੋੜ ਵਾਲੇ ਆ, ਇਹੋ ਜਿਹੇ ਬੰਦੇ ਕਿੱਦਾਂ ਇਹ ਸਾਰਾ ਕੁਝ ਚਲਾ ਲੈਂਦੇ? ਕੀ ਅਰਥਚਾਰੇ ਨਾਲ ਉਦੋਂ ਬਹੁਤ ਵਧੀਆ ਚੱਲਦਾ ਸਾਰਾ ਕੰਮ, ਉਦੋਂ ਅਰਥਚਾਰੇ ਨੂੰ ਕੁਝ ਨਹੀਂ ਹੁੰਦਾ, ਉਹਦਾ ਕੋਈ ਫਿਊਜ਼ ਨਹੀਂ ਉੱਡਦਾ। ਆਮ ਤੌਰ ਤੇ ਕਹਿੰਦੇ ਨੇ ਅਰਥਚਾਰਾ ਇਹਨਾਂ ਦੇ ਸਿਰ ਤੇ ਚੱਲਦਾ, ਮੈਨੂੰ ਲੱਗਦਾ ਇਹ ਟਾਇਰ ਹੀ ਲਾਗ ਲੈ ਜਾਂਦੇ ਅਰਥਚਾਰੇ ਦੇ, ਉਹਦੇ ਕਹਿੰਦੇ ਹੁਣ ਕਹੀ ਜੋ ਚੱਲਦਾ, ਟਾਇਰ ਐਂ ਚਲਾਈ ਜਾਂਦੇ ਬਾਹਰ, ਅਰਥਚਾਰਾ ਉੱਥੇ ਹੀ ਖੜਾ ਤੇ ਕਹੀ ਜਾਂਦੇ ਅਰਥਚਾਰਾ ਚੱਲਦਾ। ਅਰਥਚਾਰਾ ਨਹੀਂ ਚੱਲਦਾ, ਉਹਦੇ ਟਾਇਰ ਚੱਲਦੇ ਹੁੰਦੇ ਆ। ਨਾਲੇ ਦੇਖੋ ਨਾ, ਅਰਥਚਾਰੇ ਦਾ ਤਾਂ ਖੜੂ ਤਾਂ ਅਰਥਚਾਰੇ ਦੇ ਵਿੱਚ ਕੀ ਹੁੰਦਾ, ਪੈਸਾ, ਤੇ ਪੈਸਾ ਸਰਕੂਲੇਟ ਹੋਣਾ ਚਾਹੀਦਾ ਜੀ। ਹੁਣ ਜਦੋਂ ਇਦਾਂ ਦਾ ਗਦਾਮਾਂ 'ਚ ਲਿਆ ਕੇ ਅਗਲੀ ਪੈਸਾ ਰੱਖ ਦਿੰਦੇ ਆ, ਅਰਥਚਾਰਾ ਤਾਂ ਖੜਦਾ, ਕਿਉਂਕਿ ਜਿਹੜਾ ਮਾਤੜ ਬੰਦਾ ਵਿਚਾਰਾ ਦਿਹਾੜੀਦਾਰ ਹੈ, ਉਹਨੂੰ ਤਾਂ ਪਤਾ ਵੀ ਅੱਜ ਸ਼ਾਮ ਨੂੰ 100 ਮਿਲਿਆ ਹੀ, ਇਹਨੂੰ ਸੰਭਾਲ ਕੇ ਰੱਖੀ, ਐਵੇਂ ਨਾ ਮੁੜ ਕੇ ਨਾ ਗਿੱਲਾ ਹੋ ਗਿਆ ਨਾ ਭਿੱਜ ਗਿਆ ਤੇ ਮੁੜ ਕੇ ਫਿਰ ਨੋਟ ਚੱਲਦਾ ਨਹੀਂ, ਕਿਸੇ ਵੇਲੇ ਪਾਟ ਵੀ ਜਾਂਦਾ। ਉਹਨੂੰ ਤੇ ਹੁੰਦਾ ਵੀ ਵੀਰ ਮੇਰਾ ਜਿਹੜਾ ਮੈਂ ਅੱਜ ਵਟਿਆ, ਉਹਨੇ ਸ਼ਾਮ ਨੂੰ ਜਾ ਕੇ ਹੱਟੀ ਤੋਂ ਸੌਦਾ ਪਤਾ ਲੈਣਾ, ਉਹ ਉਦੋਂ ਹੀ ਚੱਲ ਪੈਂਦਾ ਅਰਥਚਾਰੇ 'ਚ। ਇਹ ਅਰਥਚਾਰੇ 'ਚ ਰੁਕਣ ਵਾਲੀਆਂ ਚੀਜ਼ਾਂ ਤੇ ਇਹੋ ਜਿਹੀਆਂ ਨੇ, ਮੇਰੇ ਖਿਆਲ ਇਹਨਾਂ ਦਾ ਪਤਾ ਕਰਨਾ ਚਾਹੀਦਾ ਵੀ ਕਿਸੇ ਨੇ ਬਾਥਰੂਮ 'ਚ ਫਸਾਈ, ਕਿਸੇ ਨੇ ਕੰਧਾਂ 'ਚ ਫਸਾਈ, ਕਿਸੇ ਨੇ ਗੋਦਾਮ 'ਚ ਦਿੱਤੀ। ਪਿਛਲੇ ਦਿਨ ਇੱਕ ਉਹ ਵੀ ਲੱਭੇ ਸੀ, ਉਹ ਕਹਿੰਦੇ ਯਾਰ ਘਰਦਿਆਂ ਨੂੰ ਨਹੀਂ ਸੀ ਪਤਾ, ਹੀਰੇ ਹੂਰੇ ਜੀ ਉੱਥੇ ਪਰਾਂ ਉਹ ਇੱਕ ਸਟੋਰ ਰੂਮ ਜਿਹਾ ਬਣਾਇਆ ਸੀ, ਉਹਦੇ 'ਚੋਂ ਨਿਕਲ ਆਏ। ਆਮ ਤਾਂ ਤੁਸੀਂ ਦੇਖੋ ਵੀ ਮਾਤੜ ਬੰਦੇ ਦੇ ਸਟੋਰ ਰੂਮ ਨਹੀਂ ਹੁੰਦਾ, ਚੰਗੇ ਭਲੇ ਕਮਰੇ 'ਚੋਂ ਕਿਰਲੀਆਂ ਨਿਕਲਦੀਆਂ ਹੈ ਨਾ, ਇਹਨਾਂ ਦੇ ਸਟੋਰ ਰੂਮ 'ਚ ਵੀ ਹੀਰੇ ਨਿਕਲਦੇ, ਕਰੀਏ ਕੀ? ਤੁਸੀਂ ਦੇਖੋ ਕਈ ਚੀਜ਼ਾਂ ਨੇ। ਆ ਕਿਰਲੀ ਤੋਂ ਚੇਤਾ ਆਇਆ, ਕਈਆਂ ਦੇ ਅੰਗ ਸੰਗ ਹੀ ਕਿਰਲੀਆਂ ਹੁੰਦੀਆਂ, ਜਾਣੀ ਕਿ ਕੰਧ ਦੇ ਨਾਲ ਬਲਬ ਲੱਗਾ ਸਲਾਬਿਆ ਜਾ, ਤੇ ਉੱਥੇ ਆਲੇ ਦੁਆਲੇ 5-7 ਕਿਰਲੀਆਂ ਆਮ ਹੀ ਤੁਰੀਆਂ ਫਿਰਦੀਆਂ, ਕਿਉਂਕਿ ਮੱਛਰ ਭਵੱਕੜ ਉੱਥੇ ਹੈਗੇ ਆ। ਕਈਆਂ ਨੂੰ ਕਿਰਲੀ ਤੋਂ ਡਰ ਬੜਾ ਲੱਗਦਾ ਸੀ, ਛਿਪਕਲੀ ਆ ਗਈ। ਉਹ ਕਿਰਲੀ ਨਹੀਂ ਹੁੰਦੀ ਨਾ, ਉਨਕੀ ਛਿਪਕਲੀ ਹੁੰਦੀ ਹੈ। ਹਾਂ, ਕਿਰਲੀ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ। ਜਾਣੀ ਤੁਸੀਂ ਦੇਖੋ ਉਹੀ ਚੀਜ਼ ਕਿਰਲੀ ਤੋਂ ਛਿਪਕਲੀ ਬਣ ਜਾਂਦੀ ਆ। ਆਹੋ, ਇੰਨਾ ਹੀ ਫਰਕ ਆ। ਦੇਖੋ ਇੱਕ ਗੱਲ ਹੋਰ ਮੈਂ ਜ਼ਿਕਰ ਕਰਾਂ, ਇਹ ਮੈਨੂੰ ਇਨਸੀਡੈਂਟ ਯਾਦ ਆ ਗਿਆ, ਮੈਂ ਕਰਦਾ ਨਹੀਂ ਵੀ ਕਿੱਥੇ ਸੁਣਿਆ ਕਿੱਥੇ ਨਹੀਂ ਸੁਣਿਆ। ਮਾਤੜ ਬੰਦੇ ਦਾ ਕਿਰਲੀ ਵੀ ਇੰਟਰਟੇਨਮੈਂਟ ਹੁੰਦਾ, ਉਹਨਾਂ ਦੇ ਘਰ ਦਾ ਜੀ ਹੁੰਦੀ ਹੈ ਜੀ। ਕੇਵਲ ਇਹ ਪੈਪ ਹੈ ਕੁੜਿਆ ਮੋਟੀ ਜੀ ਨਵੀਂ ਆ ਗਈ ਕਿਰਲੀ, ਇਹਦੀ ਤਾਂ ਪੂਛ ਟੁੱਟ ਗਈ ਸੀ ਪਿਛਲੇ ਹਫ਼ਤੇ। ਆਹੋ, ਉਹਦੇ ਅੰਨੇ ਆ 2 ਪੂੰਗ ਜੇ ਹੋਰ ਫਿਰਦੇ। ਅੱਛਾ ਲੈ ਕੁੜੇ, ਇਹਦੇ ਬੱਚੇ ਲੱਗਦੇ ਆ, ਉਹਨੂੰ ਉਹਦੇ 'ਚ ਵੀ ਐਂਟਰਟੇਨਮੈਂਟ ਲੱਗਦਾ, ਇਹਨਾਂ ਨੂੰ ਘਰ ਦੇ ਜੀ ਲੱਗਦੇ ਕਿਰਲੀਆਂ। ਆਮ ਹੀ ਹੁੰਦਾ, ਜਾਣੀ ਕਿ ਉਹ ਪਏ ਹੁੰਦੇ ਉੱਥੇ, ਮੰਨ ਲਓ ਰਜਾਈ ਦੇ ਵਿੱਚ ਪਏ ਆ, ਨਾਲ ਪੋਤੀਆਂ ਪੋਤੇ, ਦੋਤੀਆਂ ਦੋਤੇ ਪਏ ਉੱਥੇ, ਲੱਭੋ ਫਿਰ ਕਿਰਲੀ ਕਿੱਥੇ ਆ? ਉਹ ਬੀਬੀ ਮੈਨੂੰ ਪਤਾ, ਫੋਟੋ ਪਿੱਛੇ ਗਈ ਆ, ਉਹ ਟਾਈਮ ਪੀਸ ਪਿੱਛੇ ਗਈ ਆ, ਦੇਖਿਓ ਹੁਣ ਉਹਨੇ 2 ਮੱਛਰ ਹੈ, ਸੱਜੇ ਵਾਲੇ ਪਾਸੇ ਨੂੰ ਖਾਣਾ ਹੀ ਉਹਨੇ ਕਹਿੰਦੇ ਨਹੀਂ, ਉਹਨੇ ਖੱਬੇ ਵਾਲੇ ਪਾਸੇ ਨੂੰ ਖਾਣਾ ਹੀ। ਨਹੀਂ ਉਹ ਖਾਣ ਦਿੰਦੀ, ਉਹ ਵਿਚਾਰੀ ਨੇ ਇੱਕ ਨਹੀਂ ਖਾਦਾ, ਇਹਨੇ 3 ਖਾ ਲਈ ਮੱਛਰ। ਉਹਦਾ ਵਿਚਾਰੇ ਦਾ ਐਂਟਰਟੇਨਮੈਂਟ ਹੀ ਉੱਥੇ ਹੁੰਦਾ। ਦੇਖੋ ਇਹ ਗੱਲਾਂ ਜੇ ਤਾਂ ਤੁਹਾਡੇ ਦਿਮਾਗ 'ਚ ਆ ਗਈਆਂ ਵੀ ਅਸੀਂ ਚੇਤੇ ਕਰਾਈਆਂ, ਕਦੀ ਕਿਰਲੀ ਇਦਾਂ ਮੱਛਰ ਖਾਂਦੀ ਤੁਸੀਂ ਗਿਣੀ ਹੋਵੇ, ਜਾਂ ਦਿਮਾਗ 'ਚ ਆਈ ਹੋ ਵੀ ਯਾਰ ਹੈ ਸੀਗਾ ਪਿੰਡ ਦੇ ਹਿਸਾਬ ਨਾਲ, ਤੇ ਜ਼ਰੂਰ ਟਿੱਪਣੀ ਕਰ ਦਿਓ, ਕਿਉਂਕਿ ਇਹ ਵੀ ਇੱਕ ਐਂਟਰਟੇਨਮੈਂਟ ਆ ਜਿਹੜਾ ਮੁੱਕ ਗਿਆ ਪੰਜਾਬੀਆਂ ਦਾ। ਮੁੱਕ ਗਿਆ। ਆਮ ਹੀ ਹੁੰਦਾ ਸੀ, ਸੰਧਾਲੀਆ ਸਾਹਿਬ ਕੰਧ ਤੇ ਕੀੜੀਆਂ ਚੜੀਆਂ ਜਾਣੀਆਂ, ਉਹਨਾਂ ਨੂੰ ਕੋਈ ਥੋੜੀ ਕਹਿੰਦੇ ਕੀੜੀਆਂ ਨੂੰ ਬਾਹਰ ਕੱਢ ਦਿਓ, ਕਿਉਂਕਿ ਕੱਚਾ ਹੁੰਦਾ ਸੀ, ਕੱਚੇ ਦੇ ਵਿੱਚ ਦੀਆਂ ਕੀੜੀਆਂ ਨਿਕਲਣੀਆਂ, ਉਹਨਾਂ ਨੇ ਛੱਤ 'ਚ ਵੜੀ ਜਾਣਾ, ਇੱਧਰ ਐਂ ਡਾਰ ਵੱਜੀ ਹੋਣੀ। ਕਈ ਵਾਰੀ ਮੂਹਰਿਓਂ ਵੀ ਆਉਂਦੀਆਂ ਹੁੰਦੀਆਂ, ਐਂ ਉੱਪਰ ਨੂੰ ਜਾਈ ਜਾਣੀ, ਉਹਨਾਂ ਨੇ ਥੱਲੇ ਆ ਜਾਣਾ। ਆਮ ਹੀ ਹੁੰਦਾ ਸੀ, ਉੱਪਰਲੀ ਕੀੜੀ ਆਈ ਜਾਂਦੀ ਇੱਕ ਦੂਜੇ ਮੂਹਰੇ, ਉਹਨਾਂ ਲੜਨਾ ਨਹੀਂ, ਐਂ ਇੱਕ ਵਾਰੀ ਪਿੱਛੇ ਜਾ ਕੇ ਬਾਹਰ ਨੂੰ ਚੱਲ ਜਾਣਾ। ਤੁਸੀਂ ਇਹ ਦੇਖੋ, ਉਦੋਂ ਬੰਦਾ ਸੀ। ਹਾਂ,
ਤੇ ਉਹ ਕੀੜੀਆਂ ਦੀ ਡਾਰ ਵੇਂਦਾ ਹੈ ਜੀ। ਅੱਜ ਦੀ ਡੇਟ ਦੇ ਵਿੱਚ ਬੰਦਾ ਬੰਦੇ ਨੂੰ ਦੇਖ ਕੇ ਰਾਜੀ ਨਹੀਂ ਉਸੇ ਤਰ੍ਹਾਂ ਹੀ ਸੜਕ ਦੇ ਉੱਪਰ ਕੀੜੀਆਂ ਦੀ ਡਾਰ ਗੱਡੀਆਂ ਦੀ ਲੱਗੀ ਹੁੰਦੀ ਤੇ ਉਹਦੇ 'ਚ ਖੁਦ ਕੀੜੀ ਬਣਿਆ ਹੁੰਦਾ ਨਹੀਂ ਬਸ ਇੰਨਾ ਹੀ ਫਰਕ ਹੈ ਤੇ ਆਪਾਂ ਕਹਿੰਦੇ ਤਰੱਕੀ ਕਰ ਗਏ ਤਰੱਕੀ ਕਰ ਗਏ। ਚਲੋ ਸੰਧਾਲੀਆ ਸਾਹਿਬ ਹੁਣ ਆਪਾਂ ਤਰੱਕੀ ਕਰਦੇ ਹਾਂ, ਸਿਆਸੀ ਤਰੱਕੀ। ਅੱਛਾ ਜੀ। ਅੱਜ ਬੜੀ ਚਰਚਾ ਚੱਲਣੀ ਆ ਸਾਰਾ ਹੀ ਦਿਨ ਸ਼੍ਰੋਮਣੀ ਅਕਾਲੀ ਦਲ ਦੀ। ਤੁਸੀਂ ਦੇਖੋ ਖੇਤਰੀ ਪਾਰਟੀ ਹੈ, ਬਹੁਤ ਲੰਬਾ ਚੌੜਾ ਇਤਿਹਾਸ ਹੈ। ਮੈਨੂੰ ਲੱਗਦਾ ਕਈ ਜਿਹੜੀਆਂ 10 ਕੁ ਪਾਰਟੀਆਂ ਦਾ ਵੀ ਆਪਾਂ ਪੂਰਾ ਕਾਰਜਕਾਲ ਦੇਖ ਲਈਏ ਤਾਂ ਉਹ ਸਾਰਾ ਹੀ ਜੋੜ ਲਈਏ ਅਕਾਲੀ ਦਲ ਜਿੰਨੇ ਸਾਲ ਨਹੀਂ ਬਣਦੇ। 100 ਸਾਲ ਦਾ ਇਤਿਹਾਸ ਮਨਾਇਆ, ਕਈ ਕੁਛ ਜਣੀ ਚਰਚਾ 'ਚ ਰਿਹਾ। ਅੱਜ ਜਗਮੀਤ ਸਿੰਘ ਬਰਾੜ ਸਾਹਿਬ ਨੇ 7 ਸੁਝਾਅ ਦਿੱਤੇ। ਮੈਂ ਅੱਗੋਂ ਸ਼ੁਰੂ ਕਰਨ ਲੱਗਾ, ਪਿੱਛੇ ਨੂੰ ਤੁਸੀਂ ਚੱਲ ਜਾਓ ਕਿਉਂਕਿ ਉਹ ਕੰਮ ਥੋੜ੍ਹਾ ਚੀੜਾ। ਜਗਮੀਤ ਸਿੰਘ ਬਰਾੜ ਅਕਾਲੀ ਦਲ ਦੇ ਲੀਡਰ ਨੇ, ਉਹ ਕਹਿੰਦੇ ਸੀ ਹੁਣ ਤਾਂ ਆਖਰੀ ਸਾਹ ਤੱਕ ਅਕਾਲੀ ਰਹਿਣਾ, ਸੇਵਾ ਕਰਨੀ ਅਕਾਲੀ ਦਲ ਦੀ, ਠੀਕ ਹੈ। ਉਹ ਕਹਿੰਦੇ ਜੀ ਦੇਖੋ ਮੈਂ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ, ਕਿ ਪਹਿਲੀ ਗੱਲ ਕਿ ਆਪਾਂ ਜੇ ਪਾਰਟੀ ਮਜ਼ਬੂਤ ਕਰਨੀ ਹੈ, 3 ਸੀਟਾਂ ਤੇ ਰਹਿ ਗਏ ਹਾਂ, ਆਪਾਂ ਸਾਰੇ ਜਣੇ ਅਸਤੀਫੇ ਦੇ ਦਈਏ। ਪ੍ਰਧਾਨ ਸਾਹਿਬ ਵੀ ਦੇ ਦੇਣ, ਕੋਰ ਕਮੇਟੀ ਵੀ ਦੇ ਦੇਵੇ, ਸਾਰੇ ਹੀ ਜਾਣੇ ਅਸਤੀਫੇ ਜਨਰਲ ਸਕੱਤਰ ਜਨਰਲ ਨੂੰ, ਸਰਪ੍ਰਸਤ ਸਾਹਿਬ ਨੂੰ ਐ ਜਾ ਕੇ ਫੜਾ ਦਈਏ। ਪਹਿਲੀ ਗੱਲ ਕਹਿੰਦੇ ਜੀ ਇਹ ਕਰਨਾ ਜ਼ਰੂਰੀ ਹੈ, ਇਹਦੇ ਤੋਂ ਨਾ ਪਾਰਟੀ ਉੱਠਣੀ ਨਹੀਂ। ਦੂਜੀ ਗੱਲ, ਇਹ ਸਲਾਹ ਮੈਨੂੰ ਪਤਾ ਕਿੱਦਾਂ ਲੱਗੀ, ਮਾਫੀ ਚਾਹੁੰਦਾ, ਅਗਲੀ ਤੁਸੀਂ ਬਾਅਦ ਦੱਸ ਦਿਓ। ਜਿੱਦਾਂ ਮੰਨ ਲਓ ਆਪਾਂ 2 ਜਣੇ ਖਲੋਤੇ ਨੇ ਤੇ ਪਰੇ ਪੰਚਾਇਤ ਦੇ ਵਿੱਚ, ਜਾਣੀ ਆਪਾਂ ਨੂੰ ਖੜੇ ਕਿਉਂ ਆ, ਬਾਕੀ ਬੈਠੇ ਆ। ਨਹੀਂ ਵੈਸੇ ਹੀ ਗੱਲ, ਮਤਲਬ ਉਹ ਕਾਰਨਾਂ 'ਚ ਨਹੀਂ ਜਾਣਾ, ਕਾਰਨਾਂ 'ਚ ਬਾਅਦ ਜਾਣੇ, ਸਾਜ਼ਿਸ਼ਾਂ 'ਚ। ਤੁਸੀਂ ਆ ਸਾਰੀਆਂ ਉਂਗਲਾਂ ਦੇ ਵਿੱਚ ਮੁੰਦੀਆਂ ਪਾਈਆਂ, ਕਿਸੇ 'ਚੋਂ 2-2 ਵੀ, ਇੱਕ ਨੀਲਾ ਕਾਲਾ ਜਾਂ ਨਗ ਜਾਂ ਇੱਕ 'ਚ ਫਸਾਇਆ ਹੁੰਦਾ ਹੈ ਨਾ, ਉਦੋਂ ਬਾਅਦ ਕੜਾ ਵੀ, ਬਰੈਸਲੇਟ ਵੀ, ਤੇ ਚੈਨੀ ਚੂਨੀ ਹੈ ਨਾ। ਤੇ ਮੇਰੇ ਕੋਲ ਇੱਕ ਹੋਰ ਕੁਛ ਨਹੀਂ ਹੈਗਾ, ਇੱਕ ਕੜਾ ਆ, ਜਾਂ ਮੰਨ ਲਓ ਇੱਕ ਅੱਧੀ ਕੋਈ ਚਾਂਦੀ ਦੀ ਮੁੰਦੀ ਜੀ ਪਾਈ ਹੈ ਨਾ, ਵੀ ਗੁੱਸਾ ਗਾਸਾ ਜਾਂ ਨਾ ਆਵੇ। ਤੇ ਮੈਂ ਸਲਾਹ ਦੇਵਾਂ, ਵੇਖੋ ਜੀ ਅਸੀਂ ਦੋਵੇਂ ਹੀ ਆਪਣੇ ਸਾਰੇ ਗਹਿਣੇ ਇੱਥੇ ਰੱਖਦੇ ਨੇ ਤੁਹਾਡੇ ਸਾਹਮਣੇ। ਇਹ ਸਲਾਹ ਉਦੋਂ ਲੱਗੀ ਲੱਗੀ ਏਦਾਂ ਹੀ, ਪਰ ਕਰੀਏ ਕੀ? ਆਲੇ ਹੁਣ ਜਿਹੜੇ ਬੰਦੇ ਕੋਲੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਤੁਹਾਡੀਆਂ ਸਾਰੀਆਂ ਉਹ ਭਰੀਆਂ ਹੋਣਗੀਆਂ, ਆਵੇਂ ਕਿ ਸਾਰੇ ਲਾਹ ਕੇ ਰੱਖਦੇ। ਆਲੇ ਤੁਸੀਂ ਮੇਰਾ ਵੀ ਅੱਗੇ ਤੁਸੀਂ ਕਿੱਦਾਂ ਮੰਨੋਗੇ? ਚਲੋ ਜਗਮੀਤ ਸਿੰਘ ਬਰਾੜ ਸਾਹਿਬ ਨੇ ਦੂਸਰੀ ਗੱਲ ਆਖੀ। ਉਹ ਕਹਿੰਦੇ ਜੀ ਦੇਖੋ ਇੱਕ ਆਪਾਂ ਸਿਧਾਂਤ ਬਣਾਈਏ ਜੇ ਪਾਰਟੀ ਬਚਾਉਣੀ ਆ, ਪਰਿਵਾਰਵਾਦ ਤੋਂ ਪਾਰਟੀ ਨੂੰ ਬਾਹਰ ਕੱਢਣਾ। ਇੱਕ ਪਰਿਵਾਰ ਇੱਕ ਅਹੁਦਾ, ਸਖਤੀ ਨਾਲ ਪਾਲਣਾ ਕਰੀਏ ਕਹਿੰਦੇ ਜੀ ਇਸ ਨਿਯਮ ਦੀ, ਕਿ ਜਾਣੀ ਇੱਕ ਟੱਬਰ ਦੇ ਕੋਲੇ ਇੱਕ ਹੀ ਅਹੁਦਾ ਹੋ ਸਕਦਾ, ਦੂਸਰਾ ਅਹੁਦਾ ਨਹੀਂ ਹੋਣਾ ਚਾਹੀਦਾ। ਇਹ ਗੱਲ ਤੇ ਵੀ ਉਦੀ ਲੱਗਦੀ ਤੁਹਾਨੂੰ? ਹਾਂਜੀ, ਮੈਂ ਤਾਂ ਉਹ ਨਹੀਂ ਰੱਖਦੇ, ਹੁਣ ਤੁਹਾਨੂੰ ਆਪਣੇ ਵੀ ਦੱਸਿਆ। ਚਲੋ ਹੁਣ ਜਗਮੀਤ ਸਿੰਘ ਬਰਾੜ ਦੀ ਸਲਾਹ ਤੁਹਾਨੂੰ ਨਜ਼ਰ ਆਉਣੀ ਆ, 2 ਬੰਦੇ ਖਲੋਤੇ ਨਜ਼ਰ ਆਉਣੇ ਆ, ਹੱਥਾਂ 'ਚ ਕੀ ਪਾਇਆ ਉਹ ਨਜ਼ਰ ਆਉਣਾ। ਤੀਸਰੀ ਗੱਲ ਦੇਖੋ, ਉਹ ਕਹਿੰਦੇ ਜੀ ਬਲਵਿੰਦਰ ਸਿੰਘ ਭੂੰਦੜ ਸਾਹਿਬ ਬੜੇ ਸੀਨੀਅਰ ਮੋਸਟ ਨੇ ਆਪਣੀ ਪਾਰਟੀ ਦੇ, ਜਾਣੀ ਅਕਾਲੀ ਦਲ ਬਾਦਲ ਦੇ, ਜਾਣੀ ਸ਼੍ਰੋਮਣੀ ਅਕਾਲੀ ਦਲ ਦੇ। ਉਹ ਕਹਿੰਦੇ ਜੀ ਭੂੰਦੜ ਸਾਹਿਬ ਨੂੰ, ਉਹਨਾਂ ਨੂੰ ਥੋੜ੍ਹਾ ਜਿਹਾ ਅਧਿਕਾਰ ਦਿਓ ਕਿ ਉਹ ਸਾਰੇ ਪੰਥਕ ਲੀਡਰਾਂ ਨਾਲ ਤਾਲਮੇਲ ਕਰਨ। ਢਾਂਚਾ ਭੰਗ ਹੈ, ਅਸਤੀਫੇ ਗਏ ਆ, ਭੂੰਦੜ ਸਾਹਿਬ ਕੋਲ ਅਧਿਕਾਰ ਹੋਣ ਕਿ ਉਹ ਸਾਰੇ ਸਿੱਖ ਲੀਡਰਾਂ ਦੇ ਨਾਲ ਤਾਲਮੇਲ ਕਰਨ, ਜਿਹੜੇ ਪਾਰਟੀ ਚੋਂ ਪਰੇ ਚਲੇ ਗਏ ਆ ਉਹਨਾਂ ਨੂੰ ਵਾਪਸ ਲਿਆਉਣ ਦੀ ਲੋੜ ਹੈ। ਫਿਰ ਉਹਨਾਂ ਨੇ ਐਗਜ਼ਾਮਪਲ ਦਿੱਤੇ, ਉਦਾਹਰਨ ਬਲਵੰਤ ਸਿੰਘ ਰਾਮੂਵਾਲੀਆ ਨਾਲ ਕਹਿੰਦੇ ਗੱਲਬਾਤ ਕਰਕੇ ਵਾਪਸ ਲਿਆਈਏ, ਸੁਖਦੇਵ ਸਿੰਘ ਢੀਂਡਸਾ ਸਾਹਿਬ ਨਾਲ ਗੱਲਬਾਤ ਕਰਕੇ ਵਾਪਸ ਲਿਆਈਏ। ਫਿਰ ਉਹਨਾਂ ਨੇ ਕਿਹਾ ਜੀ ਕੈਪਟਨ ਕਮਲਜੀਤ ਸਿੰਘ ਦਾ ਟੱਬਰ ਵਾਪਸ ਲਿਆਈਏ। ਫਿਰ ਉਹ ਕਹਿੰਦੇ ਜੀ ਮਨਜੀਤ ਸਿੰਘ ਜੀਕੇ ਨੂੰ ਵਾਪਸ ਲਿਆਈਏ। ਫਿਰ ਕਹਿੰਦੇ ਜੀ ਪਰਮਜੀਤ ਸਿੰਘ ਸਰਨਾ ਹੋਰਾਂ ਨੂੰ ਵਾਪਸ ਲਿਆਈਏ। ਫਿਰ ਕਹਿੰਦੇ ਜੀ ਟੌੜਾ ਸਾਹਿਬ ਦਾ ਟੱਬਰ ਵਾਪਸ ਲਿਆਈਏ। ਤਲਵੰਡੀ ਸਾਹਿਬ ਦਾ ਸਾਰਾ ਹੀ ਟੱਬਰ ਕਹਿੰਦੇ ਜੀ ਇੱਕ ਮੁੱਠ ਕਰਕੇ ਇਹਦੇ ਲਈ। ਮੈਂ ਥੋੜੇ ਨਾਲ ਲਏ ਆ, ਉਹਨਾਂ ਨੇ ਕਹਿੰਦੇ ਨਾਲ ਹੀ ਕਹਤਾ, ਕਹਿੰਦੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਗਮੀਤ ਸਿੰਘ ਬਰਾੜ ਸਾਹਿਬ ਦੀਆਂ ਇਹ ਸਲਾਹਾਂ ਨੇ 7। ਕਹਿੰਦੇ ਬੀਬੀ ਕਰਨਜੋਤ ਕੌਰ, ਉਹ ਕਿਆ ਕੁਰਬਾਨੀ ਹੈ ਉਹਨਾਂ ਦੇ ਪਰਿਵਾਰ ਦੀ, ਕਿਆ ਸੂਝਵਾਨ ਨੇ, ਕਿਆ ਸਿਆਣਪ ਹੈ, ਉਹਨਾਂ ਨੂੰ ਆਪਾਂ ਅੱਗੇ ਲਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ। ਗੱਲ ਕਹਿੰਦੇ ਬਣਦੀ ਫੇਰ ਹੈ ਜੇ ਆਪਾਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵਧੀਆ ਤਰੀਕੇ ਦੇ ਨਾਲ ਅੱਗੇ ਚਲਾਉਣਾ। ਨਹੀਂ ਠੀਕ ਹੈ, ਚਲੋ ਬਰਾੜ ਸਾਹਿਬ ਨੇ ਸਲਾਹਾਂ ਦੇ ਦਿੱਤੀਆਂ। ਵੇਖੋ ਇੱਕੋ ਕਹਿੰਦੇ ਨੇ ਵੀ ਮਤਲਬ, ਉਹ ਕਹਿੰਦਾ ਜਨਾਬ ਮੈਂ ਸਤਿ ਸ੍ਰੀ ਅਕਾਲ ਬੁਲਾਈ, ਤੁਸੀਂ ਜਵਾਬ ਨਹੀਂ ਦਿੱਤਾ। ਉਹ ਕਹਿੰਦਾ ਸਤਿ ਸ੍ਰੀ ਅਕਾਲ ਬੁਲਾਉਣਾ ਤੇਰਾ ਫਰਜ਼ ਹੈ, ਜਵਾਬ ਦੇਣਾ ਨਾ ਦੇਣਾ ਉਹ ਸਾਡੀ ਮਰਜ਼ੀ, ਜਨਾਬ ਦੀ ਮਰਜ਼ੀ, ਜਨਾਬ ਦੀ ਮਰਜ਼ੀ ਹੈ ਨਾ। ਹੁਣ ਇੱਥੇ ਸਲਾਹਾਂ ਇਹਨਾਂ ਦੀ, ਇਹ 7 ਦੀ ਵੀ ਭਾਵੇਂ 17 ਦੇ ਦੇਣ, ਭਾਵੇਂ 70 ਸਲਾਹਾਂ ਦੇ ਦੇਣ, ਗੱਲ ਤੇ ਮੰਨਣ ਵਾਲਿਆਂ ਦੇ ਨਾ ਵੀ ਉਹਨਾਂ ਮੰਨਣੀ ਕਿ ਨਹੀਂ ਮੰਨਣੀ। ਨਹੀਂ ਵੈਸੇ ਉਹਨਾਂ ਨੇ ਤਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਇੱਕ ਮਤਾ ਜਿਹੜਾ ਸੀ ਬਹੁਤ ਪੁਰਾਣਾ, ਉਹਦਾ ਵੀ ਜ਼ਿਕਰ ਕੀਤਾ ਕਿ ਉਹਨਾਂ ਦੇ ਉੱਤੇ ਚੱਲਣਾ ਪਊਗਾ, ਫਿਰ ਗੱਲ ਜਿਹੜੀ ਆ ਉਹ ਬਣਦੀ ਹੈ। ਤੇ ਜੇ ਉਹਨਾਂ ਦੇ ਉੱਤੇ ਚੱਲਾਂਗੇ ਨਹੀਂ ਤਾਂ ਫਿਰ ਔਖਾ ਹੋ ਜਾਂਦਾ। ਚਲੋ 7 ਸਲਾਹਾਂ ਨੇ, ਉਹ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪਾਰਟੀ ਦੇ ਪ੍ਰਧਾਨ ਨੇ, ਐਕਟਿੰਗ ਪ੍ਰਧਾਨ ਨੇ, ਢਾਂਚਾ ਭੰਗ ਹੈ, ਉਹਨਾਂ ਤੱਕ ਵੀ ਅਪੜ ਗਈਆਂ, ਪਾਰਟੀ ਦੇ ਵਰਕਰਾਂ ਤੱਕ ਵੀ ਅਪੜ ਗਈਆਂ। ਪਰ ਸਭ ਤੋਂ ਵੱਡਾ ਸਵਾਲ ਹੈ ਕਿ ਲੋੜ ਕਿਉਂ ਪਈ, ਇੱਥੇ ਤੱਕ ਨੌਬਤ ਕਿਉਂ ਆ ਗਈ ਨਾ, ਕਿ ਉਹ ਆਮ ਹੀ ਜਗਮੀਤ ਸਿੰਘ ਬਰਾੜ ਸਾਹਿਬ ਤਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਬਰਾਬਰ ਹੁਣ ਰੈਲੀ ਦੇ ਵਿੱਚ ਬਹਿੰਦੇ ਸੀ, ਉਹਨਾਂ ਨੂੰ ਟਿਕਟ ਵੀ ਦਿੱਤੀ, ਮਲੂਕਾ ਸਾਹਿਬ ਨੂੰ ਅੱਧਾ ਕੁ ਗੁੱਸੇ ਕਰਕੇ ਟਿਕਟ ਦਿੱਤੀ ਸੀ,
ਹੁਣ ਉਹੀ ਚਿੱਠੀਆਂ ਲਿਖਣ ਲੱਗ ਪਏ, ਸਵਾਲ ਖੜੇ ਹੋ ਗਏ। ਇਹ ਹੋ ਗਏ ਸਵਾਲ ਖੜੇ, ਪਰ ਦੇਖੋ ਕਾਰਨ ਹੈ ਵੀ ਇਹ ਤਾਂ ਸਲਾਹਾਂ ਇੱਧਰ ਰਹਿ ਗਈਆਂ, ਪਰ ਦੂਜੇ ਪਾਸੇ ਮੀਟਿੰਗ ਵੱਡੀ ਹੋਈ। ਮੀਟਿੰਗ ਵੱਡੀ ਦੇ ਵਿੱਚ ਵੱਡੇ ਲੀਡਰ ਸਾਹਿਬਾਨ ਅਕਾਲੀ ਦਲ ਦੇ ਸੱਦੇ ਗਏ, ਐਂਡ ਉੱਥੇ ਫਿਰ ਚਰਚਾ ਸੀ ਵੀ ਮਹਾਰਾਜ ਇਹ ਹੁਣ ਕਰੀਏ ਕੀ, ਦਾ ਹੱਲ ਕਰਨਾ ਪੈਣਾ ਕੋਈ ਨਾ ਕੋਈ। ਉਹਦੇ 'ਚ ਗੱਲ ਜਿਹੜੀ ਇਕਬਾਲ ਸਿੰਘ ਝੁੰਦਾ ਸਾਹਿਬ ਨੇ ਸ਼ੁਰੂ ਕੀਤੀ, ਉਹ ਕਹਿੰਦੇ ਦੇਖੋ ਕਾਰਨ ਇਹ ਆ ਵੀ ਕੱਲ੍ਹ ਆਪਾਂ ਜ਼ਿਕਰ ਕੀਤਾ ਸੀ ਪਵਾਰ ਸਾਹਿਬ ਦੇ ਬਿਆਨ ਦਾ, ਸ਼ਰਦ ਪਵਾਰ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਬੀਜੇਪੀ ਅਲੱਗ-ਅਲੱਗ ਖੇਤਰੀ ਪਾਰਟੀਆਂ ਦੇ ਨਾਲ ਗੱਠਜੋੜ ਕਰਦੀ, ਫਿਰ ਉਹਨੂੰ ਖਤਮ ਕਰਦੀ। ਸੇਮ ਚੀਜ਼ ਉਹਨਾਂ ਨੇ ਇੱਥੇ ਕਹੀ। ਉਹ ਕਹਿੰਦੇ ਵੀ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਕਿ ਬੀਜੇਪੀ ਦੇ ਨਾਲ ਉਹਨਾਂ ਨੇ ਪਹਿਲਾਂ ਗੱਠਜੋੜ ਕੀਤਾ ਸੀ, ਫਿਰ ਬੀਜੇਪੀ ਨੇ ਉਹਨਾਂ ਖੇਤਰੀ ਪਾਰਟੀਆਂ ਨੂੰ ਖਤਮ ਕੀਤਾ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਅੱਗੇ ਕਰ ਲਿਆ। ਕਹਿੰਦੇ ਇਹ ਚੀਜ਼ ਅਕਾਲੀ ਦਲ ਨਹੀਂ ਹੋਣ ਦਊਗਾ। ਕਹਿੰਦੇ ਵੀ ਇਹ ਜਿਹੜੀ ਸਾਜ਼ਿਸ਼ ਹੈ ਇਹਨੂੰ ਸਮਝੋ। ਪੂਰੀਆਂ ਉਹਨਾਂ ਨੇ ਮਤਲਬ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਉਹਨਾਂ ਨੂੰ ਵੀ, ਪਲੱਸ ਜਿਹੜੇ ਪੰਥਕ ਹੋਰ ਲੋਕ ਨੇ ਜਾਂ ਜਿਹੜੀਆਂ ਸਿੱਖ ਸੰਗਤਾਂ ਨੇ, ਸਾਰਿਆਂ ਨੂੰ ਕਿਹਾ। ਉਹ ਕਹਿੰਦੇ ਵੀ ਅਕਾਲੀ ਪਾਰਟੀ ਜਿਹੜੀ ਹੈ ਉਹ ਪੰਥ ਦੀ ਪਾਰਟੀ ਆ, ਨਾਲੇ ਅੱਜ ਦੀ ਪਾਰਟੀ ਹੈ ਨਹੀਂ। ਤੁਸੀਂ ਦੇਖੋ ਜੇ ਮੈਂ ਗਲਤ ਨਹੀਂ ਤੇ ਸ਼ਾਇਦ ਦੂਜੇ ਨੰਬਰ ਦੀ ਸਭ ਤੋਂ ਪੁਰਾਣੀ ਪਾਰਟੀ ਆ ਇੰਡੀਆ ਦੀ। ਪਹਿਲੀ ਕਾਂਗਰਸ ਹੋ ਗਈ, ਉਸ ਤੋਂ ਬਾਅਦ ਅਕਾਲੀ ਦਲ, ਇੱਕ ਸਦੀ ਪੁਰਾਣੀ ਪਾਰਟੀ। ਕਹਿੰਦੇ ਵੀ ਉਸ ਸ਼ਾਨਾ ਮਤ ਇਤਿਹਾਸ ਵਾਲੀ ਪਾਰਟੀ ਨੂੰ ਜੇ ਆਖੀਏ ਵੀ ਇਹ ਬੰਦੇ ਖਤਮ ਕਰ ਲੈਣਗੇ, ਇੱਦਾਂ ਨਹੀਂ ਹੋਣਾ। ਇਹ ਜਿਹੜੀ ਪਾਰਟੀ ਇਹਨੇ ਮੁੜ ਤੋਂ ਇੱਕ ਵਾਰ ਸੁਰਜੀਤ ਹੋਣਾ। ਦੂਸਰੀ ਗੱਲ ਕਹਿੰਦੇ ਪਿਛਲੇ ਦਿਨੀ ਚਰਚਾ ਚਲਾ ਦਿੱਤੀ ਗਈ ਸੀ ਵੀ ਹਾਂਜੀ ਪ੍ਰਧਾਨ ਸਾਹਿਬ ਦਾ ਅਸਤੀਫਾ ਮੰਗਿਆ ਗਿਆ, ਜਿਹੜੀ ਕਮੇਟੀ ਵਾਲੀ ਸੀ। ਉਹ ਕਹਿੰਦੇ ਮੈਂ ਫਿਰ ਕਲੀਅਰ ਕਰਦਾ ਵੀ ਉਹਦੇ 'ਚ ਕੋਈ ਅਸਤੀਫੇ ਵਾਲੀ ਗੱਲਬਾਤ ਨਹੀਂ ਹੈਗੀ। ਫਿਰ ਨਾਲ ਵਿਰਸਾ ਸਿੰਘ ਵਲਟੋਆ ਸਾਹਿਬ ਜੀ ਉਹਨਾਂ ਦਰਾ ਕੇ ਕਿਹਾ 3 ਰਾਂ। ਉਹ ਕਹਿੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸੀਗੇ, ਪ੍ਰਧਾਨ ਹੈਗੇ ਆ ਤੇ ਪ੍ਰਧਾਨ ਰਹਿਣਗੇ। ਫਿਰ ਉਹ ਆ ਗਏ 41 ਸਾਹਿਬ ਦੇ ਆਗੂ। ਉਹ ਕਹਿੰਦੇ ਵੀ ਹਾਂ ਬੰਦੇ ਉੱਧਰ ਮਿਲੇ ਮੁਲੇ ਨੇ ਇਹ ਉਹ ਟਾਈਪ, ਤੇ ਇਹ ਗੱਲਾਂ ਕੁਝ ਠੀਕ ਨਹੀਂ ਆ। ਅੱਗੇ ਫਿਰ 41 ਸਾਹਿਬ ਜਦੋਂ ਆ ਗਏ ਤੇ ਫਿਰ ਜਿਹਦੇ ਨਾਲ ਮਿਲੇ ਸੀ ਸਿਰਸਾ ਸਾਹਿਬ ਆ ਗਏ, ਉਦੋਂ ਅੱਗੇ ਫਿਰ ਇਹ ਇਉਂ ਬਿਆਨ ਕੀਤਾ ਵੀ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਸ਼੍ਰੋਮਣੀ ਅਕਾਲੀ ਦਲ 'ਚ ਸੰਕਟ ਹੈਗਾ। ਕੋਈ ਅਕਾਲੀ ਦਲ ਦਾ ਵਰਕਰ, ਕੋਈ ਲੀਡਰ ਇਸ ਗੱਲ ਤੋਂ ਇਨਕਾਰੀ ਵੀ ਨਹੀਂ। ਤੁਸੀਂ ਝੁੰਦਾ ਸਾਹਿਬ ਤੋਂ ਗੱਲ ਸ਼ੁਰੂ ਕੀਤੀ, ਸਰਦਾਰ ਇਕਬਾਲ ਸਿੰਘ ਝੁੰਦਾ, ਕਿਉਂਕਿ ਉਹ ਕਮੇਟੀ ਦੇ ਹੈੱਡ ਸਨ ਜਿਨ੍ਹਾਂ ਨੇ ਉਹ ਰਿਪੋਰਟ ਤਿਆਰ ਕੀਤੀ। ਜਿੱਥੋਂ ਗੱਲ ਸ਼ੁਰੂ ਹੋਈ, ਹਾਂ, ਜਿੱਥੋਂ ਗੱਲ ਸ਼ੁਰੂ ਹੋਈ ਉਹ ਮੰਨੇ। ਉਹ ਕਹਿੰਦੇ ਜੀ ਗਲਤੀਆਂ ਹੋਈਆਂ, ਕਮੀਆਂ ਰਹੀਆਂ, ਕਬੂਲ ਕਰਦੇ ਹਾਂ, ਪਰ ਪਾਰਟੀ ਨੂੰ ਅੱਗੇ ਅਸੀਂ ਮਜ਼ਬੂਤ ਕਰਨਾ। ਠੀਕ ਹੈ ਉਹਨਾਂ ਦੀ ਗੱਲ। ਹਾਂ, ਜਿੱਦਾਂ ਜਿਸ ਤਰੀਕੇ ਦੇ ਨਾਲ ਵਿਰਸਾ ਸਿੰਘ ਬਲਟੋਆ ਸਾਹਿਬ ਨੇ ਉਹਨਾਂ ਨੇ ਵਾਰ-ਵਾਰ ਕਿਹਾ, ਉਹ ਕਹਿੰਦੇ ਜੀ ਆ ਤੁਸੀਂ ਮੀਡੀਆ ਵਾਲਿਆਂ ਨੂੰ ਵੀ ਕਿਹਾ, ਕਹਿੰਦੇ ਤੁਸੀਂ ਮਾਈਕ ਚੱਕ ਕੇ ਸਾਨੂੰ ਬਾਰ-ਬਾਰ ਤੁਸੀਂ ਦੱਸੋ ਜੀ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਅਸਤੀਫਾ ਕਦੋਂ, ਤੁਸੀਂ ਦੱਸੋ ਅਸਤੀਫਾ। ਕਹਿੰਦੇ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨ, 3 ਜ਼ਿਲ੍ਹਾ ਪ੍ਰਧਾਨਾਂ ਨੂੰ ਛੱਡ ਕੇ ਜਿਹੜੇ ਐਕਟਿੰਗ ਪ੍ਰਧਾਨ ਨੇ, ਸਾਰੇ ਇਕੱਠੇ ਹੋਏ, ਸਾਰਿਆਂ ਨੇ ਕਹਿੰਦੇ ਜੀ ਪੂਰਨ ਭਰੋਸਾ ਪ੍ਰਗਟ ਕੀਤਾ, ਤੇ ਭਰੋਸਾ ਹੀ ਨਹੀਂ ਪ੍ਰਗਟ ਕੀਤਾ, ਉਹ ਇੱਕ ਪਲਾਂਘਾਂ ਗਏ। ਉਹ ਕਹਿੰਦੇ ਜੀ ਸਾਨੂੰ ਮਾਣ ਆ ਕਿ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ 'ਚ ਕੰਮ ਕਰਦੇ ਹਾਂ। ਉਹ ਸਾਡੇ ਦੂਰਅੰਦੇਸ਼ੀ ਵਾਲੇ ਪ੍ਰਧਾਨ ਨੇ। ਉਹਨਾਂ ਨੇ ਕਹਿੰਦੇ ਜੀ 7 'ਚ ਅਕਾਲੀ ਦਲ ਜਿੱਤਿਆ, 8 'ਚ ਪ੍ਰਧਾਨ ਬਣੇ ਤੇ ਇਤਿਹਾਸ ਸਿਰਜਿਆ 12 ਦੇ ਵਿੱਚ, ਜਦੋਂ ਲਗਾਤਾਰ ਦੂਸਰੀ ਵਾਰੀ ਅਕਾਲੀ ਦਲ ਦੀ ਸਰਕਾਰ ਬਣੀ ਹੈ। ਹੋਰ ਕੀ ਹੋ ਸਕਦਾ ਇਸ ਤੋਂ ਵੱਧ? ਕਹਿੰਦੇ ਸਾਨੂੰ ਬੜਾ ਮਾਣ ਹੈ, ਸਾਡੇ ਵਧੀਆ ਲੀਡਰ ਨੇ, ਠੋਕ ਕੇ ਸਟੈਂਡ ਲੈਂਦੇ ਆ। ਜਾਣੀ ਕਿ ਪੂਰੀ ਦੀ ਪੂਰੀ ਪ੍ਰੈਸ ਕਾਨਫਰੰਸ ਇਸ ਗੱਲ ਦੇ ਉੱਤੇ, ਜਦੋਂ ਪੱਤਰਕਾਰਾਂ ਨੇ ਕੁਝ ਹੋਰ ਸਵਾਲ ਪੁੱਛੇ ਨਾ, ਉਦੋਂ ਆਪਸ ਦੇ ਵਿੱਚ ਲੀਡਰਸ਼ਿਪ ਸਲਾਹ ਵੀ ਕਰਦੀ ਸੀ। ਕਹਿੰਦੇ ਯਾਰ ਅੱਜ ਪਤਾ ਪ੍ਰਧਾਨ ਦੇ ਲਈ ਸੀਗੀ ਪ੍ਰੈਸ ਕਾਨਫਰੰਸ, ਹੁਣ ਆਪਾਂ ਬਾਕੀ ਚੀਜ਼ਾਂ ਦੇ ਜਵਾਬ ਆਪਾਂ ਨਹੀਂ ਦਿੰਦੇ। ਜਾਣੀ ਠੋਕ ਵਜਾ ਕੇ ਇਹ ਕਿਹਾ ਗਿਆ ਕਿ ਕਮੇਟੀ ਦੀ ਰਿਪੋਰਟ ਦੇ ਵਿੱਚ ਪ੍ਰਧਾਨ ਸਾਹਿਬ ਦੇ ਉੱਤੇ ਕੋਈ ਉਂਗਲੀ ਨਹੀਂ, ਉਹਨਾਂ ਨੇ ਮਿਹਨਤ ਬੜੀ ਕੀਤੀ ਤੇ ਉਹੀ ਪ੍ਰਧਾਨ ਆਉਣ ਵਾਲੇ ਸਮੇਂ ਦੇ ਵਿੱਚ ਰਹਿਣਗੇ। ਤੇ ਨਾਲ ਉਹ ਕਹਿੰਦੇ ਪਾਰਟੀ ਦੇ ਅੰਦਰ ਆ ਕੇ ਗੱਲ ਕਰੋ ਜਿਹਨੇ ਕਰਨੀ ਹੈ। ਜੇ ਅੱਜ ਤੋਂ ਬਾਅਦ ਕਿਸੇ ਨੇ ਪਾਰਟੀ ਪਲੇਟਫਾਰਮ ਤੋਂ ਬਾਹਰ ਜਾ ਕੇ ਗੱਲ ਕੀਤੀ ਤਾਂ ਅਨੁਸ਼ਾਸਨੀ ਕਾਰਵਾਈ ਹੋ। ਤੇ ਵਿਰੋਧੀ ਧਿਰਾਂ ਨੂੰ ਵੀ ਕਹਿਤਾ ਕਿ ਜੇ ਸਾਡੇ ਪ੍ਰਧਾਨ ਸਾਹਿਬ ਵੱਲ ਤੁਸੀਂ ਉਂਗਲਾਂ ਚੁੱਕੀਆਂ, ਜੇ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਦੋਸ਼ ਲਾਏ, ਸਾਥੋਂ ਬੁਰਾ ਕੋਈ ਨਹੀਂ। ਹੁਣ ਮੀਡੀਆ ਵਾਲਿਆਂ ਨੂੰ ਵੀ ਕਹਿਤਾ ਕਿ ਭਾਈ ਕੋਈ ਪ੍ਰਧਾਨਗੀ ਨਹੀਂ ਜਾਣੀ, ਵਿਰੋਧੀ ਧਿਰਾਂ ਨੂੰ ਵੀ ਕਹਿਤਾ, ਇਹ ਵੀ ਕਹਿਤਾ ਕਿ ਪਾਰਟੀ ਇਕਮੁੱਠ ਹੋ ਕੇ ਖੜੀ ਹੈ। ਹਾਂ ਚਲੋ ਇਹ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਕਿ ਪਾਰਟੀ ਨੇ ਸਟੈਂਡ ਲੈ ਲਿਆ। ਉਹਦੇ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਨਾ ਕਿ ਸਾਡਾ ਇੱਕ ਲੀਡਰ ਹੈ, ਪਿਛਲੇ ਦਿਨੀ ਉਹ ਕਹਿੰਦੇ ਸੀ ਜ਼ਮੀਰ ਦੀ ਆਵਾਜ਼ ਦੇ ਉੱਤੇ ਮੈਂ ਬਾਈਕਾਟ ਕਰਦਾ, ਕਿਉਂਕਿ ਬਾਈਕਾਟ ਇੱਕੋ ਬੰਦੇ ਨੇ ਕੀਤਾ, ਮਨਪ੍ਰੀਤ ਸੁਹੇਵਾਲੀ ਨੇ। ਉਹ ਕਹਿੰਦੇ ਜੀ ਅੱਜ ਕੱਲ ਉਹ ਬੰਦਾ ਮਨਜਿੰਦਰ ਸਿੰਘ ਸਿਰਸਾ ਦੇ ਰਾਹੀਂ 2 ਦਿਨ ਹੋ ਗਿਆ ਦਿੱਲੀ ਜਾ ਕੇ ਬੈਠਾ, ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਗੱਲਾਂ ਬਾਤਾਂ ਕਰਦਾ। ਨਾਂ ਨਹੀਂ ਲਿਆ ਉਹਨਾਂ ਨੇ ਵਲਟੋਆ ਸਾਹਿਬ ਨੇ ਇੱਕ ਵਾਰੀ ਵੀ ਨਹੀਂ ਕਿਹਾ, ਪਰ ਉਹਨਾਂ ਨੇ 2 ਚੀਜ਼ਾਂ ਕਹੀਆਂ। ਉਹ ਕਹਿੰਦੇ ਜੀ ਜ਼ਮੀਰ ਦੀ ਆਵਾਜ਼ ਤੇ ਬਾਈਕਾਟ ਕਰਨ ਵਾਲਾ ਸਾਡਾ ਇੱਕ ਨਵਾਂ ਲੀਡਰ। ਉਹ ਕਹਿੰਦੇ ਜੀ ਅੱਜ ਕੱਲ ਮਨਜਿੰਦਰ ਸਿੰਘ ਸਿਰਸਾ ਦੇ ਕੋਲ ਦਿੱਲੀ ਜਾ ਕੇ ਬੈਠਾ, 2 ਦਿਨ ਹੋ ਗਿਆ, ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਮੁਲਾਕਾਤਾਂ ਕਰਦਾ ਹੈ। ਤੇ ਦੇਖਿਓ ਸਹੀ, ਹੁਣ ਨਾ ਤਾਂ ਅਕਾਲੀ ਦਲ ਦੇ ਵਿੱਚ ਕਿਸੇ ਹੋਰ ਨੇ ਬਾਈਕਾਟ ਕੀਤਾ, ਤੁਰੰਤ ਬਾਅਦ ਵਿਕ ਸੈਕਸ਼ਨ 500 ਕੁਇਕ ਐਕਸ਼ਨ। ਹੁਣ ਮਨਪ੍ਰੀਤ ਸਿੰਘ ਯਾਲੀ ਅਕਾਲੀ ਦਲ ਦੇ ਲੀਡਰ ਨੇ ਵਿਧਾਨ ਸਭਾ ਦੇ ਵਿੱਚ, ਉਹ ਲਾਈਵ ਹੋਏ। ਉਹ ਕਹਿੰਦੇ ਜੀ ਪਹਿਲੀ ਗੱਲ ਕਿ ਮੈਂ ਦਿੱਲੀ ਗਿਆ ਸੀ, ਹੁਣੇ ਹੀ ਆਇਆ, ਮੈਂ ਆਪਣੀ ਪਤਨੀ ਨੂੰ ਕਹਿੰਦੇ ਦਿੱਲੀੋਂ ਲੈਣ ਗਿਆ ਸੀ, ਆਹ ਟਿਕਟ ਹੈ, ਮੇਰੇ ਖਿਆਲ ਡੈਲਟਾ 에ਅਰਲਾਈਨ ਦੀ ਦਿਖਾਈ ਉਹਨਾਂ ਨੇ,
ਆਹ ਟਿਕਟ ਹੈ 1 ਵਜੇ ਕੇ ਪਤਾ ਨਹੀਂ 2 ਵਜੇ ਕੇ 5 ਮਿੰਟ ਤੇ ਉਤਰਿਆ, ਰਾਹ ਚ ਆਉਂਦਿਆਂ ਮੈਂ ਸੁਣਿਆ ਤੇ ਇਸ ਬਹੁਤ ਹੀ ਸਤਿਕਾਰਯੋਗ ਕਹਿੰਦੇ ਸਾਡੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਸਰਦਾਰ ਵਿਰਸਾ ਸਿੰਘ ਵਲਟੋਆ ਸਾਹਿਬ ਨੇ ਮੇਰੇ ਬਾਬਤ ਕਿਹਾ। ਮੈਂ ਤਾਂ ਇਹ ਗੱਲ ਬਾਰ-ਬਾਰ ਕਹਿਣਾ, ਵਲਟੋਆ ਸਾਹਿਬ ਨੇ ਨਾਂ ਨਹੀਂ ਲਿਆ ਪਰ ਨਿਸ਼ਾਨਾ ਉਧਰ ਸੀ। ਇਆਲੀ ਸਾਹਿਬ ਨੇ ਕਿਹਾ ਕਿ ਮੇਰੇ ਬਾਰੇ ਕਹਿੰਦੇ ਉਹ। ਫਿਰ ਉਹ ਕਹਿੰਦੇ ਪਹਿਲੀ ਗੱਲ ਆਹ ਫੋਟੋ ਦਿਖਾਈ ਜਾਂਦੇ ਕਹਿੰਦੇ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਤੇ, ਇਹ ਕਹਿੰਦੇ ਕਈ ਸਾਲ ਪੁਰਾਣੀ ਹੈ। ਸਿਰਸਾ ਸਾਹਿਬ ਦੀ ਦਾੜੀ ਉਦੋਂ ਕਾਲੀ ਸੀ, ਅੱਜਕੱਲ ਚਿੱਟੀ ਹੋ ਗਈ। ਨਾ ਕਹਿੰਦੇ ਕਦੇ ਮੇਰੀ ਟੈਲੀਫੋਨ ਤੇ ਗੱਲ ਹੋਈ ਆ, ਨਾ ਮੈਂ ਮਿਲਿਆ। ਮੈਂ ਪਰਿਵਾਰਕ ਕੰਮ ਤੇ ਗਿਆ ਸੀ, ਪਰਿਵਾਰ ਦੇ ਨਾਲ ਕਹਿੰਦੇ ਵਾਪਸ ਆ ਗਿਆ ਤੇ ਨਾਲ ਹੀ ਉਹਨਾਂ ਨੇ ਚੁਣੌਤੀ ਦਿੱਤੀ, ਕਹਿੰਦੇ ਮੈਂ ਕਹਿੰਦਾ ਕਿ ਘਟੀਆ ਰਾਜਨੀਤੀ ਨਾ ਕਰੋ। ਤੇ ਵਲਟੋਆ ਸਾਹਿਬ ਕਹਿੰਦੇ ਜੀ ਸਾਬਤ ਕਰ ਦਿਓ ਜੇ ਮੇਰੀ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਗੱਲ ਵੀ ਹੋਈ ਆ ਮੈਂ ਰਾਜਨੀਤੀ ਛੱਡ ਦਿੰਨਾ। ਹੁਣ ਸੰਧਾਲੀਆ ਸਾਹਿਬ ਜਦੋਂ ਅਗਲੇ ਨੇ ਕਲੀਅਰ ਹੀ ਕਰਤਾ ਕਿ ਭਾਈ ਨਾ ਮੈਂ ਮਿਲਿਆ ਨਾ ਟੈਲੀਫੋਨ ਤੇ ਗੱਲ ਹੋਈ ਹੈ ਤੇ ਮੈਂ ਰਾਜਨੀਤੀ ਛੱਡਣ ਨੂੰ ਤਿਆਰ ਆ, ਕਹਿੰਦੇ ਜੀ ਸਾਬਤ ਕਰ ਦਿਓ ਕਰੇ ਅਸੀਂ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ। ਇਹਦਾ ਮਤਲਬ ਹੈ ਕਿ ਕਿੱਥੇ ਤਾਂ ਪੰਜਾਬ ਦੇ ਮਸਲਿਆਂ ਦੀ ਗੱਲ ਸੀ, ਪੰਥਕ ਮਸਲੇ ਬੜੇ ਗੰਭੀਰ ਨੇ ਅਸੀਂ, ਤੇ ਕਿੱਥੇ ਜਦੋਂ ਆਪਾਂ ਇੱਕ ਦੂਜੇ ਦੇ ਨਾਲ ਫਸਦੇ ਆਂ ਫਿਰ ਕਹਾਣੀ ਤਾਂ ਹੋਰ ਪਾਸੇ ਚਲੇ ਗਈ ਨਾ। ਜਿਹੜੀ ਚੈਲੰਜ ਦੇਖੋ ਤਗੜੇ ਕਰਤੇ ਆਲੀ ਸਾਹਿਬ ਨੇ ਤੇ ਇਹ ਵੀ ਕਿਹਾ, ਕਿਉਂਕਿ ਉਹਨਾਂ ਨੇ ਕਿਹਾ ਸੀ ਨਵਾਂ ਲੀਡਰ, ਉਹ ਉਸ ਚੀਜ਼ ਦੇ ਉੱਪਰ ਵੀ ਭੜ ਗਏ। ਉਹ ਕਹਿੰਦੇ ਵੀ ਮੈਂ ਨਵਾਂ ਨਹੀਂ, ਫਿਰ ਉਹਨਾਂ ਨੇ ਸਾਲ ਗਿਣ ਕੇ ਦੱਸੇ ਵੀ ਮੈਂ ਕਦੋਂ ਦਾ ਤੇ ਮੈਂ ਕਿੱਥੇ ਕਿੱਥੇ ਕੀ ਕੁਛ ਕੀਤਾ, ਤੇ ਹੁਣ ਵੀ ਮੈਂ ਪਾਰਟੀ ਵੱਲੋਂ ਜਿੱਤਿਆ ਉਮੀਦਵਾਰ ਹਾਂ ਤੇ ਐਮਐਲਏ ਮੈਂ ਉੱਥੇ ਬਹਿਣਾ ਵਿਧਾਨ ਸਭਾ ਦੇ ਵਿੱਚ। ਫਿਰ ਕਿਉਂਕਿ ਕਹਿਣਾ ਹੀ ਹੁੰਦਾ ਭਾਈ ਜਿਹੜਾ ਬੰਦਾ ਜਿੱਤਿਆ ਅਗਲਾ ਹੁਣ ਬਾਕੀਆਂ ਨੂੰ ਤਾਂ ਸੁਣਾਓਗੇ। ਨਹੀਂ ਹੁਣ ਕਲੀਅਰ ਕਰੋ। ਨਹੀਂ ਆਪਾਂ ਕਲੀਅਰ ਨਹੀਂ ਕਰਦੇ, ਅਗਲੀ ਗੱਲ ਕਰਦੇ ਕਲੀਅਰ ਕਰਨ ਵਾਲੇ ਇੱਕ ਹੋਰ ਬੰਦੇ ਦੀ ਗੱਲ ਕਰਦੇ। ਸਿਰਸਾ ਸਾਹਿਬ ਵੀ ਆ ਗਏ। ਸਿਰਸਾ ਸਾਹਿਬ ਕਹਿੰਦੇ ਦੇਖੋ ਗੱਲ ਇਹ ਹੈ ਕਿ ਵੀ ਇਹ ਬੜਾ ਰੌਲਾ ਪਾ ਲਿਆ ਵੀ ਮਹਾਰਾਜ ਉਹ ਬੰਦਾ ਮੈਨੂੰ ਮਿਲਿਆ ਇਦਾਂ ਦਾ ਉਦਾਂ ਦਾ, ਉਹ ਵੀ ਸੇਮ ਹੀ ਗੱਲ ਕਹਿੰਦੇ। ਉਹ ਕਹਿੰਦੇ ਵੀ ਮੈਨੂੰ ਕੋਈ ਨਹੀਂ ਜੇ ਮਿਲਿਆ ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਤੇ ਨਾ ਮੇਰੀ ਉਹਦੇ ਨਾਲ ਕਦੀ ਗੱਲ ਹੋਈ, ਨਾ ਫੋਨ ਤੇ ਗੱਲ ਹੋਈ, ਨਾ ਵੈਸੇ ਕੋਈ ਮੁਲਾਕਾਤ ਹੋਈ। ਦੂਜੀ ਗੱਲ ਕਹਿੰਦੇ ਵੀ ਗਲਤੀਆਂ ਤਾਂ ਆਪਣੀਆਂ ਤੇ ਮੜਦੇ ਕਹਿੰਦੇ ਦੂਜਿਆਂ ਦੇ ਸਿਰ ਤੇ। ਫਿਰ ਉਹ ਗੱਲ ਆ ਗਈ ਜਿਹੜੀ ਅੱਜ ਝੁੰਦਾ ਸਾਹਿਬ ਨੇ ਸ਼ੁਰੂ ਕੀਤੀ ਸੀ। ਉਹ ਕਹਿੰਦੇ ਵੀ ਬੀਜੇਪੀ ਦਾ ਦੋਸ਼ ਲਾਉਂਦੇ ਨੇ ਵੀ ਬੀਜੇਪੀ ਭਾਈ ਸਾਹਿਬ ਖੇਤਰੀ ਪਾਰਟੀ ਨੂੰ ਤੋੜਦੀ, ਇਦਾਂ ਦੀ ਗੱਲ ਕੋਈ ਨਹੀਂ। ਉਹ ਗੱਲ ਕਰਦੇ ਨੇ ਪਰਿਵਾਰਵਾਦ ਦੀ ਜੀ। ਉਹ ਕਹਿੰਦੇ ਅਸੀਂ ਪਰਿਵਾਰਵਾਦ ਦੇ ਖਿਲਾਫ ਆ, ਸਾਨੂੰ ਪਾਰਟੀ ਨਾਲ ਲੈਣਾ ਦੇਣਾ ਕੋਈ ਨਹੀਂ। ਫਿਰ ਸ਼ਿਵ ਸੈਨਾ ਤੇ ਆ ਗਏ। ਕਹਿੰਦੇ ਹੁਣ ਇਹਨਾਂ ਨੇ ਕਹਿੰਦੇ ਜੀ ਸ਼ਿਵ ਸੈਨਾ ਤੋੜੀ ਜੀ, ਸ਼ਿਵ ਸੈਨਾ ਦੀ ਸਰਕਾਰ ਡੇਗਦੀ। ਕਹਿੰਦੇ ਨਾ, ਸ਼ਿਵ ਸੈਨਾ ਦੀ ਸਰਕਾਰ ਬਣਾਈ ਤੇ ਸ਼ਿਵ ਸੈਨਾ ਦਾ ਹੀ ਮੁੱਖ ਮੰਤਰੀ ਅਸੀਂ ਉੱਥੇ ਬਣਾਇਆ ਤੇ ਪਰਿਵਾਰਵਾਦ ਤੋੜਿਆ। ਹੁਣ ਇਹ ਵਾਲੀ ਜਿਹੜੀ ਗੱਲ ਸਿਰਸਾ ਸਾਹਿਬ ਕਹਿੰਦੇ ਆ ਵੀ ਪਰਿਵਾਰਵਾਦ ਦੇ ਅਸੀਂ ਖਿਲਾਫ ਆ, ਪਾਰਟੀ ਨੂੰ ਸਗੋਂ ਕਾਇਮ ਕਰਕੇ ਤੇ ਪਾਰਟੀ ਦੇ ਮੁੱਖ ਮੰਤਰੀ ਉੱਥੇ ਬਣਾਉਨੇ ਆ। ਇਹ ਮੈਨੂੰ ਲੱਗਦਾ ਇੱਕ ਨਵਾਂ ਵਿਸ਼ਾ ਡਿਬੇਟ ਦਾ ਚੱਲ ਪੈਣਾ। ਨਹੀਂ ਵੱਡਾ ਵਿਸ਼ਾ ਚੱਲ ਪਿਆ। ਸਿਰਸਾ ਸਾਹਿਬ ਵੀ ਕਹਿੰਦੇ ਮੈਨੂੰ ਨਹੀਂ ਮਿਲੇ, ਉਧਰਲੇ ਪਾਸੇ ਆਲੀ ਸਾਹਿਬ ਵੀ ਕਹਿੰਦੇ ਮੈਂ ਨਹੀਂ ਮਿਲਿਆ, ਪਰ ਵਲਟੋਆ ਸਾਹਿਬ ਬਾਅਦ ਵਿੱਚ ਫਿਰ ਮੀਡੀਆ ਦੇ ਸਾਹਮਣੇ ਫਿਰ ਆਏ, ਉਹ ਕਹਿੰਦੇ ਮੈਂ ਨਾਂ ਲਿਆ ਹੀ ਨਹੀਂ ਯਾਰ, ਮੈਂ ਕਹਿੰਦੇ ਕਿਸੇ ਦਾ ਨਾਂ ਲਿਆ ਹੈਗੇ ਕਹਿੰਦੇ ਬੰਦੇ ਜਿਹੜੇ ਉੱਥੇ ਜਾ ਕੇ ਮਿਲੇ ਸੀ। ਸਿਰਸਾ ਸਾਹਿਬ ਨੂੰ ਵੀ ਪਤਾ ਕੌਣ ਮਿਲੇ ਸੀ, ਮਿਲਣ ਵਾਲੇ ਨੂੰ ਪਤਾ ਕੌਣ ਮਿਲੇ ਸੀ, ਉਹਨਾਂ ਨੂੰ ਪੁੱਛੋ। ਮੈਂ ਕਹਿੰਦੇ ਨਾਂ ਨਹੀਂ ਲਿਆ। ਇੱਕ ਜਗ੍ਹਾ ਦੇ ਉੱਤੇ ਔਨ 에ਅਰ ਵਲਟੋਆ ਸਾਹਿਬ ਤੇ ਆਲੀ ਸਾਹਿਬ ਸਾਹਮਣੇ ਹੋ ਗਏ, ਸਵਾਲ ਪੁੱਛਿਆ ਗਿਆ, ਉੱਥੇ ਫਿਰ ਕੰਮ ਵਾਹਵਾ ਅੱਗੇ ਵੱਧ ਗਿਆ। 4 ਨੁਕਤੇ ਸੰਧਾਲੀਆ ਸਾਹਿਬ ਉੱਥੋਂ ਸਾਹਮਣੇ ਫਿਰ ਕਹਦੇ ਆ ਜੋ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਆ ਨਾ, ਸ਼ਾਨਾ ਮੱਤਾ ਇਤਿਹਾਸ, ਬਹੁਤ ਜਾਣੀ ਸਿਰੇ ਵਾਲਾ ਇਤਿਹਾਸ ਆ। ਬਹੁਤ ਘੱਟ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਦੇ ਕੋਲ ਏਡੀ ਤਕੜੀ ਹਿਸਟਰੀ ਹੈ, ਪਰ ਜੋ ਇਸ ਵੇਲੇ ਪੰਜਾਬ ਦੇ ਹਾਲਾਤ ਨੇ, ਜਿਹੜੇ ਪੰਥਕ ਮਸਲੇ ਨੇ, ਉਹਨਾਂ ਮਸਲਿਆਂ ਦੇ ਉੱਤੇ ਪਾਰਟੀ ਇਕਮੁੱਠ ਹੋ ਕੇ ਜਦੋਜਹਿਦ ਕਰਨ ਦੀ ਥਾਂ ਦੇ ਉੱਤੇ ਜਿੱਥੇ ਆ ਕੇ ਖਲੋ ਗਿਆ। ਦੇਖੋ ਇਆਲੀ ਸਾਹਿਬ ਅਕਾਲੀ ਦਲ ਦੇ ਕਾਗਜ਼ਾਂ ਦੇ ਵਿੱਚ ਅੱਜ ਵੀ ਵਿਧਾਨ ਸਭਾ ਦੇ ਵਿੱਚ ਲੀਡਰ ਨੇ, ਤੇ ਉਧਰਲੇ ਪਾਸੇ ਵਲਟੋਆ ਸਾਹਿਬ ਸਪੋਕਸਪਰਸਨ ਨੇ, ਅਨੁਸ਼ਾਸਨੀ ਕਮੇਟੀ 'ਚ ਨੇ। ਉੱਥੇ ਜਦੋਂ ਇਆਲੀ ਸਾਹਿਬ ਕਹਿੰਦੇ ਤੁਸੀਂ ਮੇਰੇ ਬਾਰੇ ਕਿਹਾ, ਉਹ ਕਹਿੰਦੇ ਮੈਂ ਨਾਂ ਲਿਆ ਨਹੀਂ ਜੀ। ਕਹਿੰਦੇ ਹੋਰ ਬਾਈਕਾਟ ਕਹਿੰਦੇ ਕਿਹਨੇ ਕੀਤਾ, ਜ਼ਮੀਰ ਦੀ ਆਵਾਜ਼ ਨਾਲ, ਹੋਰ ਦੱਸੋ 3 ਤਾਂ ਬੰਦੇ ਆ, ਮੈਂ ਇਕੱਲੇ ਨੇ ਬਾਈਕਾਟ ਕੀਤਾ, ਤੁਸੀਂ ਕਿਹਾ। ਉਹ ਕਹਿੰਦੇ ਨਹੀਂ ਇਦਾਂ ਦੀ ਗੱਲ ਹੀ ਨਹੀਂ, ਹੋਰ ਬੰਦੇ ਹੈਗੇ ਆ। ਉੱਥੇ ਫਿਰ ਵਲਟੋਆ ਸਾਹਿਬ ਨੇ ਕਿਹਾ, ਕਹਿੰਦੇ ਇਆਲੀ ਇੱਦਾਂ ਬੋਲਿਓ, ਇੱਦਾਂ ਐਨ ਮੈਨੂੰ ਚੇਤਾ ਆਇਆ, ਇੱਦਾਂ ਦੀ ਬਹਿਸ ਸੀ ਵਿਧਾਨ ਸਭਾ ਦੀ ਚੋਣ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਤੇ ਜਿਹੜੇ ਸੁਲਤਾਨਪੁਰ ਲੋਧੀ ਦੇ ਉਸ ਵੇਲੇ ਦੇ ਐਮਐਲਏ ਨਵਤੇਜ ਸਿੰਘ ਚੀਮਾ ਦੇ ਵਿਚਾਲੇ ਹੁੰਦੇ ਸੀ। ਉਦੋਂ ਕਹਿੰਦੇ ਤੇਜੀ, ਉਹ ਕਹਿੰਦੇ ਜੀ ਦੇਖੇ ਵਾਲੀ ਮੈਂ ਤੇਰੀ ਉਮਰ ਤੋਂ ਡੂਢਾ, ਵੀ ਜਾਣੀ ਜੇ ਤੇਰੀ ਉਮਰ 50 ਸਾਲ ਹੈ ਮੈਂ 75 ਦਾ। ਉਹ ਕਹਿੰਦੇ ਮੈਂ ਤੇਰੇ ਤਰਲੇ ਮਾਰੇ ਕਿ ਨਹੀਂ ਮਾਰੇ, ਮੈਂ ਤੇਰੇ ਵਾਲੀ ਤਰਲੇ ਮਾਰੇ ਕਿ ਨਹੀਂ ਮਾਰੇ, ਮੈਂ ਤੈਨੂੰ ਕਿਹਾ ਕਿ ਨਹੀਂ ਕਿਹਾ ਕਿ ਭਾਈ ਬਿਕਰਮ ਸਿੰਘ ਮਜੀਠੀਆ ਸਾਹਿਬ ਤੇ ਤੇਰੇ ਤੇ ਵੀ ਸਾਨ ਬਹੁਤ ਆ ਤੇ ਮੇਰੇ ਤੇ ਵੀ ਸਾਨ ਬਹੁਤ ਆ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਹਿੰਦੇ ਜੀ ਮੇਰੇ ਨਾਲ ਵੀ ਬਹੁਤ ਕੀਤਾ ਤੇ ਤੇਰੇ ਨਾਲ ਵੀ ਬਹੁਤ ਵਧੀਆ ਕੀਤਾ। ਐ ਹੁਣ ਜਦੋਂ ਪਾਰਟੀ ਕ੍ਰਾਈਸਿਸ ਦੇ ਵਿੱਚ ਆ ਤਾਂ ਛੱਡ ਕੇ ਨਹੀਂ ਜਾਣਾ ਚਾਹੀਦਾ। ਪਹਿਲੀ ਗੱਲ ਇਹਦਾ ਮਤਲਬ ਹੈ ਕਿ ਪ੍ਰਵਾਨਗੀ ਹੈ ਇਸ ਗੱਲ ਦੀ ਕਿ ਸੰਕਟ ਹੈਗਾ। ਕਾਹਦੇ ਲਈ ਮਾਰੇ ਤਰਲੇ, ਜਾਣੀ ਕਿ ਤਰਲੇ ਮਾਰਨ ਦੀ ਨੌਬਤ ਕਿਉਂ ਆਈ ਨਾ ਉਹ ਨਿੱਜੀ ਤੌਰ ਦੇ ਉੱਤੇ। ਉਹ ਕਹਿੰਦੇ ਜੀ ਗੱਲ ਇੱਦਾਂ, ਮੂਹਰੇ ਵਾਲੀ ਸਾਹਿਬ ਕਹਿੰਦੇ, ਉਹ ਕਹਿੰਦੇ ਜੀ ਜੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਲੋੜ ਹੈ ਮੈਂ ਨਿੱਜੀ ਤੌਰ ਤੇ ਖੜਾ, ਮੈਨੂੰ ਹਾਕ ਮਾਰਨ ਇੱਕ, ਤੁਹਾਨੂੰ ਲੋੜ ਹੈ ਮੈਂ ਨਿੱਜੀ ਤੌਰ ਤੇ ਖੜਾ, ਪਰ ਕਹਿੰਦੇ ਪੰਥ ਨਾਲ ਧੋਖਾ ਥੋੜੀ ਕਰ ਦੇਣਾ, ਪੰਜਾਬ ਨਾਲ ਧੋਖਾ ਥੋੜੀ ਕਰ ਦੇਣਾ।
ਇਆਲੀ ਸਾਹਿਬ ਨੇ ਪਤਾ ਨਹੀਂ ਫਲੋ ਦੇ ਵਿੱਚ ਇਹ ਗੱਲ ਕਹਿ ਤਾਂ ਦਿੱਤੀ। ਹੁਣ ਸੰਧਾਲੀਆ ਸਾਹਿਬ ਪੰਥ ਨਾਲ ਧੋਖਾ, ਪੰਜਾਬ ਨਾਲ ਧੋਖਾ, ਇਹਦਾ ਅਰਥ, ਇਹਦਾ ਮਤਲਬ ਕੀ ਕੱਢੀਏ? ਇਹ ਆਉਣ ਵਾਲੇ ਦਿਨਾਂ 'ਚ ਸਵਾਲ ਖੜਾ ਹੋ ਜਾਣਾ। ਇਹੀ ਇੱਕ ਪੇਚਾ ਲੱਗਦਾ, ਕਿਉਂਕਿ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਜਿੰਨੀ ਵਾਰ ਵੀ ਉਹ ਪ੍ਰੋਬਲਮ ਹੋਈ ਸੀ, ਮਤਲਬ ਪਹਿਲਾਂ ਟਕਸਾਲੀ ਦਲ ਬਣਾਉਣ ਵਾਲੇ ਵੱਡੇ ਲੀਡਰ ਗਏ ਸੀਗੇ, ਉਦੋਂ ਵੀ ਇਹੋ ਜਿਹੀਆਂ ਕਦੀ ਵੀ ਮੀਟਿੰਗਾਂ ਨਹੀਂ ਹੋਈਆਂ ਸੀ, ਨਾ ਇਹੋ ਜਿਹੀਆਂ ਪ੍ਰੈਸ ਕਾਨਫਰੰਸਿਸ ਹੋਈਆਂ ਸੀ ਜੀ, ਤੇ ਨਾ ਹੀ ਕਦੀ ਇੱਦਾਂ ਪ੍ਰਧਾਨ ਹੋ ਰਹੀ ਜਾਂ ਕਹਿ ਲਓ ਕਿ ਵੀ ਜਿਹੜੇ ਵੱਡੇ ਲੀਡਰ ਸਾਹਿਬਾਨ ਸੀਗੇ ਉਹ ਬੈਕਫੁੱਟ ਤੇ ਗਏ ਸੀ ਜਾਂ ਸਪੋਕਸ ਪਰਸਨਸ ਨੂੰ ਅੱਗੇ ਕੀਤਾ ਸੀ। ਉਦੋਂ ਬਹੁਤੀ ਵਾਰ ਤੇ ਆਪਾਂ ਇਹ ਵੀ ਨੋਟਿਸ ਕੀਤਾ ਸੀ ਵੀ ਜੇ ਉਧਰੋਂ ਕੋਈ ਬਿਆਨ ਆਉਂਦਾ ਵੀ ਸੀ ਨਾ ਤੇ ਅਕਾਲੀ ਦਲ ਵਾਲੇ ਪਾਸਿਓਂ ਜਵਾਬ ਵੀ ਨਹੀਂ ਸੀ ਆਉਂਦਾ ਵੀ ਕੋਈ ਨਹੀਂ ਕਹੀ ਜਾਣਦੇ ਯਾਰ। ਪਰ ਹੁਣ ਆਪਾਂ ਇਹ ਦੇਖ ਰਹੇ ਹਾਂ ਵੀ ਜੇ ਉਧਰੋਂ ਇੱਕ ਬਿਆਨ ਆਉਂਦਾ ਤੇ 2-3 ਵਾਰ ਉਹਦੀ ਸਫਾਈ ਦਿੱਤੀ ਜਾਂਦੀ। ਸੋ ਇਸ ਵਕਤ ਗੱਲ ਤਾਂ ਤੁਹਾਡੀ ਸਹੀ ਹੈ ਕਿ ਵੀ ਮੁਸ਼ਕਲ ਤੇ ਆ ਜਾਪਦੀ, ਪਰ ਇਹਦਾ ਹੱਲ ਹੋਣਾ ਚਾਹੀਦਾ। ਆਪਾਂ ਮੇਰੇ ਖਿਆਲ ਨਾਲ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆਉਂਦੇ ਆ ਵੀ ਜੇ ਇਸ ਲੜਾਈ ਦੇ ਵਿੱਚ ਏਡੀ ਵੱਡੀ ਇਹ ਸ਼ਾਨਾਮੱਤੀ ਪਾਰਟੀ ਜਿਹੜੀ ਆ ਉਹ ਇਦਾਂ ਢਹਿ ਗਈ ਤੇ ਹੋਰ ਵਾਧੂ ਰਾਜ ਕਰਨ ਵਾਲੇ ਤੁਰੇ ਫਿਰਦੇ, ਉਹ ਕੰਮ ਨਾ ਹੋ ਜਾਵੇ ਕਿਤੇ। ਇਹਨੂੰ ਬਚਾਉਣ ਦੀ ਲੋੜ ਆ। ਹਾਂ ਠੀਕ ਆ, ਜੇ ਕਿਸੇ ਦੀ ਕੋਈ ਪਰਸਨਲ ਰੰਜਿਸ਼ ਹੈ ਤਾਂ ਵੀ ਕਲੀਅਰ ਹੋ ਜੇ। ਜੇ ਵਾਕਿਆ ਕੋਈ ਐਸਾ ਮਸਲਾ ਜਾਪਦਾ ਵੀ ਯਾਰ ਪਿਛਲੇ ਸਮੇਂ ਦੇ ਵਿੱਚ ਕੋਈ ਵੱਡੀ ਗੱਲ ਹੋ ਗਈ ਸੀ, ਉਹਦੀ ਕਲੈਰੀਫਿਕੇਸ਼ਨ ਵੀ ਹੋ ਜਾਣੀ ਚਾਹੀਦੀ। ਪਰ ਇਹ ਇਦਾਂ ਹੱਲ ਹੋਣਾ ਚਾਹੀਦਾ ਵੀ ਜਿਹੜਾ ਉਹ ਇਤਿਹਾਸ ਆ ਉਹਨੂੰ ਕੋਈ ਨਾ ਕੋਈ ਕਾਲਖ ਨਾ ਲੱਗੇ। ਨਹੀਂ, ਉਹ ਜ਼ਰੂਰੀ ਹੈ। ਸੰਧਾਲੀਆ ਸਾਹਿਬ ਦੇਖੋ, ਗੱਲਾਂ ਦੇ ਵਿੱਚੋਂ ਗੱਲ ਨਿਕਲਦੀ ਹੈ। ਹੁਣ ਆਪਾਂ ਤਾਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਜਿੰਨੀਆਂ ਮਜ਼ਬੂਤ ਹੋਣਗੀਆਂ, ਇਹ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਆਪਾਂ ਕਹਿੰਦੇ ਸੀ ਕਿ ਭਾਈ ਆਮ ਆਦਮੀ ਪਾਰਟੀ ਵਾਲਿਓ ਖਿਲਰੀ ਨਾ ਜਾਓ। ਜਦੋਂ ਖਹਿਰਾ ਸਾਹਿਬ ਅੱਡ ਹੋ ਗਿਆ ਸੀ, ਦੂਜੇ ਅੱਡ ਹੋ ਗਿਆ ਸੀ, ਕਿ ਤੁਹਾਡੀ ਲੋੜ ਹੈ, ਤੁਸੀਂ ਸਰਕਾਰ ਤੇ ਅੱਖ ਰੱਖੋਗੇ ਤਾਂ ਹੀ ਚੱਜ ਦਾ ਕੰਮ ਕਰਨਗੇ। ਤੁਸੀਂ ਆਪਸ ਖਿਲ ਰਿਹਾ, ਸਰਕਾਰ ਨੇ ਦੇਖੋ ਕੀ ਕੀਤਾ। ਹੁਣ ਕਾਂਗਰਸ ਵਿਰੋਧੀ ਧਿਰ 'ਚ ਹੈ, ਅਕਾਲੀ ਵਿਰੋਧੀ ਧਿਰ ਦੇ ਵਿੱਚ ਨੇ, ਤੁਸੀਂ ਮਜ਼ਬੂਤੀ ਨਾਲ ਪੰਜਾਬ ਦੇ ਮੁੱਦਿਆਂ ਤੇ ਪੱਖ ਰੱਖੋ। ਹੁਣ ਤੁਸੀਂ ਇੱਥੇ ਦੇਖੋ, ਇਆਲੀ ਸਾਹਿਬ ਨੇ ਉੱਥੇ ਗੱਲ ਕਹੀ ਕਿਉਂਕਿ ਰਿਪੋਰਟ ਦੀ ਗੱਲ ਚੱਲਦੀ ਸੀ। ਕਹਿੰਦੇ ਜੀ ਦੱਸੋ ਰਿਪੋਰਟ ਦੇ ਵਿੱਚ ਕਿਤੇ ਵੀ ਨਹੀਂ ਹੈਗਾ, ਕਿਉਂਕਿ ਸਿੱਧਾ ਸਵਾਲ ਪੁੱਛਿਆ ਗਿਆ ਕਿ ਕੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਤੁਸੀਂ ਚਾਹੁੰਦੇ ਹੋ ਪ੍ਰਧਾਨ ਰਹਿਣ ਕਿ ਨਾ ਰਹਿਣ? ਇਆਲੀ ਸਾਹਿਬ ਕਹਿੰਦੇ ਸਾਡੀ ਪਾਰਟੀ ਦਾ ਅੰਦਰਲਾ ਮਸਲਾ, ਉਹ ਸਾਡੀ ਰਿਪੋਰਟ ਦੀਆਂ ਗੱਲਾਂ, ਮੈਂ ਉਹ ਜਨਤਕ ਤੌਰ ਤੇ ਨਹੀਂ ਕਰਨਾ ਚਾਹੁੰਦਾ। ਤੇ ਵਲਟੋਆ ਸਾਹਿਬ ਨੇ ਵੀ ਮੂਹਰੇ ਕੁਛ ਕਿਹਾ। ਇਆਲੀ ਸਾਹਿਬ ਕਹਿੰਦੇ ਵਲਟੋਆ ਸਾਹਿਬ ਹੁਣ ਰਹਿਣ ਹੀ ਦਈਏ। ਉਹ ਕਹਿੰਦੇ ਜੀ ਆਪਾਂ ਜਾਂਦੇ ਸੀ ਲੋਕਾਂ ਦੇ ਵਿੱਚ ਤਾਂ ਲੋਕ, ਇਹ ਔਨ ਰਿਕਾਰਡ ਹੈ ਗੱਲ, ਆਪਾਂ ਨੂੰ ਕਹਿੰਦੇ ਸੀ ਨਾ ਕਿ ਭਾਈ ਪ੍ਰਧਾਨ ਦੇ ਚਮਚੇ, ਇਹ ਉਹ ਕਹਿੰਦੇ ਜੀ ਉਹਦੇ ਤੋਂ ਬਾਅਦ ਹੁਣ ਵਰਕਰਾਂ ਨੂੰ ਕੀ ਜਵਾਬ ਦਈਏ? ਵਰਕਰਾਂ ਨੂੰ ਕਹਿੰਦੇ ਜਵਾਬ ਨਹੀਂ ਦਿੱਤਾ ਜਾਣਾ। ਪਾਰਟੀ ਆਪਾਂ ਜੇ ਦੁਬਾਰਾ ਖੜੀ ਕਰਨੀ ਹੈ ਤਾਂ ਸਾਨੂੰ ਦੇਖਣਾ ਪਊਗਾ ਕਿ ਕਿੱਧਰਲੇ ਪਾਸੇ ਕਿਹੜੀ ਗੱਲ ਗਲਤ ਹੋਈ ਹੈ ਤੇ ਕਿਹੜੀ ਗੱਲ ਠੀਕ ਹੋਈ ਹੈ। ਸੰਧਾਲੀਆ ਸਾਹਿਬ ਨਾ ਤਾਂ ਇਆਲੀ ਸਾਹਿਬ ਕਹਿੰਦੇ ਮੈਂ ਪਾਰਟੀ ਛੱਡ ਕੇ ਜਾਣਾ, ਨਾ ਵਲਟੋਆ ਸਾਹਿਬ ਕਹਿੰਦੇ ਕਿ ਤੁਸੀਂ ਪਾਰਟੀ ਛੱਡ। ਸ਼ੁਰੂਆਤ ਬਹੁਤ ਹੀ ਸਤਿਕਾਰਯੋਗ ਢੰਗ ਨਾਲ ਦੋਨਾਂ ਨੇ ਕੀਤੀ। ਉਹਨਾਂ ਨੇ ਕਿਹਾ ਸਤਿਕਾਰਯੋਗ ਵਲਟੋਆ ਸਾਹਿਬ, ਉਹਨਾਂ ਨੇ ਵੀ ਕਿਹਾ ਕਿ ਬੜੇ ਮਿਹਨਤੀ, ਬੜੇ ਹਿੰਮਤੀ ਸਾਡੀ ਪਾਰਟੀ ਦੇ ਬੰਦੇ ਨੇ। ਪਰ ਜਿੱਥੇ ਜਾ ਕੇ ਗੱਲਬਾਤ ਦਾ ਅੰਤ ਹੋਇਆ, ਫਿਰ ਤਾਂ ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਹੀ ਸੀ। ਉਹ ਕਹਿੰਦੇ ਸੀ ਮਰਦੀ ਕੋਈ ਨਹੀਂ ਜਿਹੜਾ ਬੰਦਾ ਮਾੜੇ ਟਾਈਮ 'ਚ ਸਾਥ ਛੱਡ ਗਿਆ। ਉਹ ਕਹਿੰਦੇ ਇਹ ਕੌਮ ਨੂੰ ਧੋਖਾ ਕਿੱਦਾਂ ਦੇ ਦਈਏ। ਜਾਣੀ ਅੰਦਰੋਂ ਜੋ ਕੁਝ ਨਿਕਲ ਕੇ ਸਾਹਮਣੇ ਆ ਰਿਹਾ, ਅਕਾਲੀ ਦਲ ਮਜ਼ਬੂਤ ਹੋਵੇ। ਕਿਉਂਕਿ ਜਿਹੜੀ ਗੱਲ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਆ ਨਾ, ਦੇਖੋ ਇਸ ਵੇਲੇ 2 ਹੀ ਲੋਕ ਸਭਾ ਦੇ ਮੈਂਬਰ ਭਾਜਪਾ ਦੇ ਨੇ ਪੰਜਾਬ 'ਚੋਂ, 2 ਹੀ ਅਕਾਲੀਆਂ ਦੇ ਨੇ। ਰਾਜ ਸਭਾ ਦਾ ਮੈਂਬਰ ਸੁੱਖ ਨਾਲ ਉਹਨਾਂ ਦਾ ਵੀ ਕੋਈ ਨਹੀਂ ਤੇ ਇਹਨਾਂ ਦਾ ਵੀ ਕੋਈ ਨਹੀਂ। ਇੱਧਰਲੇ ਪਾਸੇ ਜੇ ਦੇਖ ਲਈਏ ਤਾਂ 3 MLA ਇਹਨਾਂ ਦੇ ਆ, 2 ਉਹਨਾਂ ਦੇ ਤੇ ਤੀਜੇ ਇਆਲੀ ਸਾਹਿਬ ਹੀ ਨੇ। ਇਆਲੀ ਸਾਹਿਬ ਨੇ, ਮੈਂ ਨਹੀਂ ਕਹਿੰਦਾ ਕਿਸੇ ਪਾਸੇ ਚਲੇ ਜਾਣੇ, ਉਹ ਮੈਂ ਗੱਲ ਕਰਦਾ। ਆਹੋ ਨਹੀਂ, ਚਲੋ ਜੇ ਪਾਸੇ ਹੋ ਜਾਣ ਤੇ ਫਿਰ ਵੀ 2-2 ਹੀ ਵੱਜ ਜਾਂਦੇ ਆ। ਦੇਖੋ ਕਾਰਨ ਆ ਵੀ ਹੁਣ ਇੱਕ ਤੇ ਇਆਲੀ ਸਾਹਿਬ ਹੋ ਗਏ, ਉਹ ਵੀ ਕਿਉਂਕਿ ਵਿੱਚ ਹੀ ਨੇ, ਅਜੇ ਤੱਕ ਤਾਂ ਵਿੱਚ ਹੀ ਨੇ। ਸਿਰਸਾ ਸਾਹਿਬ ਵਿੱਚ ਸੀਗੇ ਪਰ ਉਹ ਹੁਣ ਵਿੱਚ ਹੈ ਨਹੀਂ। ਉਹਨਾਂ ਨੇ ਵੀ ਤੇ ਉਹ ਰੇਖਲਾ ਏਅਰ ਤੇ ਗੱਲਾਂ ਬਾਤਾਂ ਕੀਤੀਆਂ। ਉਹ ਕਹਿੰਦੇ ਵੀ ਮੈਂ ਨਹੀਂ ਚਾਹੁੰਦਾ ਮੂੰਹ ਖੋਲਣਾ ਜੀ, ਪਰ ਮੈਂ ਜਦੋਂ ਸਾਰਾ ਕੁਝ ਹੁੰਦਾ ਰਿਹਾ ਉਦੋਂ ਮੈਂ ਵਿੱਚ ਹੀ ਸੀਗਾ। ਉਹ ਕਹਿੰਦੇ ਜੇ ਸਾਰੀਆਂ ਗੱਲਾਂ ਮੈਂ ਇੱਥੇ ਆ ਕੇ ਦੱਸ ਦਿੱਤੀਆਂ ਨਾ ਤਾਂ ਫਿਰ ਤੁਸੀਂ ਮੈਨੂੰ ਕਹਿਣਾ, ਪਰ ਹਾਂ ਮੈਂ ਇੰਨਾ ਦੱਸ ਦੇਣਾ ਵੀ ਹੁਣ ਤੱਕ ਮੈਂ ਚੁੱਪ ਰਿਹਾ, ਆਉਣ ਵਾਲੇ ਟਾਈਮ 'ਚ ਮੈਂ ਬੋਲੂੰਗਾ। ਹੁਣ ਗੱਲ ਇਹ ਆ ਵੀ ਜਿੰਨੇ ਲੀਡਰ ਨੇ ਉਹ ਇਸ ਨੁਕਤੇ ਤੇ ਆ ਕੇ ਪਹੁੰਚ ਗਏ ਵੀ ਮੈਂ ਹੁਣ ਤੱਕ ਚੁੱਪ ਰਿਹਾ, ਅੱਗੇ ਆਣ ਕੇ ਮੈਂ ਬੋਲੂੰਗਾ। ਇਹ ਵੀ ਇੱਕ ਥੋੜੀ ਜਿਹੀ ਚਿੰਤਾ ਵਾਲੀ ਗੱਲ ਵੀ ਕੱਲ ਨੂੰ ਪਤਾ ਨਹੀਂ ਉਹਨਾਂ ਨੇ ਕਿਹੜਾ ਸੱਪ ਕੱਢ ਦੇਣਾ। ਦੇਖੋ ਸੰਧਾਲੀਆ ਸਾਹਿਬ, ਆਪਾਂ ਇਸ ਟੌਪਿਕ ਨੂੰ ਸਮਾਪਤ ਕਰਨ ਤੋਂ ਪਹਿਲਾਂ, ਕਿਉਂਕਿ ਇਹ ਗੱਲ ਕੋਈ ਵੀ ਬੰਦਾ ਕੋਲੋਂ ਨਹੀਂ ਕਰ ਰਿਹਾ, ਵਲਟੋਆ ਸਾਹਿਬ ਨੇ, ਝੁੰਦਾ ਸਾਹਿਬ ਨੇ, ਮਨਤਾਰ ਸਿੰਘ ਬਰਾੜ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਗੱਲਾਂ ਬਾਤਾਂ ਕਹੀਆਂ। ਇਆਲੀ ਸਾਹਿਬ ਨੇ ਬਕਾਇਦਾ ਵੀਡੀਓ ਜਾਰੀ ਕੀਤੀ ਔਨ 에ਅਰ। ਦੋਨਾਂ ਬੰਦਿਆਂ ਦੀ ਤਲਖ ਕਲਾਮੀ ਜਾਂ ਬਹਿਸ ਉਹ ਲੋਕਾਂ ਦੇ ਸਾਹਮਣੇ ਪਬਲਿਕਲੀ ਹੋਈ ਹੈ। ਕੋਈ ਇਹਨਾਂ ਦੇ ਵਿੱਚੋਂ ਗੱਲ ਐਸੀ ਨਹੀਂ ਹੈ ਜਿਹੜੀ ਅਸੀਂ ਕਹਿੰਦੇ ਸਾਨੂੰ ਕਿਸੇ ਸੂਤਰ ਨੇ ਦੱਸੀ ਜਾਂ ਕਿਸੇ ਹੋਰ ਨੇ। ਇਹ ਹੋਈਆਂ ਗੱਲਾਂ ਹੀ ਅਸੀਂ ਰੱਖੀਆਂ। ਹਾਂ, ਇਸ ਗੱਲ ਦਾ ਧਿਆਨ ਇਆਲੀ ਸਾਹਿਬ ਵੀ ਰੱਖਣ, ਵਲਟੋਆ ਸਾਹਿਬ ਵੀ ਰੱਖਣ, ਅਕਾਲੀ ਦਲ ਦਾ ਹਰ ਵੱਡਾ ਛੋਟਾ ਲੀਡਰ ਰੱਖੇ ਕਿ ਆਮ ਹੀ ਜਿੱਥੇ ਤੁਹਾਡਾ ਬੂਥ ਵੀ ਨਾ ਹੋਵੇ, ਮੰਨ ਲਓ ਉੱਥੇ ਵੀ ਤੁਹਾਨੂੰ ਬਕਸੇ 'ਚੋਂ ਵੋਟਾਂ ਨਿਕਲਦੀਆਂ ਹੁੰਦੀਆਂ। ਉਹਦਾ ਕਾਰਨ ਹੈ ਬੜੇ ਲੋਕ ਨੇ ਅੱਜ ਵੀ ਪੰਜਾਬ ਦੇ ਪਿੰਡਾਂ 'ਚ ਕਹਿੰਦੇ ਜੀ ਵੋਟ ਅਕਾਲੀ ਦਲ ਨੂੰ ਪਾਉਣੀ ਆ, ਅਸੀਂ ਅਕਾਲੀ ਦਲ ਨਾਲ ਜੁੜੇ ਹਾਂ। ਬੜੇ ਬਜ਼ੁਰਗ ਨੇ ਅੱਜ ਵੀ, ਜੇਲ੍ਹ ਗਏ ਸੀ ਕੱਟਣ, ਫਿਰ ਉਦੋਂ ਫਲਾਣੇ ਜਥੇਦਾਰ ਦੇ ਨਾਲ ਜਥੇਦਾਰ ਸਾਂ ਹੀ, ਉਹ ਅੱਜ ਵੀ ਬੈਠੇ, ਉਹ ਖੁੰਡ ਤੇ ਬੈਠੇ ਹੋਣੇ ਉੱਦਾਂ ਹੀ ਉਹ
ਧੋਤੀ ਲਾਈ ਹੋਣੀ, ਕਿਸੇ ਨੇ ਪਜਾਮਾ ਪਾਇਆ ਹੋਣਾ, ਕੁੜਤਾ ਪਾਇਆ ਹੋਣਾ ਉੱਪਰ, ਉਦੋਂ ਹੀ ਉਹ ਪੱਖੀ ਝੱਲਦੇ ਹੋਣੇ ਆ ਗਰਮੀ 'ਚ ਅਜੇ ਵੀ। ਉਹ ਕਹਿੰਦੇ ਜੀ ਅਸੀਂ ਵੋਟ ਤੱਕੜੀ ਨੂੰ ਪਾਉਣੀ ਹੈ, ਅਸੀਂ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਪਾਉਣੀ ਹੈ। ਉਹਨਾਂ ਲੋਕਾਂ ਦਾ ਯਕੀਨ ਤੇ ਵਿਸ਼ਵਾਸ ਜੇ ਬਹਾਲ ਰੱਖ ਕੇ ਗੱਲ ਫਿਰ ਬਣਨੀ ਹੈ। ਨਹੀਂ ਚਲੋ ਆਸ ਕਰਦੇ ਹਾਂ ਵੀ ਇਹ ਜਿਹੜਾ ਵੀ ਮਸਲਾ ਹੈ ਜਿੰਨੀ ਛੇਤੀ ਹੋਵੇ ਉਨੀ ਛੇਤੀ ਨਿਬੜ ਜਵੇ। ਬਾਕੀ ਆਸ ਤਾਂ ਕਿਉਂਕਿ ਵਾਰ-ਵਾਰ ਇਸ ਚੀਜ਼ ਦੇ ਉੱਪਰ ਵੀ ਆਣ ਕੇ ਆਉਂਦੀ ਹੈ ਕਿ ਵੀ ਮਜੀਠੀਆ ਸਾਹਿਬ ਕਿਉਂਕਿ ਹੁਣ ਬਾਹਰ ਆ ਗਏ ਨੇ, ਤੇ ਸ਼ਾਇਦ ਉਹ ਵੀ ਹੁਣ ਕਿਉਂਕਿ ਜਦੋਂ ਉਹਨਾਂ ਨੇ ਜ਼ਿਕਰ ਕਰਦਾ ਵੀ ਤੇਰੇ ਤੇ ਵੀ ਬੜੇ ਆਸਾਨ ਨੇ, ਮੇਰੇ ਤੇ ਬੜੇ ਆਸਾਨ ਨੇ, ਹੋ ਸਕਦਾ ਵੀ ਉਹ ਵੀ ਵਿੱਚੋਂ ਸਮਝਾ ਬੁਝਾ ਕੇ ਕਹਿਣ ਵੀ ਯਾਰ ਛੱਡੋ ਖੜਾ ਕਿਹੜੇ ਕੰਮ 'ਚ ਪਾਏ ਹੋ। ਇੱਕ ਗੱਲ ਨਹੀਂ ਕਰੋ ਅੱਜ ਤੇ ਸ਼ੁਰੂ 'ਚ ਤੁਸੀਂ ਉਹੀ ਗੱਲ ਸੁਮੋਲੀ ਕਰਨੀ ਹੈ ਐਦਾਂ ਕਿਦਾਂ। ਨਹੀਂ ਮੈਂ ਕਿਹਾ ਜੇ ਮੋਰੇ ਹੁਣ ਬਿਠਾਇਆ ਹੀ ਆ ਤਾਂ ਫਿਰ ਮੈਂ ਆਪਣੇ ਹਿਸਾਬ ਨਾਲ ਜਿਹੜੀ ਰੇਹੜੀ ਤੋਂ ਕੇਲੇ ਲੈਣੇ ਉੱਥੇ ਰੋਕਾਂਗਾ। ਕਾਲੇ ਲਿਫਾਫੇ 'ਚ ਪਾ ਦੇਣਾ 6 ਕੇਲੇ ਨੂੰ ਲੂਣ ਲਾ ਦਿਓ। ਨਹੀਂ 12 ਦੇ ਦਿਓ, 2 ਨੂੰ ਲੂਣ ਲਾ ਦਿਓ, ਮੈਂ ਖਾਣੇ ਆ, ਬਾਕੀ ਇਹਨਾਂ ਘਰ ਜਾ ਕੇ ਦਿਆਂਗੇ। ਅੱਜ ਨਾ ਇੱਕ ਗੱਲ ਹੋਰ ਉੱਥੇ ਕਹੀ, ਜਦੋਂ ਇਹ ਆਲੀ ਸਾਹਿਬ ਕਹਿੰਦੇ ਸੀ ਕਿ ਮੇਰਾ ਵੀ 22-24 ਸਾਲ ਦਾ 26 ਸਾਲ ਦਾ ਤਜਰਬਾ ਰਾਜਨੀਤੀ ਦਾ, ਤੇ ਵਲਟੋਆ ਸਾਹਿਬ ਨੇ ਕਹਿੰਦੇ 10 ਸਾਲ ਕੈਦ ਕੱਟੀ ਹੈ। ਉਹਨਾਂ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਜੀ ਮੈਨੂੰ ਕੌਮ ਦੀ ਗੱਲ ਸੁਣਾਉਂਦੇ ਹੋ। ਜਦੋਂ ਉਹਨਾਂ ਨੇ ਕਹਿੰਦਾ ਕੌਮ ਨਾਲ ਧੋਖਾ ਨਹੀਂ ਕਰ ਸਕਦੇ, ਕਹਿੰਦੇ ਵਿਰਸਾ ਸਿੰਘ ਵਲਟੋਆ ਨੂੰ ਕੌਮ ਦੀ ਗੱਲ ਸੁਣਾਉਂਦੇ ਹੋ। ਮੈਂ 10 ਸਾਲ ਕੈਦ ਕੱਟੀ, 76 ਖਾਧੇ ਕਹਿੰਦੇ ਮੈਂ, ਤੇ ਤੁਸੀਂ ਉਦੋਂ ਕਹਿੰਦੇ ਕਾਂਗਰਸ 'ਚ ਹੁੰਦੇ ਸੀ। ਆਲੀ ਸਾਹਿਬ ਨੂੰ ਕਿਹਾ ਹੁਣੇ ਆ, ਪਰ ਭਾਈ ਟਿਕਟਾਂ ਤਾਂ ਆਪ ਜੀ ਹੀ ਦਿੰਦੇ ਸੀ, ਪਾਰਟੀ ਦੇ ਵਿੱਚ ਸ਼ਾਮਲ ਕਰਕੇ ਚੰਗੇ ਹੀ ਹੋਣੇ ਆ ਤਾਂ ਤੁਸੀਂ ਲਿਆਂਦੇ ਆ ਨਾ। ਪਾਰਟੀ ਨੇ 3 MLA ਸੀ, ਉਹਨਾਂ ਦੇ ਵਿੱਚੋਂ ਉਹਨਾਂ ਨੂੰ ਲੀਡਰ ਬਣਾਇਆ। ਜਾਣੀ ਹੁਣ ਇਸ ਗੱਲ ਦਾ ਲੋਕਾਂ ਨੂੰ ਦੱਸਣ ਦਾ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ ਕਿ ਕੌਣ ਕਿਹੜੀ ਪਾਰਟੀ ਦੇ ਵਿੱਚ ਸੀ, ਕਿਉਂਕਿ ਚੰਗੇ ਬੰਦੇ ਹੀ ਸ਼ਾਮਲ ਕੀਤੇ ਜਾਂਦੇ ਆ ਨਾ, ਮਾੜਾ ਬੰਦਾ ਤਾਂ ਕੋਈ ਸ਼ਾਮਲ ਕੀਤਾ ਹੀ ਨਹੀਂ ਜਾਂਦਾ ਸਕਰੀਨਿੰਗ ਕਰਕੇ ਫੁੱਲ ਫਲੈਜ। ਨਹੀਂ ਬਿਲਕੁਲ ਠੀਕ ਆ। ਆਪਾਂ ਇਹ ਬੇਨਤੀ ਕਰਦੇ ਹਾਂ ਵੀ ਇਹ ਛੱਜ 'ਚ ਨਾ ਪਾਇਆ ਜਾਵੇ ਮੁੱਦਾ, ਅੰਦਰ ਬਹਿ ਕੇ ਜਿੰਨੀ ਛੇਤੀ ਹੋਵੇ ਉਨੀ ਛੇਤੀ ਨਿਬੜ ਜਾਵੇ ਉਹ ਜ਼ਿਆਦਾ ਵਧੀਆ। ਕਿਉਂਕਿ ਦੇਖੋ ਕਾਰਨ ਆ ਵੀ ਬਾਹਰ ਗੱਲ ਨਿਕਲੂਗੀ, ਜਿੰਨੇ ਵਿਰੋਧੀ ਨੇ ਹਰੇਕ ਨੇ ਲੈਣਾ ਤੇ ਸਵਾਦ ਹੀ ਆ ਭਾਈ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਸਿੱਖਿਆ ਦਾ ਆ, ਸਿਹਤ ਦਾ ਆ, ਪੰਜਾਬ ਦੇ ਕਿੰਨੇ ਮਸਲੇ ਆ ਜਿਹੜੇ ਕੇਂਦਰ ਦੇ ਨਾਲ ਅੱਧ ਵਿਚਾਲੇ ਫਸੇ ਹੋ ਆ। ਸਾਡੇ ਪਾਣੀ ਦਾ ਮਸਲਾ ਆ, ਤੇ ਅਕਾਲੀ ਦਲ ਤੋਂ ਬਾਅਦ ਚੰਗੀ ਤਰ੍ਹਾਂ ਪੈਰਵਾਈ ਕੌਣ ਕਰ ਸਕਦਾ? ਪਰ ਐਨਰਜੀ ਤੇ ਸਮਾਂ ਤਾਂ ਉਹਨਾਂ ਹੀ ਆ ਨਾ ਲੀਡਰਸ਼ਿਪ ਦੇ ਕੋਲ। ਜੇ ਆਪਸ ਲੜਨ ਤੇ ਲੱਗੂਗਾ ਫਿਰ ਮੁੱਦੇ ਕਿੱਥੇ ਜਾਣਗੇ? ਬਿਲਕੁਲ ਸਹੀ। ਚਲੋ ਆਸ ਕਰਦੇ ਵੀ ਮਸਲਾ ਹੱਲ ਹੋ ਜਾਵੇ। ਇੱਕ ਮਸਲਾ ਪਿਛਲੇ ਦਿਨੀ ਖੜਾ ਹੋਇਆ ਸੀਗਾ ਜਦੋਂ ਉਹ VC ਸਾਹਿਬ ਰਾਜ ਬਹਾਦਰ ਹੁਣੀ, ਡਾਕਟਰ ਰਾਜ ਬਹਾਦਰ ਹੁਣੀ, ਉਹਨਾਂ ਦੇ ਨਾਲ ਜੋੜੇ ਮਾਜਰਾ ਸਾਹਿਬ ਦੀ ਮਾੜੀ ਮੋਟ ਕਹਿੰਦੇ ਵੀ ਕੋਈ ਕਿਹਾ ਸੁਣੀ ਹੋਈ ਸੀ। ਉਸ ਤੋਂ ਬਾਅਦ ਉਹ ਅਸਤੀਫਾ ਦੇ ਗਏ। ਉਹ ਕਹਿੰਦੇ ਸੀ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਮਾਫੀ ਮੰਗ ਲਈ ਆ, ਵੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸਤੀਫਾ ਵਾਪਸ ਲੈ ਲਓ। ਕੁਝ ਜਥੇਬੰਦੀਆਂ ਕਹਿੰਦੇ ਸੀ ਨਹੀਂ ਜੀ ਮੰਤਰੀ ਸਾਹਿਬ ਉਹਦਾ ਛੱਡਣ। ਵਾਹਵਾ ਦਿਨ ਚਰਚਾ ਚੱਲਦੀ ਰਹੀ ਤੇ ਲੋਕ ਉਡੀਕਦੇ ਸੀ ਵੀ ਹੋਊਗਾ ਕੀ, ਤੇ ਅਖੀਰ ਫਿਰ ਹੁਣ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ। ਯਾਨੀ ਕਿ ਹੁਣ VC ਸਾਹਿਬ ਡਾਕਟਰ ਰਾਜ ਬਹਾਦਰ ਹੋਰਾਂ ਦਾ ਐਜ਼ ਏ VC ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਹ ਪ੍ਰਵਾਨ ਹੋ ਗਿਆ। ਹੁਣ ਇਹਦੇ ਤੋਂ ਬਾਅਦ ਇੱਕ ਵੱਖਰੀ ਤਰ੍ਹਾਂ ਦੀ ਡਿਬੇਟ ਚੱਲ ਪਈ ਆ। ਉਹ ਕਹਿੰਦੇ ਵੀ ਯਾਰ ਇੱਦਾਂ ਕਿੱਦਾਂ ਹੋ ਗਿਆ, ਉਹ ਤਾਂ ਵਧੀਆ ਡਾਕਟਰ ਸੀਗੇ, ਨਹੀਂ ਸੀ ਜਾਣੇ ਚਾਹੀਦੇ, ਇਹਦਾ ਕੋਈ ਹੋਰ ਹੱਲ ਕੱਢਣਾ ਚਾਹੀਦਾ ਸੀ। ਪਰ ਇੰਨੇ ਦਿਨਾਂ 'ਚ ਨਾ ਨਿਕਲਿਆ ਹੋਊ ਤਾਂ ਹੀ ਅਸਤੀਫਾ ਪ੍ਰਵਾਨ ਹੋਇਆ। ਨਹੀਂ, ਮੁੱਖ ਮੰਤਰੀ ਹੋਰਾਂ ਨੇ ਖੁਦ ਵੀ ਕਹਿੰਦੇ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਸੀ ਵਧੀਆ ਡਾਕਟਰ, ਮੇਰੇ ਪਿਤਾ ਜੀ ਦਾ ਇਲਾਜ ਵੀ ਇਹਨਾਂ ਤੋਂ ਹੋਇਆ ਸੀ। ਲੱਗਦਾ ਸੀ ਕਿ ਵਾਪਸ ਹੋ ਜਾਣਾ ਅਸਤੀਫਾ, ਕਿਉਂਕਿ ਜਿਸ ਤਰੀਕੇ ਲੰਮਾ ਕੰਮ ਪਿਆ ਸੀ ਨਾ। ਚਲੋ ਨਹੀਂ ਵਾਪਸ ਹੋਇਆ। ਹੁਣ ਐਜ਼ ਏ VC ਰਿਜ਼ਾਈਨ ਹੈ, ਹੋਰ ਕਿਸੇ ਅਹੁਦੇ ਤੋਂ ਵੀ ਰਿਜ਼ਾਈਨ ਹੈ ਕਿ ਨਹੀਂ ਰਿਜ਼ਾਈਨ, ਇਹ ਦੋਨਾਂ ਚੀਜ਼ਾਂ ਦੇ ਵਿੱਚ ਜਾਣੀ ਆਮ ਲੋਕਾਂ ਨੂੰ ਸਮਝਣਾ ਪਊਗਾ ਕਿ ਵਾਈਸ ਚਾਂਸਲਰ ਦੇ ਅਹੁਦੇ ਤੇ ਨੇ, ਹੋਰ ਵੀ ਸੇਵਾਵਾਂ ਉਹਨਾਂ ਦੀਆਂ ਚੱਲਦੀਆਂ ਰਹਿਣਗੀਆਂ ਕਿ ਨਹੀਂ ਚੱਲਦੀਆਂ ਰਹਿਣਗੀਆਂ, ਕਿਵੇਂ। ਚੰਗੇ ਡਾਕਟਰਾਂ ਦੀ ਪੰਜਾਬ ਨੂੰ ਲੋੜ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸਾਨੂੰ ਉਹਨਾਂ ਡਾਕਟਰਾਂ ਦੀ ਵੀ ਲੋੜ ਹੈ ਜਿਹੜੇ ਵਿਦੇਸ਼ ਜਾ ਰਹੇ ਆ, ਸਾਨੂੰ ਉਹਨਾਂ ਨੂੰ ਵੀ ਸਾਂਭਣ ਦੀ ਲੋੜ ਹੈ। ਹਾਂ, ਜਿਹਨਾਂ ਗੱਦਿਆਂ ਤੋਂ ਰੌਲਾ ਪਿਆ ਸੀ ਕਿ VC ਸਾਹਿਬ ਨੂੰ ਦੇਖੋ ਗੱਦਿਆਂ ਤੇ ਲੰਮਾ ਕਹਿ ਕੇ ਦੇਖਿਆ, ਜਿਹੜੇ ਚਮੜੀ ਦੇ ਵਾਰਡ ਦੇ ਵਿੱਚ ਜਾਂ ਉਸ ਡਿਪਾਰਟਮੈਂਟ ਦੇ ਵਿੱਚ 200 ਗੱਦੇ ਜੋੜੇ ਮਾਜਰਾ ਸਾਹਿਬ ਨੇ ਆਪਦੇ ਖਰਚੇ ਤੇ ਭੇਜੇ। ਉਹ ਫਿਰ ਜਿਨ੍ਹਾਂ ਗੱਦਿਆਂ ਦੀ ਥਾਂ ਦੇ ਉੱਤੇ ਉਹ ਗੱਦੇ ਰੱਖੇ, ਉਹਨਾਂ ਪੁਰਾਣੇ ਗੱਦਿਆਂ ਦਾ ਢੇਰ ਲੱਗ ਗਿਆ। ਸੱਚੀ ਹੋਲੀ ਲੱਗੀ ਸੀ। ਪੰਜਾਬੀ ਕਹਿੰਦੇ, ਕਈ ਵਾਰੀ ਬੀਬੀਆਂ ਕਹਿੰਦੇ ਜਿਹੜੀ ਨਾ ਤਲਾਈ ਸੰਧਾਲੀਆ ਸਾਹਿਬ ਨਿੱਕੇ ਨਿਆਣੇ ਦੇ ਥੱਲੇ ਵਿਛਦੀ ਆ। ਆਮ ਹੀ ਹੁੰਦਾ 5-7 ਵਾਰੀ ਬਾਥਰੂਮ ਦਾ ਉੱਪਰ ਕਰ ਹੀ ਦੇਣਾ ਹੁੰਦਾ। ਮੈਂ ਤੁਹਾਡੀ ਗੱਲ ਨਹੀਂ ਕਰਦਾ, ਕਿਉਂਕਿ ਤੁਸੀਂ ਤਾਂ ਵਧੀਆ ਤਰੀਕੇ ਨਾਲ ਡਾਈਪਰ ਦਾ ਕੀ ਭਾਅ ਚੰਗੇ ਤਰੀਕੇ ਪਤਾ ਹੀ ਹੁੰਦਾ ਤੁਹਾਨੂੰ। ਆਮ ਬੰਦੇ ਨੇ ਤਾਂ ਉਹੀ ਹੁੰਦਾ ਨਾ, ਉਹ ਤਲਾਈ ਜਦੋਂ ਕੰਧ ਤੇ ਸੁੱਕਣੀ ਪਾਈ ਹੁੰਦੀ ਨਾ ਧੁੱਪੇ, ਉਦੋਂ ਪਤਾ ਲੱਗਦਾ ਕਿੰਨੇ ਕੁ ਡੱਬ ਪਏ। ਕਹਿੰਦੇ ਕਿ ਤਾਂ ਗਲੀ ਪਈ ਤਲਾਈ, ਉਹ ਕਹਿੰਦੇ ਡਲੇ ਪਏ। ਮਾਫ ਕਰਨਾ, ਨਹੀਂ ਇਹ ਤੇ ਘਰ ਘਰ ਦੀ ਕਹਾਣੀ ਹੈ ਨਾ, ਆਪਾਂ ਸਾਰੇ ਉੱਥੋਂ ਹੀ ਲੰਘੇ ਏਡੀ ਗੱਲ ਹੀ। ਤੇ ਉਹ ਗੱਦੇ ਜਿਹੜੇ ਸੀ ਜਿਹਨਾਂ ਹਾਲਾਤਾਂ ਸੀ, ਅਸੀਂ ਤਾਂ ਕਹਿੰਦੇ ਸਾਰੇ ਹਸਪਤਾਲਾਂ 'ਚ ਜਿੰਨੇ ਸਰਕਾਰੀ ਡਾਕਟਰ ਨੇ, ਜਿੰਨੇ ਇੰਚਾਰਜ ਸਾਹਿਬ ਨੇ, ਭਾਈ ਆਪੋ ਆਪਣੇ ਹਸਪਤਾਲ 'ਚ ਦੇਖ ਲਓ, ਸਰਕਾਰ ਨੂੰ ਚਿੱਠੀ ਲਿਖ ਕੇ ਪਾ ਦਿਓ, ਈਮੇਲ ਕਰ ਦਿਓ, ਫੈਕਸ ਕਰ ਦਿਓ, ਤੁਹਾਡੇ ਕੋਲ ਰਿਕਾਰਡ ਹੋਵੇ। ਕੱਲ੍ਹ ਨੂੰ ਕੋਈ ਮੰਤਰੀ ਸਾਹਿਬ ਆਉਣ, ਕੋਈ MLA ਸਾਹਿਬ ਆਉਣ, ਤੁਸੀਂ ਦੱਸਣ ਜੋਗੇ ਹੋ ਭਾਈ ਅਸੀਂ ਦੱਸਿਆ ਸੀ, ਗੱਦੇ ਆਏ ਨਹੀਂ, ਸਾਡਾ ਔਖਾ। ਇਹ ਗੱਲ ਤਾਂ ਹੈਗੀ ਹੈ। ਇਹਦੇ 'ਚ ਦੇਖੋ ਜਿਹੜੀ ਚਰਚਾ ਚੱਲਦੀ ਆ ਉਹਦੇ 'ਚ ਇਹ ਵੀ ਚਰਚਾ ਇਹ ਵੀ ਹੈਗੀ ਆ ਵੀ ਸ਼ਾਇਦ ਜੇ ਐਜ਼ ਏ VC ਉਹਨਾਂ ਨੇ ਰਿਜ਼ਾਈਨ ਦੇ ਦਿੱਤਾ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਮੈਂ ਹੁਣ ਭਾਈ ਸਾਹਿਬ ਵਾਪਸ ਨਹੀਂ ਲੈਣਾ। ਕੱਲ੍ਹ ਨੂੰ ਕਿਉਂਕਿ ਮੁੱਖ ਮੰਤਰੀ ਸਾਹਿਬ ਨਾਲ ਚੰਗੀ ਟਿਊਨਿੰਗ ਹੈ, ਕਿਸੇ ਹੋਰ ਅਹੁਦੇ 'ਤੇ ਉਹਨਾਂ ਨੂੰ ਮਤਲਬ ਬਿਰਾਜਮਾਨ ਕਰਾ ਦਿੱਤਾ ਜਾਊਗਾ, ਸਤਿਕਾਰ ਹੀ ਦੇਣਾ।
ਪਰ ਦੂਜੇ ਪਾਸੇ ਇਹ ਵੀ ਚਰਚਾ ਚੱਲਦੀ ਹੈ ਕਿ ਵੀ ਇਦਾਂ ਕਰਕੇ, ਕਿਉਂਕਿ ਜੋੜੇ ਮਾਜਰਾ ਸਾਹਿਬ ਦਾ ਅਸਤੀਫਾ ਮੰਗਣ ਵਾਲਾ ਵੀ ਬੜਾ ਪ੍ਰੈਸ਼ਰ ਸੀਗਾ। ਹੁਣ ਉਧਰੋਂ ਅਸਤੀਫਾ ਤੇ ਉਹਨਾਂ ਨੇ ਦਿੱਤਾ ਨਹੀਂ, ਹਾਂ ਗੱਦਿਆਂ ਦੀ ਮੁਸ਼ਕਿਲ ਸੀ, ਉਹ ਕਹਿੰਦੇ ਆ ਲਓ ਮੈਂ ਜੇਬ ਚੋਂ ਹੱਲ ਕਰ ਦਿੱਤੀ ਯਾਰ, ਇਹ ਵੀ ਮਸਲਾ ਹੱਲ ਹੋ ਗਿਆ। ਇੱਕ ਉਹਨਾਂ ਦੇ ਦਫ਼ਤਰ ਦੇ ਬਾਹਰ ਕਹਿੰਦੇ ਤਖਤੀ ਲੱਗ ਗਈ ਹੈ, ਉਹਦੀ ਵੀ ਬੜੀ ਚਰਚਾ, ਕਹਿੰਦੇ ਵੀ ਬਦਲੀਆਂ ਬੰਦ ਨੇ ਤੇ ਤੋਹਫੇ ਦੀ ਇਜਾਜ਼ਤ ਕੋਈ ਨਹੀਂ ਜੀ ਹੈਗੀ। ਇਹਦਾ ਮਤਲਬ ਉਧਰੋਂ ਵੀ ਕੰਮ ਸਖਤ ਹੈ ਵੀ ਇਹ ਨਹੀਂ ਵੀ ਉਹ ਮੰਤਰੀ ਸਾਹਿਬ ਆਪਣਾ ਹੀ ਬੰਦਾ ਕੋਈ ਕਰਿਓ ਜੀ। ਹੁਣ ਜਦੋਂ ਇਸ ਲੈਵਲ ਦਾ ਬੰਦਾ ਕੰਮ ਕਰਨ ਵਾਲਾ ਹੋਵੇ ਤੇ ਜੇ ਦੂਸਰੇ ਪਾਸੇ ਦਾ ਅਸਤੀਫਾ ਪ੍ਰਵਾਨ ਹੋ ਗਿਆ, ਤੇ ਮੈਨੂੰ ਲੱਗਦਾ ਚਰਚਾ ਇਸ ਚੀਜ਼ ਦੀ ਹੈ ਕਿ ਵੀ ਮੈਸੇਜ ਇਹੋ ਜਿਹਾ ਗਿਆ ਹੋ ਸਕਦਾ ਵੀ ਕੱਲ੍ਹ ਨੂੰ ਇਹ ਨਹੀਂ ਵੀ ਜੇ ਸਰਕਾਰ ਸਖਤੀ ਕਰਦੀ ਹੈ ਤੇ ਸਾਹਮਣੇ ਵਾਲੇ ਪਾਸੋਂ ਇੱਕ ਜਥੇਬੰਦੀ ਬਣਾ ਕੇ ਤੇ ਪ੍ਰੈਸ਼ਰ ਬਿਲਡਅਪ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਰਕਾਰ ਸਾਨੂੰ ਸਹੀ ਕੰਮ ਕਰਨ ਲਈ ਪ੍ਰੈਸ਼ਰਾਈਜ਼ ਨਾ ਕਰੇ ਤੇ ਬੈਕਫੁੱਟ ਤੇ ਚਲੇ ਜਾਊਗੀ। ਇੱਦਾਂ 4.5 ਸਾਲ ਨਹੀਂ ਨਿਕਲਣੇ। ਮੈਨੂੰ ਲੱਗਦਾ ਵੀ ਸ਼ਾਇਦ ਇਹ ਵੀ ਇੱਕ ਕਾਰਨ ਹੋਵੇ ਵੀ ਉਹਨਾਂ ਨੇ ਗੇਅਰ ਕੱਢਿਆ ਨਹੀਂ, ਉਹਨਾਂ ਨੇ ਪਾ ਕੇ ਰੱਖਿਆ। ਕਈ ਬੰਦੇ ਜਿਹੜੇ ਖਾਸ ਤੌਰ 'ਤੇ ਸ਼ਹਿਰਾਂ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਲੋਕਾਂ ਨੂੰ ਕਿ ਕੰਮ ਕਰਾ ਦਿੰਦੇ ਆ, ਯਾਨੀ ਜਿਹੜਾ ਨਹੀਂ ਕੰਮ ਹੋਣ ਵਾਲਾ ਹੁੰਦਾ ਉਹ ਵੀ ਕਰਾ ਦਿੰਦੇ ਆ। ਮੈਂ ਨਹੀਂ ਕਹਿੰਦਾ ਕਿੱਦਾਂ, ਤੇ ਜੇ ਉਹਨਾਂ ਦੇ ਕੋਲੇ ਜਾਓ ਨਾ, ਉਹ ਕਹਿੰਦੇ ਅਫਸਰ ਸਾਹਿਬ ਨਵੇਂ ਆਏ ਆ, ਹਫ਼ਤੇ ਤੱਕ ਆਇਓ। ਮੈਂ ਜਾਊਂਗਾ ਕਿਸੇ ਦਿਨ, ਚਾਹ ਪਾਣੀ ਪੀਊਂਗਾ, ਉਹਨਾਂ ਨਾਲ ਸਤਿ ਸ੍ਰੀ ਅਕਾਲ ਕਰਾਂਗੇ, ਜਾ ਕੇ ਗੱਲਾਂ ਬਾਤਾਂ ਕਰਾਂਗੇ, ਕੋਈ ਰਿਸ਼ਤੇਦਾਰੀ, ਕੋਈ ਸੱਜਣ ਮਿੱਤਰ ਪੁਰਾਣਿਆਂ ਨੂੰ ਕਹਾਂਗੇ ਉਹਨਾਂ ਨਾਲ ਵਧੀਆ ਸੀ, ਉਹਨਾਂ ਨੂੰ ਕਹਾਂਗੇ ਮੇਰੇ ਬਾਰੇ ਇਹਨਾਂ ਨੂੰ ਫੋਨ ਕਰ ਦਿਓ, ਤੁਸੀਂ 10 ਕੁ ਦਿਨ ਰੁਕ ਜਾਓ ਜਰਾ। ਆਮ ਹੀ ਹੁੰਦੀ ਆ, ਕੋਈ ਗੱਲ ਹੋ ਜਾਣੇ ਕੰਮ ਸ਼ੁਰੂ। ਆਮ ਹੀ ਤਹਿਸੀਲਾਂ 'ਚ ਰਜਿਸਟਰੀ ਰੁਕਦੇ, ਕਹਿੰਦੇ ਤਹਿਸੀਲਦਾਰ ਸਾਹਿਬ ਨਵੇਂ ਆਏ, ਉਹ ਕਹਿੰਦੇ ਨਹੀਂ NOC ਦੇ ਬਿਨਾਂ ਰਜਿਸਟਰੀ ਹੋਣੀ। 15 ਕੁ ਦਿਨ ਕਰਦੇ ਆ, ਕੋਈ ਬਸ ਰੌਲਾ ਨਹੀਂ ਪਾਉਣਾ। ਇੱਦਾਂ ਹੀ ਹੁੰਦਾ ਆਮ ਤੌਰ 'ਤੇ, ਸਾਰਿਆਂ ਦੀ ਨਹੀਂ ਗੱਲ ਕਰਦੇ, ਕੁਝ ਇੱਕ ਦੀ ਗੱਲ ਕਰਦੇ ਆ। ਹੁਣ ਸੰਧਾਲੀਆ ਸਾਹਿਬ ਆਮ ਹੀ ਹੁੰਦਾ, ਜਦੋਂ ਨਵੀਆਂ ਸਰਕਾਰਾਂ ਆਉਂਦੀਆਂ ਬੜੀਆਂ ਸਖਤੀਆਂ ਹੁੰਦੀਆਂ, ਉੱਥੇ ਵੀ ਕਹਿੰਦੇ ਥੋੜ੍ਹਾ ਚਿਰ ਰੁਕੋ ਜਰਾ, ਹੋ ਜੂਰੇ ਵਾਲਾ ਕੰਮ ਚੱਲ ਪੈਂਦਾ ਹੁੰਦਾ ਕੰਮ, ਕੋਈ ਨਹੀਂ। ਜੋੜੇ ਮਾਜਰਾ ਸਾਹਿਬ ਨੇ ਚੰਗਾ ਕੀਤਾ, ਕਿਹਾ ਕਿ ਭਾਈ ਬਦਲੀਆਂ ਬੰਦ ਨਹੀਂ, ਕਿਉਂਕਿ ਬਦਲੀ ਕਈ ਵਾਰੀ ਤਾਂ ਬੰਦਾ ਜੈਨੂਅਨ ਬਦਲੀ ਲਿਆਉਂਦਾ, ਕਈ ਵਾਰੀ ਬਦਲੀ ਕਹਿੰਦੇ ਕਰਾ ਕੇ ਹੋਣੀ ਆ ਬਦਲੀ, ਆ ਕੋਈ ਗੱਲ ਨਹੀਂ, ਕੋਈ ਹੈਗਾ ਆਉਂਦਾ ਆਪਾਂ ਨੂੰ ਢੰਗ ਤਰੀਕਾ ਗੱਲਬਾਤ ਕਰਨ ਦਾ, ਬੰਦਾ ਵੀ ਹੈਗਾ ਬਾਹਰ ਆਪਣੇ ਕੋਲ ਇੱਕ। ਦੂਸਰੇ ਪਾਸੇ ਉਹਨਾਂ ਨੇ ਜਦੋਂ ਕਿਹਾ ਤੋਹਫੇ ਨਹੀਂ, ਕਈ ਡਾਕਟਰ ਸਾਹਿਬਾਨ ਨੇ ਉਹਨਾਂ ਨੇ ਵੀ ਆਪਣੇ ਕੈਬਨ ਦੇ ਮੂਹਰੇ ਲਿਖ ਕੇ ਲਿਆਉਂਦਾ, ਸਰਕਾਰੀ ਡਾਕਟਰ ਅਸੀਂ ਤੋਹਫੇ ਨਹੀਂ ਲੈਂਦੇ। ਉਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਹੁੰਦਾ ਕਿ ਭਾਈ ਇਹ ਤੋਹਫੇ ਕਿਉਂ ਦਿੱਤੇ ਜਾਂਦੇ ਆ, ਕਿੱਦਾਂ ਦਿੱਤੇ ਜਾਂਦੇ ਆ, ਕਿਹੜੀ ਦਵਾਈ ਰეკਮੈਂਡ ਕਰਿਓ। ਫਿਰ ਜੋੜੇ ਮਾਜਰਾ ਸਾਹਿਬ ਬਹੁਤ ਚੰਗਾ ਲੱਗਾ ਤੁਸੀਂ ਉੱਥੇ ਲਿਖਿਆ ਕਿ ਮੈਂ ਤੋਹਫੇ ਕਬੂਲ ਨਹੀਂ ਕਰਦਾ। ਸਾਡੇ ਇੱਕ ਮੰਤਰੀ ਸਾਹਿਬ ਸੀਗੇ ਪਹਿਲਾਂ ਪੰਜਾਬ ਦੇ, ਤੁਹਾਡੇ ਤੋਂ ਪਿਛਲੀ ਸਰਕਾਰ ਦੇ ਵੇਲੇ, ਉਹਨਾਂ ਨੇ ਵੀ ਲਿਖਿਆ ਹੁੰਦਾ ਜੇ ਮੈਂ ਕਿਸੇ ਨੂੰ ਚਾਹ ਨਾ ਪਿਲਾਵਾਂ ਜਾਂ ਮੈਂ ਚਾਹ ਨਹੀਂ ਪਿਲਾਉਂਦਾ, ਕਿਉਂਕਿ ਪੰਜਾਬ ਦੇ ਖਜ਼ਾਨੇ ਦੇ ਉੱਤੇ ਭਾਰ ਬੜਾ ਹੈ, ਚਾਹ ਵੀ ਨਹੀਂ ਪਿਲਾਈ ਕਿਸੇ ਨੂੰ, ਭਾਰ ਵੀ ਨਾ ਲਿੱਥਾ। ਹਾਂ ਲੋਕਾਂ ਨੇ ਕੁਰਸੀ ਦਿਲਾਤੇ, ਨਹੀਂ ਚਲੋ ਐਂਡ ਵਾਲਾ ਕੰਮ ਤੇ ਲੋਕਾਂ ਦੇ ਹੱਥ ਵਾਸ ਆ ਨਾ, ਕੋਈ ਗੱਲ ਨਹੀਂ, ਚੱਲਣ ਦਿਓ ਕੰਮ। ਅਜੇ ਤਾਂ ਗੇਮ ਚੱਲਦਾ ਤੇ ਮੈਂ ਕਹਿ ਰਿਹਾ 4.5 ਸਾਲ ਨੇ ਅਜੇ। ਹਰੇਕ ਨੂੰ ਦੇਖੋ, ਜੇ ਮੈਚ ਚੱਲ ਰਿਹਾ, ਇੱਕ ਗੋਲ ਉਹ ਨਾ ਕਰਨਾ, ਇੱਕ ਉਹ ਨਾ ਕਰਨਾ, ਐਂਡ ਤੇ ਉੱਥੇ ਨਿਬੇੜਾ ਹੋਣਾ ਵੀ ਭਾਈ ਸਾਹਿਬ ਕਿੰਨੇ ਗੋਲ ਵੱਧ ਮਾਰੇ। ਇੱਕ ਹੋਰ ਮੈਨੂੰ ਲੱਗਦਾ, ਮੈਂ ਕਹਿੰਦਾ ਕਿ ਉਹ ਚਾਹ ਭਾਵਾਂ ਪਿਲਾ ਦਿੰਦੇ, ਰੋਜ਼ 200 ਦੀ ਚਾਹ ਲੱਗ ਜਾਂਦੀ, 500 ਦੀ ਲੱਗ ਜਾਂਦੀ। ਕੈਪਟਨ ਸਾਹਿਬ ਕੋਲੋਂ ਫਾਈਲਾਂ ਰੋਕ ਲੈਂਦੇ, ਕੈਪਟਨ ਸਾਹਿਬ ਦਿੱਲੀ ਕਾਹਨੂੰ ਦੇਣ ਨੂੰ ਚੱਲੇ, ਆਪਾਂ ਇੱਥੇ ਕਾਰਵਾਈ ਕਰਦੇ ਰੇਤ ਵਾਲਿਆਂ ਤੇ, ਤਾਂ ਖਜ਼ਾਨੇ ਜਿੰਨੇ ਮਰਜ਼ੀ ਪੈਸੇ ਲਾਉਂਦੇ, ਚਾਹ ਛੱਡ ਕੇ ਭਾਵੇਂ ਕੌਫੀ ਬਣਾਉਂਦੇ, ਨਾਲ 2-2 ਕੁੱਕੀਆਂ ਫਰੀ। ਨਹੀਂ ਪਰ ਕੈਪਟਨ ਸਾਹਿਬ ਚਾਹ ਪਿਆਉਂਦੇ ਹੋਣਗੇ, ਦੱਸੋ। ਮੈਂ ਤਾਂ ਪਿਲਾਉਣਗੇ ਜੇ ਕਿ ਉਹਨੂੰ ਮਿਲਣਗੇ। ਇਹੀ ਤੇ ਗੱਲ ਹੈ। ਅੱਛਾ, ਇੱਕ ਬੜੀ ਚਰਚਾ ਆ ਬਈ ਲਾਲ ਸਿੰਘ ਚੱਡਾ ਫਿਲਮ ਆ ਰਹੀ ਜੀ, ਆ ਗਈ ਹੈ ਨਾ ਜੀ। ਲਾਲ ਸਿੰਘ ਚੱਡਾ ਫਿਲਮ ਦੀ ਰਿਲੀਜ਼ ਦੇ ਬਾਅਦ ਜਲੰਧਰ ਦੇ ਵਿੱਚ ਕਹਿੰਦੇ ਵੀ ਵਾਹ ਤਣੀ ਜੀ ਆਪਸ ਦੇ ਵਿੱਚ ਹੋਈ, ਕੁਝ ਜਥੇਬੰਦੀਆਂ ਉਹਦਾ ਵਿਰੋਧ ਕਰਦੀਆਂ ਸੀ ਤੇ ਕੁਝ ਜਥੇਬੰਦੀਆਂ ਉਹਦੇ ਹੱਕ 'ਚ ਆ ਗਈਆਂ ਕਿ ਮਹਾਰਾਜ ਵੀ ਉਹਦੇ 'ਚ ਫਿਲਮ 'ਚ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਹੈ ਹੀ ਨਹੀਂ, ਤੇ ਤੁਸੀਂ ਕਰ ਕਿਉਂ ਰਹੇ ਹੋ। ਹੁਣ ਤੁਸੀਂ ਇਹ ਦੇਖੋ ਵੀ ਜਦੋਂ ਆਮ ਜਿਹੜਾ ਬੰਦਾ ਹੁੰਦਾ ਨਾ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਅਚਾਨਕ ਜਦੋਂ ਬਹੁਤ ਲੰਮੀ ਚੌੜੀ ਪੁਲਿਸ ਫੋਰਸ ਦੇਖਦਾ, ਫਿਰ ਦੂਸਰੇ ਪਾਸੇ ਲੋਕ ਦੇਖਦਾ, ਫਿਰ ਇੱਕ ਗੱਲ ਕਹਿੰਦਾ, ਉਹ ਕਹਿੰਦਾ ਯਾਰ ਇੱਥੇ ਟਕਰਾ ਜਾ ਉਹਨੂੰ ਫਿਰਦਾ ਹੀ, ਚਰਚਾ ਚੱਲ ਪਈ, ਉਹਦੇ ਨਾਲ ਲੋਕਾਂ ਦੇ ਵਿੱਚ ਤਾਂ ਇੱਕ ਦਹਿਲ ਜਿਹਾ ਬਣ ਹੀ ਜਾਂਦਾ ਨਾ। ਪਰ ਉਹ ਮੁੱਦਾ ਕਦੋਂ ਬਣਦਾ, ਕਿਵੇਂ ਬਣਦਾ, ਉਹ ਕਈ ਵਾਰ ਸਮਝ ਤੋਂ ਬਾਹਰ ਆਉਂਦਾ। ਹਾਲਾਂਕਿ ਜਿੰਨੀ ਕੁ ਗੱਲ ਸਾਹਮਣੇ ਆਈ ਉਹ ਤਾਂ ਇਹੀ ਕਹਿੰਦੇ ਨਾ ਵੀ ਇਹਨਾਂ ਨੇ PK ਫਿਲਮ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੇ ਖਿਲਾਫ ਇਸ ਤਰ੍ਹਾਂ ਕੀਤਾ ਸੀਗਾ ਤੇ ਅਸੀਂ ਇਹਨਾਂ ਦਾ ਵਿਰੋਧ ਕਰਦੇ, ਇਸ ਕਰਕੇ ਇਹਦੀ ਫਿਲਮ ਨਹੀਂ ਲੱਗਣ ਦੇਣੀ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਮੰਨਣੀ ਪਊਗੀ ਕਿ ਆਮਿਰ ਖਾਨ ਕਲਾਕਾਰ ਲਾਜਵਾਬ ਆ, ਕੰਮ ਥੋੜ੍ਹਾ ਕਰਦਾ, ਕਿਉਂਕਿ ਇੱਥੇ ਬਹੁਤ ਸਾਰੇ ਇੱਦਾਂ ਦੇ ਬੰਦੇ ਵੀ ਆ ਜਿਹੜੇ ਕਹਿੰਦੇ ਵੀ ਫਿਲਮ ਕਿੱਦਾਂ ਦੀ ਬਣਦੀ ਹੈ, ਕੋਈ ਗੱਲ ਨਹੀਂ, ਫਿਲਮ ਜਾਂਦੀ ਢਹਿ ਜਾਂਦੀ ਹੈ ਕਿ ਕੁਛ ਬਿਜ਼ਨਸ ਕਰਦੀ ਹੈ, ਕੋਈ ਗੱਲ ਨਹੀਂ, ਆਪਾਂ ਨੂੰ ਨਾਮਾ ਆਉਣਾ ਚਾਹੀਦਾ। ਤੁਸੀਂ ਫਿਲਮਾਂ ਭਾਵੇਂ ਸਾਲ ਦੇ ਵਿੱਚ 5 ਰਿਲੀਜ਼ ਹੋਈ ਜਾਣ, ਇੱਦਾਂ ਦੇ 5 ਕੀ ਕਰਦੇ ਹੋ ਬੰਦੇ ਦੇ ਇੱਦਾਂ ਦੇ ਵੀ ਹੈਗੇ, ਉਹ 2 ਮਹੀਨੇ 5-7 ਕਰ ਦਿੰਦੇ ਆ। ਸੱਚੀ ਗੱਲ ਆ। ਹਾਂਜੀ ਉਹ ਤੇ ਕੇਵਲੇ ਉਹਨਾਂ ਨੂੰ ਚੇਤਾ ਕਰਾਉਣਾ ਪੈਂਦਾ ਫੋਨ ਕਰਕੇ, ਸਰ ਤੁਹਾਡੀ ਉਹ ਫਿਲਮ ਅੱਛਾ ਇਹ ਕਦੋਂ ਕੀਤੀ ਆਪਾਂ। ਉਹ ਬੰਦਾ ਫਿਲਮਾਂ ਘੱਟ ਬਣਾਉਂਦਾ ਪਰ ਸਟੈਂਡਰਡ ਦੇ ਪੱਖੋਂ ਕਮਾਲ ਦੀਆਂ ਬਣਾਉਂਦਾ। ਹਾਂ, ਫਿਲਮਾਂ ਦੇ ਉੱਤੇ ਇਤਰਾਜ਼ ਵੀ ਹੁੰਦਾ ਰਿਹਾ, ਆਪਾਂ ਇਸ ਗੱਲ ਤੋਂ ਇਨਕਾਰੀ ਨਹੀਂ, ਸਾਰਿਆਂ ਦੀਆਂ ਭਾਵਨਾਵਾਂ ਨੇ ਭਾਈ ਆਪੋ ਆਪਣੀਆਂ। ਚਲੋ ਹੁਣ ਲਾਲ ਸਿੰਘ ਚੱਡਾ ਜਦੋਂ ਉਹਨਾਂ ਨੇ ਫਿਲਮ ਬਣਾਈ, ਇੱਕ ਤਾਂ ਸਿੱਖ ਕਿਰਦਾਰ 'ਚ ਨੇ, ਆਪਣੇ ਆਪ 'ਚ ਇੰਪੋਰਟੈਂਟ ਹੈ, ਤੇ ਜਦੋਂ ਸਿੱਖ ਕਿਰਦਾਰ 'ਚ ਨੇ ਤਾਂ ਸਭ ਤੋਂ ਵੱਡਾ ਇਤਰਾਜ਼ ਤਾਂ ਸਿੱਖ ਭਾਈਚਾਰੇ ਨੂੰ ਹੋਣਾ ਚਾਹੀਦਾ
ਕਿ ਭਾਈ ਇਹਦੇ ਵਿੱਚ ਗਲਤ ਤਾਂ ਨਹੀਂ ਦਿਖਾਇਆ ਗਿਆ, ਇਹਦੇ ਵਿੱਚ ਠੀਕ ਤਰੀਕੇ ਦਿਖਾਇਆ ਗਿਆ। ਨਹੀਂ ਤਾਂ ਆਮ ਤੌਰ ਦੇ ਉੱਤੇ ਮਜਾਈਆ ਕਲਾਕਾਰਾਂ ਦੇ ਤੌਰ ਦੇ ਉੱਤੇ ਪੱਗ ਬਣਾ ਕੇ ਸਿਰ ਦੇ ਉੱਤੇ ਪੇਸ਼ ਕਰ ਦਿੱਤਾ ਜਾਂਦਾ, ਕਿਰਦਾਰ ਠੀਕ ਨਹੀਂ ਦਿਖਾਉਂਦੇ। ਪਰ ਲੰਬਾ ਸਮਾਂ ਹੋ ਗਿਆ ਸੀ ਫਿਲਮ ਬਣਦੀ ਨੂੰ। ਉਹਨਾਂ ਨੇ ਪਹਿਲਾਂ ਆਮਿਰ ਖਾਨ ਹੋਰੀ ਆਏ, SGPC ਵਾਲਿਆਂ ਨੂੰ ਨਾਲ ਬਿਠਾ ਕੇ ਫਿਲਮ ਦਿਖਾਈ, ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ, ਕਿ ਭਾਈ ਦੇਖ ਲਓ, ਤੁਹਾਨੂੰ ਕਿਸੇ ਤਰ੍ਹਾਂ ਇਤਰਾਜ਼ ਤਾਂ ਨਹੀਂ, ਸਿੱਖ ਕਿਰਦਾਰ ਨਿਭਾਇਆ, ਕਹਿੰਦੇ ਕਮਾਲ, ਵਧੀਆ ਬਈ, ਕੋਈ ਇਦਾਂ ਦੀ ਗੱਲ ਹੀ ਕੋਈ ਨਹੀਂ, ਤੁਸੀਂ ਫਿਲਮ ਲਾਓ। ਹਾਂ, ਉਹ 5-6 ਸਾਲ ਪੁਰਾਣਾ ਜਿਹੜਾ ਮਸਲਾ, ਜੇ ਤਾਂ ਉਦੋਂ ਤੋਂ ਲਗਾਤਾਰ ਉਹ ਭਖਿਆ ਹੀ ਰਹਿੰਦਾ ਫਿਰ ਤਾਂ ਉਹ ਸਮਝ ਆਉਂਦੀ ਸੀ, ਪਰ ਹੁਣ ਅਚਾਨਕ ਉਹ ਫੇਰ ਸਾਹਮਣੇ ਆ ਗਿਆ। ਚਲੋ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਸੀ। ਹਾਂ, ਇੱਕ ਅਸੀਂ ਬੇਨਤੀ ਜ਼ਰੂਰ ਕਰਦੇ ਹਾਂ, ਹਿੰਦੂ ਸਿੱਖ ਦਾ ਮਸਲਾ ਨਾ ਬਣ ਜਾਏ, ਇਹ ਬਿਲਕੁਲ ਨਾ ਬਣ ਜਾ। ਠੀਕ ਹੈ, ਇਤਰਾਜ਼ ਕੋਈ ਪ੍ਰਗਟ ਕਰਨਾ, ਇਤਰਾਜ਼ ਪ੍ਰਗਟ ਕਰੋ, ਪਰਚਾ ਕਰਾਓ, ਕੇਸ ਕਰੋ, ਅਦਾਲਤੀ ਲੜਾਈਆਂ ਲੜੀਆਂ ਜਾਣ, ਆਪਸ ਦੇ ਵਿੱਚ ਕਿਤੇ ਫਿੱਕ ਨਾ ਪੈ ਜਾਏ। ਵੈਸੇ ਪੰਜਾਬ ਵਾਲੇ ਫਿੱਕ ਫੁੱਕ ਪੈਣ ਨਹੀਂ ਦਿੰਦੇ ਹੁੰਦੇ, ਪਰ ਇਹ ਗੱਲ ਤਾਂ ਉਹੀ ਨੋਟ ਕਰਨ ਲਈ ਮੈਂ ਕੁਦਰਤੀ ਅੰਦਾਜ਼ਾ ਲਾਉਂਦਾ ਸੀ ਵੀ PK ਆਈ ਸੀ 2014 ਚ, ਉਸ ਤੋਂ ਬਾਅਦ 6 ਤੇ 2 8 ਸਾਲ ਹੋ ਗਏ ਜੀ। ਐਂਡ 2014 ਦੀ ਫਿਲਮ ਤੋਂ ਬਾਅਦ ਜਾਂ ਤੇ ਬੰਦੇ ਦੀ ਪਹਿਲੀ ਵਾਰ ਫਿਲਮ ਆਈ ਹੋਵੇ ਫਿਰ ਵੀ ਇਤਰਾਜ਼ ਸਮਝ ਆਉਂਦਾ। ਉਦੋਂ ਬਾਅਦ 16 ਦੇ ਵਿੱਚ ਬੰਦੇ ਦੀ ਆਈ ਸੀ ਉਹ ਜਿਹੜੀ ਭਲਵਾਨੀ ਦੇ ਉੱਪਰ ਸੀ, ਵੀ ਉਹ ਕੁੜੀਆਂ ਜਿਹੜੀਆਂ ਪਹਿਲਵਾਨ ਬਣੀਆਂ ਸੀ, ਹੈ ਨਾ, ਦੰਗਲ। 17 ਦੇ ਵਿੱਚ ਆਈ ਸੀ ਉਹ ਸੀਕ੍ਰੇਟ ਸੁਪਰਸਟਾਰ, ਜਿਹੜੀ ਉਹ ਕੁੜੀ ਸੀਗੀ ਉਹ ਗਾਇਕ ਬਣਦੀ, ਹੈ ਨਾ। ਫਿਰ ਉਸ ਤੋਂ ਬਾਅਦ 18 ਦੇ ਵਿੱਚ ਆਈ ਸੀ ਠੱਗਸ ਆਫ ਹਿੰਦੁਸਤਾਨ ਜੀ। 19 ਚ ਇਹ ਆਉਣੀ ਸੀਗੀ ਲਾਲ ਸਿੰਘ ਚੱਡਾ ਵਾਲੀ, ਉਦੋਂ ਬਾਅਦ ਚਲੋ ਵੀ ਉਹ ਕੋਵਿਡ ਆ ਗਿਆ ਕਰਕੇ ਰਿਲੀਜ਼ ਉਹਦੀ ਅੱਗੇ ਪੈ ਗਈ। ਹੁਣ 8 ਸਾਲ ਬਾਅਦ ਵਾਲੀ ਫਿਲਮ ਦੇ ਬਾਰੇ 'ਚ ਆਪਾਂ ਗੱਲ ਕਰ ਰਹੇ ਹਾਂ, ਉਹਦੇ ਵਿੱਚ 3 ਫਿਲਮਾਂ ਆ ਗਈਆਂ, ਉਦੋਂ ਆਪਾਂ ਨੂੰ ਇਤਰਾਜ਼ ਕੋਈ ਨਹੀਂ ਸੀਗਾ। ਜਦੋਂ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਫਿਰ ਜਿਹੜਾ ਆਮ ਬੰਦਾ ਸੜਕ ਤੇ ਤੁਰਿਆ ਜਾਂਦਾ ਉਹ ਵੀ ਦਾ ਵੀ ਇੱਕ ਨਾ ਮੱਥਾ ਜਿਹਾ ਤੇ ਠਣਕਦਾ ਵੀ ਯਾਰ ਇਹ ਮਸਲਾ ਇੱਦਾਂ ਜੇ ਲਿਆਣ ਕੇ ਜੋੜ ਕੇ ਤੇ ਫਿਰ ਇਹ ਪੰਜਾਬ 'ਚ ਹੀ ਕਿਉਂ ਅਚਾਨਕ ਤੋਂ ਇੱਦਾਂ ਦੀ ਗੱਲ ਬਣਦੀ, ਉਹਦਾ ਜਵਾਬ ਵੀ ਮੇਰੇ ਖਿਆਲ ਨਾਲ ਲੱਭ ਲੈਣਾ ਚਾਹੀਦਾ। ਅਸੀਂ ਇਹ ਫਿਲਮ ਅਜੇ ਦੇਖੀ ਨਹੀਂ। ਹਾਂ, ਨਹੀਂ ਆਪਾਂ ਫਿਲਮ ਇਹਦੇ ਬਾਰੇ ਤਾਂ ਗੱਲ ਨਹੀਂ ਕਰਦੇ, ਫਿਲਮ 'ਚ ਕੀ ਹੈ ਕਿ ਨਹੀਂ, ਉਹ ਤਾਂ PK ਦੀ ਗੱਲ ਕਰਦੇ ਨੇ, PK 2014 ਚ ਆਈ ਸੀ। ਚਲੋ, ਸੰਧਾਲੀਆ ਸਾਹਿਬ ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੂੰ ਬਹੁਤ ਸਤਿਕਾਰਯੋਗ ਕਹਿ ਕੇ ਸੁਖਪਾਲ ਸਿੰਘ ਖਹਿਰਾ MLA ਸਾਹਿਬ, ਉਹਨਾਂ ਨੇ ਦੋਸ਼ ਲਾਏ ਸੀ। ਉਹ ਕਹਿੰਦੇ ਜੀ ਰਾਜ ਸਭਾ ਦੇ ਮੈਂਬਰ ਨੇ, ਮੈਂ ਸਤਿਕਾਰ ਉਹਨਾਂ ਦਾ ਕਰਦਾ ਹਾਂ, ਪਰ ਜ਼ਮੀਨ ਦੱਬੀ ਹੋਆ ਉਹਨਾਂ ਨੇ ਜਾਂ ਉਹਨਾਂ ਦੇ ਟਰਸਟ ਨੇ। ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਹੋਰਾਂ ਨੂੰ ਚਿੱਠੀ ਲਿਖ ਦਿੱਤੀ ਕਿ ਭਾਈ ਤੁਹਾਡੇ ਬੰਦੇ ਨੇ, ਕਰੋ ਕਾਰਵਾਈ, ਤੁਸੀਂ ਕਹਿੰਦੇ ਹੋ ਅਸੀਂ ਨਜਾਇਜ਼ ਕਬਜ਼ੇ ਛਡਾਉਣੇ ਆ, ਆਹ ਦੇਖੋ ਕਾਗਜ਼ ਦਿਖਾਏ। ਤਰੀਕਾ ਚੰਗਾ ਸੀ ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਕਿ ਮੂੰਹੋਂ ਮੂੰਹ ਗੱਲਾਂ ਨਹੀਂ ਕੀਤੀਆਂ। ਕਹਿੰਦੇ ਜੀ ਆਹ ਦੇਖੋ ਪਹਿਲਾ ਕਾਲਮ, ਦੂਜਾ ਕਾਲਮ, ਤੀਸਰਾ ਨਜਾਇਜ਼ ਕਬਜ਼ਾ ਇੱਥੇ ਲਿਖਿਆ। ਤੇ ਬਾਬਾ ਸੀਚੇਵਾਲ ਹੋਰੀ ਉਹ ਕਹਿੰਦੇ ਜੀ ਆਪੇ ਛੱਡ ਦੇਣ, ਹੋਰ ਵੀ ਜੇ ਕਿਤੇ ਜ਼ਮੀਨ ਉਹਨਾਂ ਦੇ ਜਿਹਨਾਂ ਦੇ ਟਰਸਟ ਦੇ ਕੋਲ ਹੈਗੀ ਆ ਨਜਾਇਜ਼ ਹੈ ਤਾਂ ਛੱਡ ਦਿਓ। ਆਪਾਂ 24 ਘੰਟੇ ਪਹਿਲਾਂ ਐਸੇ ਵੇਲੇ ਗੱਲ ਕੀਤੀ ਸੀ ਕਿ ਬਾਬਾ ਸੀਚੇਵਾਲ ਹੁੰਦਾ ਸਤਿਕਾਰ ਬੜਾ, ਬਹੁਤ ਵੱਡੇ ਵੱਡੇ ਅਵਾਰਡ ਮਿਲੇ, ਤੇ ਹੁਣ ਉਹ ਕਲੀਅਰ ਕਰ ਦੇਣ, ਉਹ ਗੱਲ ਨੂੰ ਠੰਡੀ ਨਾ ਕਰਨ ਕਿ ਭਾਈ ਇੱਦਾਂ ਜੋ ਕੁਝ ਵੀ ਹੈਗਾ ਕਲੀਅਰ ਕਰ ਦਿਓ। ਬਾਬਾ ਬਲਵੀਰ ਸਿੰਘ ਸੀਚੇਵਾਲ ਸਾਹਿਬ ਸਾਹਮਣੇ ਆ ਗਏ, ਉਹ ਕਹਿੰਦੇ ਜੀ ਬਹੁਤ ਹੀ ਸਤਿਕਾਰਯੋਗ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ, ਕਹਿੰਦੇ ਜੀ ਬੜਾ ਚੰਗਾ ਹੋਇਆ ਉਹਨਾਂ ਨੇ ਮੁੱਦਾ ਚੁੱਕਿਆ। ਪਹਿਲੀ ਗੱਲ ਉਹ ਕਹਿੰਦੇ ਜੀ ਉਹ ਜ਼ਮੀਨ ਸਾਡੇ ਕੋਲ ਹੈ, ਜਿਹੜੀ ਜ਼ਮੀਨ ਸੁਖਪਾਲ ਸਿੰਘ ਖਹਿਰਾ ਨੇ ਕਹੀ। ਦੂਸਰੀ ਗੱਲ ਉਹ ਕਹਿੰਦੇ ਜੀ ਜ਼ਮੀਨ ਦੱਬੀ ਨਹੀਂ, ਜ਼ਮੀਨ ਖਰੀਦੀ ਆ। ਤੀਸਰਾ ਉਹਨਾਂ ਨੇ ਬੰਦੇ ਦਾ ਨਾਂ ਲਿਆ, ਕਹਿੰਦੇ ਜੀ ਇਹਨੂੰ ਪੈਸੇ ਦਿੱਤੇ। ਫਿਰ ਉਹ ਕਹਿੰਦੇ ਜੀ ਕਾਨੂੰਨ ਪਿਛਲੀ ਸਰਕਾਰ ਦੇ ਵੇਲੇ ਆਇਆ ਸੀ, 2 ਕਿਸ਼ਤਾਂ ਪੈਸਿਆਂ ਦੀਆਂ ਹੋਰ ਵੀ ਦਿੱਤੀਆਂ। ਫਿਰ ਜੀ ਜ਼ਮੀਨ ਕਦੋਂ ਲਈ, ਕਿਉਂ ਲਈ, ਉਹ ਕਹਿੰਦੇ ਜੀ ਉਹ ਵੀ ਦੱਸਦੇ ਨੇ, ਕਿਉਂਕਿ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਦੇਖੋ ਮੁੱਦਾ ਗਲਤ ਨਹੀਂ ਉਠਾਇਆ। ਜੇ ਕਾਗਜ਼ਾਂ ਦੇ ਵਿੱਚ ਨਜਾਇਜ਼ ਕਬਜ਼ਾ ਲਿਖਿਆ ਤਾਂ ਠਾਉਣਾ ਚਾਹੀਦਾ, ਵਿਰੋਧੀ ਧਿਰ ਦੇ ਵਿੱਚ ਨੇ ਇਹੀ ਕੰਮ ਹੁੰਦਾ। ਉਹ ਕਹਿੰਦੇ ਜੀ ਉਹ ਜਿਹੜੀ ਹੈਗੀ ਆ ਰੇਲਵੇ ਦੇ ਨੇੜੇ ਟਰੀ ਪਲਾਂਟੇਸ਼ਨ ਚੱਲਦਾ ਸੀ, ਉਦੋਂ ਪੌਦੇ ਪੌਦੇ ਲੱਗ ਰਿਹਾ ਸੀ, 40-50 ਬੇਸਹਾਰਾ ਗਾਵਾਂ ਸੀ ਉੱਥੇ, ਬੇਸਹਾਰਾ ਗਾਵਾਂ। ਤੇ ਕਹਿੰਦੇ ਜੀ ਹੋਰ ਫਿਰ ਕੀ ਕਰਨਾ ਸੀ ਉਹਨਾਂ ਦੇ ਲਈ, ਉਹਨਾਂ ਨੂੰ ਛੱਡ ਤਾਂ ਸਕਦੇ ਨਹੀਂ ਸੀ ਇੱਦਾਂ। ਉਹ ਫਿਰ ਅਸੀਂ ਜ਼ਮੀਨ ਕਹਿੰਦੇ ਜੀ ਖਰੀਦੀ ਤੇ ਉੱਥੇ ਗਊਸ਼ਾਲਾ ਬਣਾਈ ਆ ਤੇ ਪੱਠੇ ਬੀਜੀ ਰਹੇ ਆ, ਤੇ ਉਹ ਪੱਠੇ ਉਸੇ ਗਊਸ਼ਾਲਾ ਦੇ ਵਿੱਚ ਜਿਹੜੀਆਂ ਬੇਸਹਾਰਾ ਗਾਵਾਂ ਨੇ ਉਹਨਾਂ ਦੇ ਲਈ ਵਰਤੇ ਜਾਂਦੇ ਆ। ਕਦੇ ਕਣਕ ਝੋਨਾ ਬੀਜ ਕੇ ਕਹਿੰਦੇ ਪੈਸੇ ਨਹੀਂ ਕਮਾਏ। ਹਾਂ, ਕਹਿੰਦੇ ਮੈਂ ਇੱਕ ਹੋਰ ਬੇਨਤੀ ਕਰਦਾ, ਮੈਂ ਕਹਿੰਦੇ ਖਹਿਰਾ ਸਾਹਿਬ ਦਾ ਧੰਨਵਾਦ ਕਰਦਾ। ਕਹਿੰਦੇ ਜੀ ਮੈਂ ਬੇਨਤੀ ਕਰਦਾ ਵੀ ਜੇ ਫਿਰ ਵੀ ਕਿਸੇ ਨੂੰ ਲੱਗਦਾ ਕਿ ਅਸੀਂ ਗਲਤ ਕੀਤਾ, ਸਰਕਾਰ ਸਾਡੇ ਤੋਂ ਸਵੇਰੇ ਹੀ ਚਾਬੀਆਂ ਲੈ ਲਵੇ, ਤੇ ਭਾਵੇਂ ਗਊਆਂ ਫੇਰ ਕਹਿ ਦੇਣ ਕਿ ਅਸੀਂ ਸਾਂਭਣੀਆਂ, ਅਸੀਂ ਆਪਣੇ ਸੇਵਾਦਾਰਾਂ ਨੂੰ ਕਹੇ ਗਊਆਂ ਉਹ ਸਾਂਭੀ ਜਾਣਗੇ, ਅਸੀਂ ਤਾਂ ਉੱਥੇ ਗਊਸ਼ਾਲਾ ਬਣਾਈ ਆ, ਬੇਸਾਰਾ ਗਾਵਾਂ ਸਾਂਭੀਆਂ ਹੋਈਆਂ ਨੇ। ਅਸੀਂ ਨਹੀਂ ਕਹਿੰਦੇ ਕਿ ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰੀ ਸਾਰਾ ਕੁਝ ਠੀਕ ਕਹਿੰਦੇ ਆ, ਪਰ ਪਹਿਲਾਂ ਖਹਿਰਾ ਸਾਹਿਬ ਨੇ ਕਿਹਾ, ਹੁਣ ਇਹਨਾਂ ਨੇ ਕਹਿ ਦਿੱਤਾ। ਮੈਂ ਕਹਿੰਦਾ ਮੰਤਰੀ ਸਾਹਿਬ ਆ ਕੇ ਗੱਲ ਹੀ ਕਲੀਅਰ ਕਰ ਦੇਣ, ਨਹੀਂ ਜ਼ਿਆਦਾ ਵਧੀਆ, ਜਾਂ ਤਹਿਸੀਲਦਾਰ ਸਾਹਿਬ ਤੋਂ ਕਰਾ ਦੇਣ ਵੀ ਕਿੰਨੇ ਕੀ ਕੀਤਾ ਕਿੰਨੇ ਨਹੀਂ ਕੀਤਾ। ਬਾਕੀ ਚਲ ਕੋ ਦੇਖੋ ਕਾਰਨ ਹੈ ਵੀ ਜਦੋਂ ਖਹਿਰਾ ਸਾਹਿਬ ਨੇ ਗੱਲ ਚੁੱਕੀ ਸੀ, ਬੜੇ ਲੋਕਾਂ ਇਤਰਾਜ਼ ਕੀਤਾ ਵੀ ਯਾਰ ਖਹਿਰਾ ਸਾਹਿਬ ਤਾਂ ਰੋਜ਼ ਹੀ ਕੋਈ ਨਾ ਕੋਈ ਪੇਚਾ ਪਾ ਛੱਡਦੇ। ਮੈਨੇ ਵੀ ਚੰਗੀ ਗੱਲ ਹੈ, ਕੋਈ ਤੇ ਬੰਦਾ ਹੈਗਾ ਜਿਹੜਾ ਪੇਚਾ ਪਾਉਂਦਾ ਜੀ। ਦੂਜੀ ਗੱਲ ਇਹ ਆ ਵੀ ਜਿਹੜਾ ਉਹਨਾਂ ਨੇ ਜਵਾਬ ਦੇ ਦਿੱਤਾ ਸੀਚੇਵਾਲ ਸਾਹਿਬ ਨੇ, ਉਹਦੇ ਤੋਂ ਵੀ ਵਧੀਆ, ਕਿਉਂਕਿ ਤੁਸੀਂ ਇਹ ਦੇਖੋ ਵੀ ਇਹ ਗੱਲ ਕਿਸੇ ਦੇ ਦਿਮਾਗ 'ਚ ਵੈਸੇ ਹੀ ਨਹੀਂ ਸੀ ਆਉਣੀ ਵੀ ਯਾਰ ਇਸ ਤਰ੍ਹਾਂ ਦਾ ਕੰਮ ਹੀ ਕੀਤਾ ਜਾ ਸਕਦਾ ਵੀ ਮਹਾਰਾਜ ਵੀ ਬੇਸਹਾਰਾ ਗਾਵਾਂ ਨੇ, ਬੇਜ਼ੁਬਾਨ,
ਉਹਨਾਂ ਦੇ ਲਈ ਕੋਈ ਨਾ ਕੋਈ ਹੱਲ ਕਰਤਾ ਜਾਵੇ। ਜੇ ਉਹਨਾਂ ਨੇ ਜ਼ਮੀਨ ਖਰੀਦੀ ਉਹ 'ਤੇ ਖਰਚਾ ਤਾਂ ਲੱਗਾ ਹੀ, ਪੱਠੇ ਬੀਜਦੇ ਨੇ, ਸੇਵਾਦਾਰ ਨੇ, ਉਹਨਾਂ ਨੂੰ ਸੰਭਾਲਦੇ ਨੇ, ਉੱਤੇ ਖਰਚਾ ਤਾਂ ਆਉਂਦਾ ਹੀ ਆ ਨਾ। ਅਤੇ ਜੇ ਉਹ ਸੇਵਾ ਕਰ ਰਹੇ ਨੇ ਅਤੇ ਉਹ ਵੀ ਨਹੀਂ ਸੀ ਸਾਹਮਣੇ ਆਉਣੀ ਜੇ ਇਹ ਮੁੱਦਾ ਨਾ ਉੱਠਦਾ। ਇਹ ਚੰਗੀ ਗੱਲ ਆ ਵੀ ਉਹਨਾਂ ਨੇ ਗੱਲ ਮੁੱਦਾ ਚੁੱਕਿਆ ਅਤੇ ਉਹਨਾਂ ਨੇ ਆਪਣੇ ਵੱਲੋਂ ਕਲੀਅਰ ਕਰ ਦਿੱਤਾ। ਮੈਨੂੰ ਲੱਗਦਾ ਇਹਦੇ 'ਚ ਜਿਹੜੀ ਤੀਸਰੀ ਚੀਜ਼ ਨਿਕਲਦੀ ਉਹ ਇਹ ਆ ਵੀ ਹੋ ਸਕਦਾ ਵੀ ਜਿਹੜਾ ਉਹ ਨਜਾਇਜ਼ ਕਬਜ਼ੇ ਵਾਲੀ ਐਂਟਰੀ ਉਹ ਇਕੱਲੀ ਇੱਥੇ ਨਾ ਹੋਵੇ, ਪੰਜਾਬ 'ਚ ਕਈਆਂ ਥਾਵਾਂ 'ਤੇ ਹੋਵੇ, ਉਹਨਾਂ ਬਾਰੇ ਅਜੇ ਤੱਕ ਕਦੀ ਕਿਸੇ ਨੇ ਗੱਲ ਨਾ ਕੀਤੀ ਹੋਵੇ। ਅਤੇ ਦੂਸਰੀ ਗੱਲ ਇਹ ਵੀ ਕਿ ਵੀ ਜਿਹੜਾ ਕੰਮ ਬਾਬਾ ਸੀਚਲ ਹੋਰਾਂ ਨੇ ਕੀਤਾ ਕੀ ਉਹ ਉਹਨਾਂ ਦੀ ਜ਼ਿੰਮੇਵਾਰੀ ਸੀਗੀ? ਇਹ ਸੈਸੂਸ ਜਿਹਦੇ ਕਈ ਬਿੱਲਾਂ 'ਚ ਲੱਗ ਕੇ ਆਉਂਦੇ ਹੁੰਦੇ ਸੀ, ਉਦੋਂ ਵਾਲਾ ਕੰਮ ਤਾਂ ਕਿਸੇ ਹੋਰ ਦੀ ਡਿਊਟੀ ਵੀ ਹੋਣਾ ਚਾਹੀਦਾ ਸੀ। ਮੇਰੇ ਖਿਆਲ ਨਾਲ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ। ਨਹੀਂ, ਕਲੀਅਰ ਹੋਣਾ ਚਾਹੀਦੀਆਂ ਬਹੁਤ ਸਾਰੀਆਂ ਚੀਜ਼ਾਂ ਕਿ ਬੇਸਹਾਰਾ ਪਸ਼ੂ ਜਿਹੜੇ ਨੇ ਨੁਕਸਾਨੇ ਜਾ ਰਹੇ ਰੋਜ਼ ਹੀ। ਬਾਕੀ ਸੰਧਾਲੀਆ ਸਾਹਿਬ, ਹੁਣ ਇੱਕ ਘਨੌਰ ਹਲਕਾ ਉੱਥੋਂ ਐਮਐਲਏ ਹੁੰਦੇ ਸੀ ਮਦਨ ਲਾਲ ਜਲਾਲਪੁਰ ਸਾਹਿਬ, ਹੁਣ ਸਾਬਕਾ ਨੇ। ਨਹੀਂ ਸਾਬਕਾ ਹੋਣਾ ਹੀ ਹੈ ਮਾਰੇ, ਹੁਣ ਸਰਕਾਰ ਬਦਲ ਗਈ, ਉਹਨਾਂ ਨੂੰ ਬਣਾ ਛੱਡੀ ਹੈ ਜੀ। ਐਮਐਲਏ ਵੀ ਸਾਬਕਾ ਨੇ ਨਾ। ਨਹੀਂ ਐਮਐਲਏ ਕਹਿ ਰਿਹਾ, ਐਮਐਲਏ ਬਣੇ ਰਹਿਣ। ਉਹ ਕਹਿੰਦੇ ਮੈਂ ਆਸਟ੍ਰੇਲੀਆ। ਅੱਛਾ ਜੀ, ਆਇਆ ਫੋਨ? ਨਹੀਂ ਮੈਨੂੰ ਨਹੀਂ। ਅੱਛਾ, ਉਹਨਾਂ ਨੇ ਕਿਹਾ ਪ੍ਰੈਸ ਨੂੰ ਕਿ ਮੈਂ ਆਸਟ੍ਰੇਲੀਆ, ਮੈਂ ਵਾਪਸ ਆ ਕੇ ਜੇ ਜਾਂਚ 'ਚ ਸ਼ਾਮਲ ਹੋਣ ਦੀ ਲੋੜ ਹੈ ਮੈਂ ਸ਼ਾਮਲ ਹਾਂ। ਹੁਣ ਬਹੁਤ ਸਾਰੇ ਸੱਜਣਾਂ ਦਾ ਸਵਾਲ ਹੋ ਸਕਦਾ ਕਿ ਭਾਈ ਜਾਂਚ ਕਾਹਦੀ, ਇੱਕ ਗੱਲ ਤਾਂ ਸੁਣੀ ਨਹੀਂ। ਇੱਕ ਪਿੰਡ ਹੈ ਸ਼ਾਇਦ ਆਕੜੀ ਹੈ ਉਹਦਾ ਨਾਂ, 12-13 ਕਰੋੜ ਰੁਪਈਆ ਪੰਚਾਇਤੀ ਘਪਲੇ ਦੀ ਚਰਚਾ ਚੱਲਦੀ ਸੀ। ਵਿਜੀਲੈਂਸ ਨੇ ਪਿੰਡ ਦੀ ਸਰਪੰਚ ਬੀਬੀ ਜੀ ਜਿਹੜੇ ਆ ਕਹਿੰਦੇ ਜੀ ਉਹਨਾਂ ਨੂੰ ਵੀ ਪੁੱਛਗਿੱਛ ਹੁਣ ਕਰ ਰਹੇ ਆ। ਤੇ ਫਿਰ ਰੌਲਾ ਪੈਂਦਾ ਸੀ ਕਿ ਭਾਈ ਇਕੱਲੇ ਹੀ ਥੋੜ੍ਹਾ ਇੱਧਰ ਉੱਧਰ ਹੋ ਜਾਂਦੇ ਹੁੰਦੇ ਆ, ਉੱਪਰਲੇ ਪਾਸਿਓਂ ਕੰਮ ਚੱਲਦਾ ਸੀ। ਜਦੋਂ ਐਮਐਲਏ ਸਾਹਿਬ ਦਾ ਨਾਂ ਅਸੀਂ ਨਹੀਂ ਕਹਿੰਦੇ ਕਿਤੇ ਦਰਜ ਹੋਇਆ, ਕਿਉਂਕਿ ਉਹਨਾਂ ਨੇ ਖੁਦ ਕਹਿ ਦਿੱਤਾ ਮੈਂ ਆਸਟ੍ਰੇਲੀਆ ਆ ਤੇ ਮੈਂ ਆਣ ਕੇ ਜਾਂਚ ਦੇ ਵਿੱਚ ਸ਼ਾਮਲ ਹੋਂ, ਇਦਾਂ ਦੀ ਕੋਈ ਗੱਲ ਹੀ ਨਹੀਂ। ਕਹਿੰਦੇ ਪਾਕ ਤੇ ਸਾਫ਼ ਬਿਲਕੁਲ ਦਾਮਨ ਸਾਡਾ। ਪਰ ਹੁਣ 12-13 ਕਰੋੜ ਇੱਕ ਪਿੰਡ, ਚਾਹੇ ਉਹ ਪੈਨਸ਼ਨਾਂ ਨੇ, ਚਾਹੇ ਉਹ ਮੁਆਵਜ਼ਾ ਕਿਸੇ ਚੀਜ਼ ਦਾ ਗਿਆ। ਸੰਧਾਲਿਆ ਵੈਸੇ ਦੇਖੋ ਤੁਸੀਂ ਨਾ, ਪਹਿਲੀ ਖਬਰ ਆਪਾਂ 350 ਕਰੋੜ ਦੀ ਕੀਤੀ ਸੀ, 58 ਕਰੋੜ ਕੈਸ਼, ਉਹਦੇ ਤੋਂ ਇਲਾਵਾ 32-33 ਕਿਲੋ ਸੋਨਾ, ਫਿਰ 16-17 ਕਰੋੜ ਦੇ ਹੀਰੇ, 350 ਕਰੋੜ ਸੀ। ਜਦੋਂ ਮੁਕਾਉਣ ਲੱਗੇ 12-13 ਕਰੋੜ, ਮੈਂ ਤੁਹਾਡੇ ਨਾਲ ਰਹਿ ਕੇ ਦੇਖੋ ਪੈਸਾ ਕੋ ਆਇਆ ਕਿ ਨਹੀਂ ਆਇਆ, ਗੱਲਾਂ ਆਪਾਂ ਹੁਣ ਕਰੋੜਾਂ ਦੀਆਂ ਕਰੀ ਦੀਆਂ। ਨਹੀਂ ਉਹ ਕਰਦੇ ਆ। ਦੇਖੋ ਇਹਦੇ ਨਾਲ ਅਰਥਚਾਰੇ ਨੂੰ ਕੋਈ ਫਰਕ ਨਹੀਂ ਪੈਂਦਾ। ਲੈ ਦੱਸ ਸਾਥ ਦੋਗੇ, ਇਹਦੇ ਨਾਲ ਪੈਂਦਾ ਕੋਈ ਅਰਥਚਾਰਾ? ਕੋਈ ਫਰਕ ਨਹੀਂ ਪੈਂਦਾ। ਅਰਥਚਾਰੇ ਦੇ ਵਿੱਚ ਤਾਂ ਸਗੋਂ ਕੋਈ ਵਧੀਆ ਗੱਲ ਆ ਵੀ ਅਰਥਚਾਰਾ ਇੰਨੀ ਜੋਗਾ ਹੈਗਾ ਵੀ ਇਹੋ ਜਿਹੇ ਥਾਵਾਂ ਦੇ ਉੱਪਰ ਵੀ ਐਨੇ ਕਰੋੜ ਅਗਲਾ ਪਾਸੇ ਕਰ ਲੇ ਤੇ ਅਰਥਚਾਰਾ ਫੇਰ ਚੱਲੀ ਜਾਂਦਾ। ਤੇ ਜਿੱਥੇ ਆਪਾਂ ਕਿਸੇ ਦੀ ਗੱਲ ਕਰਦੇ ਹਾਂ ਵੀ ਹਾਂਜੀ ਭਾਈ ਸਾਹਿਬ ਯਾਰ ਇਹਨੂੰ ਕਿਸੇ ਨੂੰ ਕੋਈ ਲੋੜ ਆ, ਗਰੀਬ ਦਾ ਕੋਈ ਮਸਲਾ ਹੱਲ ਕਰ ਦਿਓ ਯਾਰ, ਉੱਥੇ ਫਿਰ ਚਰਚਾ ਚੱਲ ਪਈ ਨੋ ਇਹ ਤਾਂ ਯਾਰ ਮੁਫਤ ਦੀ ਗੱਲ ਹੈ, ਮੁਫਤ ਨਹੀਂ ਦੇਣਾ ਚਾਹੀਦਾ। ਮੁਫਤ ਨਹੀਂ, ਬਿਲਕੁਲ ਨਹੀਂ ਦੇਣਾ, ਹੈ ਨਾ। ਮੈਨੂੰ ਲੱਗਦਾ ਵੀ ਇਹ ਵੀ ਇੱਕ ਡਿਬੇਟ ਦਾ ਵਿਸ਼ਾ। ਅਸੀਂ ਇਹ ਤਾਂ ਰੋਜ਼ ਥੋੜ੍ਹੀ ਗੱਲ ਕਰਦੇ ਵੀ ਕਿਸੇ ਦਿਨ ਆਪਾਂ ਇਹ 'ਤੇ ਪੂਰਾ ਪ੍ਰੋਗਰਾਮ ਕਰ ਲਵਾਂਗੇ। ਤੁਸੀਂ ਵੀ ਜ਼ਰੂਰ ਆਪਣੀਆਂ ਟਿੱਪਣੀਆਂ ਇਹਦੇ 'ਤੇ ਕਰਿਓ। ਬਾਕੀ ਹੁਣ ਆਪਣੇ ਜਾਣ ਦਾ ਵੇਲਾ ਹੋ ਗਿਆ, ਕੋਈ ਜਾਂਦੇ ਕੋਈ ਗੱਲ ਨਹੀਂ। ਜਾਂਦਿਆਂ ਤਾਂ ਸੰਧਾਲੀਆ ਸਾਹਿਬ ਮੈਨੂੰ ਵੀ ਕੇਲਾ ਦੋ ਕੇਲੇ ਮੇਰੇ ਲਈ ਵੀ ਰੱਖ ਲਿਓ ਸਰ। ਮਹਾਰਾਜ ਮੈਂ 2 ਲਏ, ਇੱਕ ਭਰਾ ਲਈ ਸੀ ਉਹਦੇ ਵਿੱਚੋਂ। ਅੱਛਾ, ਮੈਂ ਤਾਂ ਭਰਾ ਲਈ ਲਿਆ ਸੀ। ਬਾਕੀ 8 ਵੰਡ ਦੇਣੇ ਨੇ। 8 ਵੰਡ ਦੇਣੇ ਨਹੀਂ, ਪਰ 12 ਹੁੰਦੇ ਦਰਜਨ 'ਚ। ਦੇਖੋ ਦੋ ਤਾਂ ਫਿਰ ਖਾਸ ਰੱਖ ਲੈਣਾ, ਸਵੇਰੇ ਵੀ ਖਾਣੇ ਆਪਾਂ ਦੋਨਾਂ ਨੇ, ਬਾਕੀਆਂ ਲਈ 8 ਨੇ। ਚਲੋ ਬਹੁਤ ਸ਼ੁਕਰੀਆ ਸੰਧਾਲੀਆ ਸਾਹਿਬ। ਲਓ ਜੀ, ਧੰਨਵਾਦ। ਲਓ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀਆਂ ਟਿੱਪਣੀਆਂ ਜ਼ਰੂਰ ਕਰਿਆ ਕਰੋ ਜੀ। ਤੁਸੀਂ ਕੀ ਸੋਚਦੇ ਹੋ ਵੱਖ-ਵੱਖ ਮੁੱਦਿਆਂ ਦੇ ਮਸਲਿਆਂ ਦੇ ਬਾਰੇ 'ਚ, ਸਾਡੀਆਂ ਇਹ ਗੱਲਾਂ ਬਾਤਾਂ ਕਿਵੇਂ ਲੱਗਦੀਆਂ ਨੇ ਉਹਦੇ ਬਾਰੇ ਵੀ ਤੁਸੀਂ ਆਪਣੀ ਰਾਏ ਲਿਖਦਿਆ ਕਰੋ। ਤੇ ਇੱਕੋ ਲਾਈਕ ਵਾਲਾ ਬਟਨ ਦੱਬ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਅੱਗੇ ਤੁਸੀਂ ਪ੍ਰੋਗਰਾਮ ਨੂੰ ਸ਼ੇਅਰ ਵੀ ਕਰ ਸਕਦੇ ਹੋ, ਉਹਦੇ 'ਚ ਵੀ ਕੋਈ ਹਰਜ ਨਹੀਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।